ਟੈਕ ਸਟੂਡੀਓ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਪੜ੍ਹਾਂਗੇ ਮੈਕਸਵੈਲ ਇਕੁਏਸ਼ਨਾਂ। ਇਸ ਦੇ ਵਿੱਚ ਅਸੀਂ ਆਇਨਸਟਾਈਨ ਦੀ ਉਦਾਹਰਨ ਪੜ੍ਹਾਂਗੇ, ਫਿਰ ਫੀਲਡ ਟੈਂਸਰ ਟਰਾਂਸਫਰਮੇਸ਼ਨ, ਉਸ ਤੋਂ ਬਾਅਦ ਆਇਨਸਟਾਈਨ ਦੀ ਉਦਾਹਰਨ ਦਾ ਸਾਰਾਂਸ਼, ਮੈਕਸਵੈਲ ਇਕੁਏਸ਼ਨਾਂ ਦੇ ਨਾਲ ਜਾਣ ਪਛਾਣ, ਵੈਕਟਰ ਆਇਡੈਂਟੀਟੀਆਂ, ਮੈਗਨੈਟਿਕ ਫੀਲਡ, ਇਲੈਕਟ੍ਰਿਕ ਫੀਲਡ ਤੇ ਦੋ ਹੋਰ ਮੈਕਸਵੈਲ ਇਕੁਏਸ਼ਨਾਂ ਪੜ੍ਹਾਂਗੇ। ਇਸ ਤੋਂ ਬਾਅਦ ਚਾਰਜ ਅਤੇ ਕਰੰਟ ਡੈਂਸਿਟੀ ਪੜ੍ਹਾਂਗੇ, ਚਾਰਜ ਕੰਜ਼ਰਵੇਸ਼ਨ ਪੜ੍ਹਾਂਗੇ, ਮੈਕਸਵੈਲ ਇਕੁਏਸ਼ਨਾਂ ਦਾ ਟੈਂਸਰ ਰੂਪ ਆਏਗਾ। ਇਸ ਤੋਂ ਬਾਅਦ ਫਿਰ ਲਾਸਟ ਵਿੱਚ ਪੜ੍ਹਾਂਗੇ ਵਿਆਂਚੀ ਆਇਡੈਂਟੀ। ਆਓ ਸ਼ੁਰੂਆਤ ਕਰਦੇ ਹਾਂ। ਇਸ ਦੇ ਵਿੱਚ ਉੱਪਰ ਮੂਵਿੰਗ ਬਾਡੀ ਦੇ ਇਲੈਕਟ੍ਰੋਡਾਇਨਮਿਕਸ ਤੇ ਐਲਬਰਟ ਆਇਨਸਟਾਈਨ 30 ਜੂਨ 1905 ਲਿਖਿਆ ਹੋਇਆ। ਇਹ ਆਇਨਸਟਾਈਨ ਦਾ ਪੇਪਰ ਹੈ, 30 ਜੂਨ 1905 ਦਾ ਛਪਿਆ। ਮੂਵਿੰਗ ਬਾਡੀ ਦੇ ਇਲੈਕਟ੍ਰੋਡਾਇਨਮਿਕਸ ਦੇ ਉੱਤੇ ਇਸ ਦਾ ਪੇਪਰ ਹੈ। ਇਸ ਦੇ ਹਾਲ ਹੀ ਵਿੱਚ ਇਸ ਨੂੰ ਰਿਲੇਟੀਵਿਟੀ ਦੇ ਉੱਤੇ ਆਇਨਸਟਾਈਨ ਦਾ ਜਿਹੜਾ ਪਹਿਲਾ ਪੇਪਰ ਦੇਖਣ ਦਾ ਮੌਕਾ ਮਿਲਿਆ ਇਸ ਦੇ ਰਾਈਟਰ ਨੂੰ। ਮੈਂ ਤੁਹਾਨੂੰ ਇਸ ਪੇਪਰ ਦਾ ਆਪਣੇ ਆਪ ਅਧਿਐਨ ਕਰਨ ਦੇ ਲਈ ਜ਼ੋਰਦਾਰ ਉਤਸ਼ਾਹਿਤ ਕਰਦਾ। ਖਾਸ ਤੌਰ 'ਤੇ ਪਹਿਲਾ ਪੈਰਾਗ੍ਰਾਫ ਬਹੁਤ ਹੀ ਸ਼ਾਨਦਾਰ ਹੈ। ਇਹ ਉਸਦੇ ਤਰਕ ਅਤੇ ਪ੍ਰੇਰਣਾ ਨੂੰ ਬਹੁਤ ਸਪਸ਼ਟ ਰੂਪ ਦੇ ਵਿੱਚ ਬਿਆਨ ਕਰਦਾ। ਮੈਂ ਇੱਕ ਪਲ ਦੇ ਲਈ ਇਸ 'ਤੇ ਚਰਚਾ ਕਰਨਾ ਚਾਹਾਂਗਾ, ਕਿਉਂਕਿ ਇਹ ਇਲੈਕਟ੍ਰੋਮੈਗਨੈਟਿਕ ਫੀਲਡ ਟੈਂਸਰ ਦੀਆਂ ਪਰਿਵਰਤਨ ਵਿਸ਼ੇਸ਼ਤਾਵਾਂ ਦੇ ਨਾਲ ਡੂੰਘਾ ਜੁੜਿਆ ਹੋਇਆ ਹੈ। ਆਇਨਸਟਾਈਨ ਦੀ ਉਦਾਹਰਨ ਵਿੱਚ ਇੱਕ ਚੁੰਬਕ ਹੁੰਦੀ ਹੈ, ਇੱਕ ਤਾਰ ਵਰਗਾ ਇੱਕ ਇਲੈਕਟ੍ਰਿਕ ਕੰਡਕਟਰ ਹੁੰਦਾ ਹੈ। ਇੱਕ ਇਲੈਕਟ੍ਰਿਕ ਕਰੰਟ ਹੋਰ ਕੁਝ ਨਹੀਂ ਹੁੰਦਾ, ਸਗੋਂ ਗਤੀਸ਼ੀਲ ਚਾਰਜ ਕੀਤੇ ਕਣਾਂ ਦਾ ਇੱਕ ਸੰਗ੍ਰਹਿ ਹੁੰਦਾ ਹੈ। ਅਸੀਂ ਆਇਨਸਟਾਈਨ ਦੇ ਸੈਟਅਪ ਨੂੰ ਇੱਕ ਚਾਰਜ ਕੀਤੇ ਕਣ ਦੀ ਸਮੱਸਿਆ ਤੱਕ ਘਟਾ ਸਕਦੇ ਹਾਂ, ਸੰਖੇਪ ਕਰ ਸਕਦੇ ਹਾਂ, ਜੋ ਇੱਕ ਤਾਰ ਵਿੱਚ ਇੱਕ ਚੁੰਬਕ ਦੀ ਫੀਲਡ ਦੇ ਅੰਦਰ ਰੱਖਿਆ ਹੁੰਦਾ ਜਿਹੜਾ ਚਾਰਜ ਹੈ। ਜ਼ਰੂਰੀ ਚੀਜ਼ ਇਹ ਹੈ ਕਿ ਤਾਰ ਹੈ ਜੋ ਇਹ ਚੁੰਬਕ ਦੀ ਰੈਸਟ ਫਰੇਮ ਦੇ ਅੰਦਰ ਗਤੀਸ਼ੀਲ ਹੁੰਦੀ ਹੈ। ਡਾਇਗਰਾਮ 8.1 ਪ੍ਰਯੋਗਸ਼ਾਲਾ ਵਿੱਚ ਬੁਨਿਆਦੀ ਸੈਟਅਪ ਦਿਖਾਉਂਦਾ। ਇਸ ਦੇ ਵਿੱਚ ਆਪਾਂ ਹੁਣੇ ਡਾਇਗਰਾਮ ਦੇਖਦੇ ਹਾਂ। ਇਸ ਦੇ ਵਿੱਚ ਇੱਕ ਸੈਟਅਪ ਹੈ ਜਿਸ ਦੇ ਵਿੱਚ ਐਕਸ ਐਕਸਸ ਦੀ ਡਾਇਰੈਕਸ਼ਨ ਦੇ ਵੱਲ ਜਿਹੜੀ ਤਾਰ ਹੈ ਇਹ ਜਾ ਰਹੀ ਹੈ। ਤਾਰ ਇਹ ਵਾਲੀ ਹੈ ਜੋ ਵਰਟੀਕਲ ਵਾਈ ਐਕਸਸ ਦੇ ਪੈਰਲਲ ਖੜੀ ਕੀਤੀ ਹੋਈ ਹੈ, ਅਤੇ ਇਹ ਇੱਧਰ ਵੀ ਵੈਲੋਸਿਟੀ ਦੇ ਨਾਲ ਐਕਸ ਐਕਸਸ ਦੇ ਵੱਲ ਨੂੰ ਗਤੀਸ਼ੀਲ ਹੈ। ਅਤੇ ਜਿਹੜੀ ਮੈਗਨੈਟਿਕ ਫੀਲਡ ਹੈ ਇਹ ਜ਼ੈਡ ਐਕਸਸ ਵੱਲ ਨੂੰ ਬੀ ਜ਼ੈਡ, ਇਹ ਜੋ ਛੋਟਾ ਡਾਇਗਰਾਮ ਹੈ ਬਣਾਇਆ ਹੋਇਆ, ਇਸ ਦੇ ਵੱਲ ਸਕਰੀਨ ਤੋਂ ਬਾਹਰ ਵੱਲ ਨੂੰ ਆ ਰਹੀ ਹੈ ਮੈਗਨੈਟਿਕ ਫੀਲਡ। ਅਤੇ ਜਿਹੜਾ ਫੋਰਸ ਇਸ 'ਤੇ ਲੱਗ ਰਿਹਾ ਹੈ ਚਾਰਜ ਦੇ ਉੱਤੇ ਈ ਦੇ ਉੱਤੇ, ਇਹ ਉੱਪਰ ਵੱਲ ਦੀ ਲੱਗ ਰਿਹਾ ਹੈ ਇਸ ਦਿਸ਼ਾ ਵਿੱਚ। ਵੀ ਇੱਧਰ ਹੈ, ਫੋਰਸ ਉੱਪਰ ਨੂੰ ਹੈ, ਅਤੇ ਮੈਗਨੈਟਿਕ ਫੀਲਡ ਸਕਰੀਨ ਤੋਂ ਬਾਹਰ ਵੱਲ ਦੀ ਜ਼ੈਡ ਦਿਸ਼ਾ ਵਿੱਚ ਹੈ। ਆਓ ਹੁਣ ਇਸ ਨੂੰ ਅੱਗੇ ਪੜ੍ਹਦੇ ਹਾਂ। ਤਾਰ ਵਾਈ ਐਕਸਸ ਦੀ ਦਿਸ਼ਾ ਦੇ ਨਾਲ ਰੱਖੀ ਹੋਈ ਹੈ ਅਤੇ ਐਕਸ ਐਕਸਸ ਦੀ ਦਿਸ਼ਾ ਵਿੱਚ ਇਹ ਗਤੀਸ਼ੀਲ ਹੈ। ਤਾਰ ਵਿੱਚ ਇੱਕ ਇਲੈਕਟ੍ਰੋਨ ਤਾਰ ਦੇ ਨਾਲ ਖਿੱਚਿਆ ਜਾਂਦਾ। ਇੱਕ ਸਟੇਸ਼ਨਰੀ ਚੁੰਬਕ ਵੀ ਹੈ ਜੋ ਦਿਖਾਇਆ ਨਹੀਂ ਗਿਆ ਇੱਥੇ ਤਸਵੀਰ ਦੇ ਵਿੱਚ, ਜੋ ਸਿਰਫ ਕੰਪੋਨੈਂਟ ਬੀ ਜ਼ੈਡ ਵਾਲੀ ਇੱਕਸਾਰ ਮੈਗਨੈਟਿਕ ਫੀਲਡ ਪੈਦਾ ਕਰਦਾ, ਜੋ ਸਕਰੀਨ ਤੋਂ ਬਾਹਰ ਵੱਲ ਦੀ ਦਿਸ਼ਾ ਵੱਲ ਇਸ਼ਾਰਾ ਕਰਦੀ ਹੈ। ਹੋਰ ਇਲੈਕਟ੍ਰਿਕ ਜਾਂ ਮੈਗਨੈਟਿਕ ਫੀਲਡਾਂ ਨਹੀਂ ਹੈਗੀਆਂ, ਸਿਰਫ ਬੀ ਜ਼ੈਡ ਹੈ ਜੋ ਜ਼ੈਡ ਐਕਸਸ ਵੱਲੋਂ ਹੈ। ਇਲੈਕਟ੍ਰੋਨ ਦੇ ਨਾਲ ਕੀ ਵਾਪਰਦਾ? ਇਹ ਮੈਗਨੈਟਿਕ ਫੀਲਡ ਬੀ ਜ਼ੈਡ ਦੇ ਨਾਲ ਇਸ ਦੀ ਵੈਲੋਸਿਟੀ ਵੀ ਦੇ ਕ੍ਰਾਸ ਪ੍ਰੋਡਕਟ ਦੇ ਨਾਲ ਚਾਰਜ ਈ ਦੇ ਗੁਣਨਫਲ ਦੇ ਬਰਾਬਰ ਇੱਕ ਲੋਰੈਂਟਜ਼ ਫੋਰਸ ਮਹਿਸੂਸ ਕਰਦਾ। ਇਸ ਦਾ ਅਰਥ ਹੈ ਫੋਰਸ ਵੀ ਅਤੇ ਬੀ ਜ਼ੈਡ ਦੋਹਾਂ ਦੇ ਪ੍ਰਤੀ ਪਰਪੈਂਡੀਕੂਲਰ ਹੁੰਦਾ ਹੈ। ਸੱਜੇ ਹੱਥ ਵਾਲਾ ਨਿਯਮ ਅਪਣਾਉਂਦੇ ਹੋਏ ਅਤੇ ਯਾਦ ਕਰਦੇ ਹੋਏ ਕਿ ਇਲੈਕਟ੍ਰੋਨ ਇੱਕ ਨੈਗੇਟਿਵ ਚਾਰਜ ਰੱਖਦਾ, ਲੋਰੈਂਟਜ਼ ਫੋਰਸ ਉੱਪਰ ਵੱਲ ਨੂੰ ਨਿਰਦੇਸ਼ਿਤ ਹੋਵੇਗਾ, ਤਾਂ ਫੋਰਸ ਜਿਹੜਾ ਉੱਪਰ ਵਾਈ ਐਕਸਸ ਵੱਲ ਨੂੰ ਹੋਏਗਾ। ਨਤੀਜਾ ਇਹ ਹੁੰਦਾ ਕਿ ਤਾਰ ਦੇ ਵਿੱਚ ਇੱਕ ਕਰੰਟ ਚੱਲੇਗਾ। ਇਲੈਕਟ੍ਰੋਨ ਲੋਰੈਂਟਜ਼ ਫੋਰਸ ਰਾਹੀਂ ਉੱਪਰ ਵੱਲ ਨੂੰ ਧੱਕਿਆ ਜਾਂਦਾ, ਪਰ ਜਿਹੜਾ ਕਰੰਟ ਦੀ ਦਿਸ਼ਾ ਹੁੰਦੀ ਹੈ ਚਾਰਜ ਤੋਂ ਉਲਟੀ ਹੁੰਦੀ ਹੈ, ਕਿਉਂਕਿ ਕਰੰਟ ਨੈਗੇਟਿਵ ਚਾਰਜ ਹੁੰਦਾ, ਇਲੈਕਟ੍ਰੋਨ ਨੈਗੇਟਿਵ ਚਾਰਜ ਹੁੰਦਾ, ਤਾਂ ਕਰਕੇ ਜਿਹੜਾ ਕਰੰਟ ਹੈ ਉਸ ਤੋਂ, ਇਹ ਬੈਂਜਾਮਿਨ ਫਰੈਂਕਲਨ ਦੀ ਇੱਕ ਰਵਾਇਤ ਹੈ ਜਿਸ ਦੇ ਕਾਰਨ ਇਸ ਤਰ੍ਹਾਂ ਨਾਲ ਇਸ ਨੂੰ ਕਿਹਾ ਜਾਂਦਾ ਕਿ ਕਰੰਟ ਆ ਜਿਹੜਾ ਇਹ ਇਲੈਕਟ੍ਰਿਕ ਚਾਰਜ ਤੋਂ ਉਲਟ ਦਿਸ਼ਾ ਵੱਲ ਚੱਲਦਾ।
ਯਾਨੀ ਕਿ ਕਰੰਟ ਥੱਲੇ ਵੱਲ ਨੂੰ ਵਹਿੰਦਾ। ਪ੍ਰਯੋਗਸ਼ਾਲਾ ਦਾ ਜਿਹੜਾ ਅਬਜ਼ਰਵਰ ਹੈ ਇਹ ਇਸ ਹਾਲਤ ਨੂੰ ਮੈਗਨੈਟਿਕ ਫੀਲਡ ਦੇ ਅੰਦਰ ਚਾਰਜ ਦੀ ਗਤੀ ਰਾਹੀਂ ਪੈਦਾ ਕੀਤੇ ਇਫੈਕਟਿਵ ਕਰੰਟ ਦੇ ਵਜੋਂ ਦਰਸਾਉਂਦਾ ਹੈ। ਤਸਵੀਰ ਦੇ ਥੱਲੜੇ ਸੱਜੇ ਪਾਸੇ ਉੱਤੇ ਇੱਕ ਛੋਟਾ ਡਾਇਗਰਾਮ ਬਣਾਇਆ ਹੋਇਆ ਜੋ ਲਾਰੈਂਸ ਫੋਰਸ ਨੂੰ ਸਮਝਾਉਂਦਾ। ਤੇ ਲਾਰੈਂਸ ਫੋਰਸ ਐਫ ਹੈ ਜੋ ਇਹ ਈ ਦੇ ਨਾਲ ਗੁਣਾ ਕੀਤਾ ਹੋਇਆ ਵੀ ਕ੍ਰਾਸ ਬੀ ਦਾ ਜਿਹੜਾ ਪ੍ਰੋਡਕਟ ਹੈ, ਕ੍ਰਾਸ ਪ੍ਰੋਡਕਟ ਹੈ ਜੋ ਵੈਲੋਸਿਟੀ ਅਤੇ ਮੈਗਨੈਟਿਕ ਫੀਲਡ ਦਾ ਦੋਨੋਂ ਵੈਕਟਰ ਨੇ, ਇਹ ਦੋ ਵੈਕਟਰਾਂ ਦਾ ਕ੍ਰਾਸ ਪ੍ਰੋਡਕਟ ਤੁਸੀਂ ਪੜ੍ਹਿਆ ਹੋਏਗਾ। ਤੇ ਇਸ ਦੇ ਈ ਦੇ ਨਾਲ ਗੁਣਾ ਕਰਕੇ ਫੋਰਸ ਬਣਦਾ ਹੈ। ਲਾਰੈਂਸ ਫੋਰਸ ਇਸ ਨੂੰ ਕਿਹਾ ਜਾਂਦਾ ਜੋ ਇਲੈਕਟ੍ਰੋਨ ਉੱਤੇ ਕਿਰਿਆ ਕਰਦਾ। ਤੇ ਆਓ ਹੁਣ ਇਲੈਕਟ੍ਰੋਨ ਦੀ ਫਰੇਮ ਦੇ ਵਿੱਚ ਇਸੇ ਭੌਤਿਕੀ ਪ੍ਰਸਥਿਤੀ ਵੱਲ ਚੱਲਦੇ ਹਾਂ। ਇਸ ਪ੍ਰਾਈਮ ਕੀਤੀ ਫਰੇਮ ਦੇ ਵਿੱਚ ਇਲੈਕਟ੍ਰੋਨ ਰੈਸਟ ਉੱਤੇ ਹੁੰਦਾ ਅਤੇ ਹੁਣ ਅਸੀਂ ਇਲੈਕਟ੍ਰੋਨ ਦੀ ਫਰੇਮ ਲਵਾਂਗੇ ਜਿਸ ਦੇ ਵਿੱਚ ਇਲੈਕਟ੍ਰੋਨ ਰੈਸਟ 'ਤੇ ਹੈ ਆਪਣੀ ਫਰੇਮ ਦੇ ਵਿੱਚ, ਅਤੇ ਚੁੰਬਕ ਜਿਹੜੀ ਹੈਗੀ ਉਹ ਵੈਲੋਸਿਟੀ ਵੀ ਦੇ ਨਾਲ ਖੱਬੇ ਪਾਸੇ ਦਿਸ਼ਾ ਗਤੀ ਕਰਦੀ ਹੈ। ਤਾਂ ਇਸ ਦੇ ਵਿੱਚ ਚੁੰਬਕ ਨੂੰ ਵੈਲੋਸਿਟੀ ਵੀ ਦੇ ਨਾਲ ਖੱਬੇ ਪਾਸੇ ਵੱਲ ਗਤੀ ਕਰਾਈ ਗਈ ਹੈ। ਸਿਰਫ ਜਿਹੜੀ ਤਾਰ ਹੈ ਉਹ ਰੈਸਟ 'ਤੇ ਹੈ, ਜਿਵੇਂ ਤਸਵੀਰ 8.2 ਦੇ ਵਿੱਚ ਦਰਸਾਇਆ ਗਿਆ। ਇਹ ਦੂਜੀ ਤਸਵੀਰ ਵੱਲ ਚੱਲਦੇ ਹਾਂ। ਇੱਥੇ ਜਿਹੜੀ ਫਰੇਮ ਹੈ ਇਹ ਐਕਸ ਪ੍ਰਾਈਮ ਵਾਲੀ ਹੈ, ਵਾਈ ਪ੍ਰਾਈਮ ਅਤੇ ਜ਼ੈਡ ਪ੍ਰਾਈਮ ਵਾਲੀ। ਇਸ ਦੇ ਵਿੱਚ ਇਲੈਕਟ੍ਰੋਨ ਜਿਹੜਾ ਤਾਰ ਹੈ ਇਹ ਖੜੀ ਹੈ, ਲੇਕਿਨ ਚੁੰਬਕ ਇੱਧਰ ਨੂੰ ਸੱਜੇ ਪਾਸੇ ਵੱਲ ਨੂੰ ਚਲਾਈ ਜਾ ਰਹੀ ਹੈ। ਅਤੇ ਇਸ ਨੂੰ ਅੱਗੇ ਪੜ੍ਹਦੇ ਹਾਂ। ਕਿਉਂਕਿ ਇਲੈਕਟ੍ਰੋਨ ਰੈਸਟ 'ਤੇ ਹੁੰਦਾ ਹੁਣ, ਇਸ ਲਈ ਇਸ ਉੱਤੇ ਫੋਰਸ ਇੱਕ ਇਲੈਕਟ੍ਰਿਕ ਫੀਲਡ ਦੇ ਕਾਰਨ ਹੀ ਹੁੰਦਾ। ਇਹ ਹੈਰਾਨ ਕਰਦਾ ਕਿਉਂਕਿ ਮੂਲ ਸਮੱਸਿਆ ਵਿੱਚ ਸਿਰਫ ਇੱਕ ਮੈਗਨੈਟਿਕ ਫੀਲਡ ਹੁੰਦੀ ਸੀ। ਇਕਲੌਤਾ ਸੰਭਵ ਸਿੱਟਾ ਇਹ ਹੁੰਦਾ ਕਿ ਇੱਕ ਗਤੀਸ਼ੀਲ ਚੁੰਬਕ ਜ਼ਰੂਰ ਹੀ ਇੱਕ ਇਲੈਕਟ੍ਰਿਕ ਫੀਲਡ ਪੈਦਾ ਕਰਦੀ ਚਾਹੀਦੀ ਹੈ। ਇਸ ਦੀ ਜ਼ਰੂਰਤ ਦੇ ਅਨੁਸਾਰ ਆਇਨਸਟਾਈਨ ਦੀ ਦਲੀਲ ਇਹ ਸੀ, ਇੱਕ ਗਤੀਸ਼ੀਲ ਚੁੰਬਕ ਦੀ ਫੀਲਡ ਵਿੱਚ ਜ਼ਰੂਰ ਹੀ ਇੱਕ ਇਲੈਕਟ੍ਰਿਕ ਕੰਪੋਨੈਂਟ ਵੀ ਸ਼ਾਮਿਲ ਹੋਣਾ ਚਾਹੀਦਾ ਹੈ। ਕੀ ਹੁੰਦਾ ਜਦੋਂ ਤੁਸੀਂ ਇੱਕ ਤਾਰ ਦੇ ਕੋਲੋਂ ਇੱਕ ਚੁੰਬਕ ਲੰਘਾਉਂਦੇ ਹੋ, ਇੱਕ ਗਤੀਸ਼ੀਲ ਚੁੰਬਕੀ ਫੀਲਡ ਆ ਜੋ ਇਹ ਆਇਨਸਟਾਈਨ ਅਤੇ ਉਸਦੇ ਸਮਕਾਲੀਆਂ ਦੁਆਰਾ ਕਿਹਾ ਜਾਣ ਵਾਲਾ ਇੱਕ ਇਲੈਕਟ੍ਰੋਮੋਟਿਵ ਫੋਰਸ ਪੈਦਾ ਕਰਦੀ ਹੈ, EMF ਜਿਸ ਨੂੰ ਕਹਿੰਦੇ ਆ, ਜਿਸ ਦਾ ਪ੍ਰਭਾਵੀ ਰੂਪ ਵਿੱਚ ਅਰਥ ਇੱਕ ਇਲੈਕਟ੍ਰਿਕ ਫੀਲਡ ਹੁੰਦਾ ਹੈ। ਸਕਰੀਨ ਤੋਂ ਬਾਹਰ ਵੱਲ ਇਸ਼ਾਰਾ ਕਰਦੀ ਫੀਲਡ ਵਾਲਾ ਇੱਕ ਚੁੰਬਕ ਲੈਂਦੇ ਹੋਏ ਇਸ ਨੂੰ ਖੱਬੇ ਪਾਸੇ ਵੱਲ ਗਤੀ ਕਰਾਉਣ 'ਤੇ ਇੱਕ ਥੱਲੇ ਦੀ ਦਿਸ਼ਾ ਵਿੱਚ ਇਲੈਕਟ੍ਰਿਕ ਫੀਲਡ EY ਪੈਦਾ ਕਰਦਾ ਹੈ। ਇਹ ਇੱਕ ਸਟੇਸ਼ਨਰੀ ਇਲੈਕਟ੍ਰੋਨ ਦੇ ਉੱਪਰ ਵੱਲ ਇੱਕ ਫੋਰਸ E×EY ਲਗਾਉਂਦਾ ਹੈ। ਦੁਬਾਰਾ ਇੱਕ ਇਲੈਕਟ੍ਰੋਨ ਉੱਤੇ ਫੋਰਸ ਇਲੈਕਟ੍ਰਿਕ ਫੀਲਡ ਦੀ ਦਿਸ਼ਾ ਦੇ ਉਲਟ ਹੁੰਦੀ ਹੈ, ਕਿਉਂਕਿ ਇੱਕ ਇਲੈਕਟ੍ਰੋਨ ਇੱਕ ਨੈਗੇਟਿਵ ਚਾਰਜ ਰੱਖਦਾ ਹੈ। ਇੱਥੇ ਜਿਵੇਂ ਤਸਵੀਰ ਦੇ ਵਿੱਚ ਦਿਖਾਇਆ ਗਿਆ ਕਿ ਜਿਹੜੀ ਇਲੈਕਟ੍ਰਿਕ ਫੀਲਡ ਹੈ ਉਹ EY ਥੱਲੇ ਵੱਲ ਨੂੰ ਲੱਗਦੀ ਹੈ ਅਤੇ ਫੋਰਸ ਅਪੋਜ਼ਿਟ ਸਾਈਡ ਨੂੰ ਉੱਪਰ ਵੱਲ ਨੂੰ ਜਾਂਦਾ। ਅਤੇ ਜਿਹੜੀ ਤਾਰ ਹੈ ਇਸ ਨੂੰ ਸੱਜੇ ਪਾਸੇ ਨਹੀਂ ਖੱਬੇ ਪਾਸੇ ਵੱਲ ਚਲਾਇਆ ਜਾਂਦਾ, ਕਿਉਂਕਿ ਪਹਿਲਾਂ ਵਾਲੀ ਜਿਹੜੀ ਸਾਡੀ ਉਦਾਹਰਨ ਸੀਗੀ ਪਿਛਲੀ, ਉਸ ਦੇ ਵਿੱਚ ਤਾਰ ਨੂੰ ਸੱਜੇ ਪਾਸੇ ਲਿਜਾਇਆ ਜਾਂਦਾ ਅਤੇ ਇਸ ਵਕਤ ਤਾਰ ਨੂੰ ਖੜਾ ਰੈਸਟ 'ਤੇ ਰੱਖਿਆ ਜਾਂਦਾ। ਸਿਰਫ ਚੁੰਬਕ ਨੂੰ ਇੱਧਰ ਨੂੰ ਚਲਾਇਆ ਜਾਂਦਾ ਲੈਫਟ ਸਾਈਡ ਨੂੰ, ਉਹ ਵੀ ਇੱਕੋ ਗੱਲ ਹੈ। ਦੂਜੇ ਸ਼ਬਦਾਂ ਵਿੱਚ ਪ੍ਰਾਈਮ ਕੀਤੀ ਫਰੇਮ ਦੇ ਵਿੱਚ ਇਲੈਕਟ੍ਰਿਕ ਫੀਲਡ EY ਉਹੀ ਪ੍ਰਭਾਵ ਪਾਉਂਦੀ ਹੈ ਜੋ ਬਗੈਰ ਪ੍ਰਾਈਮ ਕੀਤੀ ਫਰੇਮ ਦੇ ਵਿੱਚ ਲਾਰੈਂਸ ਫੋਰਸ ਜਿਹੜਾ ਪ੍ਰਭਾਵ ਪਾਉਂਦਾ ਸੀ, ਉਹੀ ਹੁਣ ਇਲੈਕਟ੍ਰਿਕ ਫੀਲਡ ਪ੍ਰਭਾਵ ਪਾਏਗੀ EY। ਇਸ ਸਰਲ ਸੋਚ ਪ੍ਰਯੋਗ ਦੇ ਰਾਹੀਂ ਆਇਨਸਟਾਈਨ ਨੇ ਇਹ ਤੱਥ ਵੀ ਉਤਪੰਨ ਕੀਤਾ ਸੀ ਕਿ ਲਾਰੈਂਸ ਦੇ ਟਰਾਂਸਫਰਮੇਸ਼ਨ ਦੇ ਅਧੀਨ ਮੈਗਨੈਟਿਕ ਫੀਲਡਾਂ ਜ਼ਰੂਰ ਇਲੈਕਟ੍ਰਿਕ ਫੀਲਡ ਦੇ ਵਿੱਚ ਬਦਲ ਜਾਣੀਆਂ ਚਾਹੀਦੀਆਂ ਹਨ। ਇਸ ਅਨੁਮਾਨ ਦੀ E ਵੈਕਟਰ ਅਤੇ B ਵੈਕਟਰ ਦੀਆਂ ਟਰਾਂਸਫਰਮੇਸ਼ਨ ਵਿਸ਼ੇਸ਼ਤਾਵਾਂ ਦੇ ਨਾਲ ਕਿਵੇਂ ਤੁਲਨਾ ਕੀਤੀ ਜਾਂਦੀ ਹੈ ਜਦੋਂ ਇਹ ਇੱਕ ਐਂਟੀ ਸਮਿਟ੍ਰਿਕ ਟੈਂਸਰ F/μ ਦੇ ਕੰਪੋਨੈਂਟਾਂ ਵਜੋਂ ਦੇਖੇ ਜਾਂਦੇ ਹਨ। ਤਾਂ ਜਿਹੜਾ ਇਹ ਆਇਨਸਟਾਈਨ ਦੀ ਉਦਾਹਰਨ ਹੈ, ਇਸ ਦੇ ਵਿੱਚ ਇਲੈਕਟ੍ਰਿਕ ਫੀਲਡ ਅਤੇ ਮੈਗਨੈਟਿਕ ਫੀਲਡ ਦੀਆਂ ਜਿਹੜੀਆਂ ਤਬਦੀਲੀਆਂ
ਤਬਦੀਲੀਆਂ ਦੀਆਂ ਵਿਸ਼ੇਸ਼ਤਾਵਾਂ ਦੇ ਨਾਲ ਕਿਵੇਂ ਤੁਲਨਾ ਕੀਤੀ ਜਾਏਗੀ ਇਸ ਉਦਾਹਰਨ ਦੇ ਨਾਲ ਕਿ ਜਦੋਂ ਇਹ ਇੱਕ ਜਿਹੜੀਆਂ ਈ ਤੇ ਬੀ ਨੇ ਇਹ ਇਲੈਕਟ੍ਰਿਕ ਇੱਕ ਐਂਟੀ ਸਿਮੈਟ੍ਰਿਕ ਟੈਂਸਰ ਐਫ ਮਿਊ ਨਿਊ ਦੇ ਕੰਪੋਨੈਂਟਾਂ ਵਜੋਂ ਦੇਖੀਆਂ ਜਾਂਦੀਆਂ ਨੇ ਦੋਵੇਂ ਫੀਲਡਾਂ। ਟੈਂਸਰ ਐਫ ਮਿਊ ਨਿਊ ਦੇ ਕੰਪੋਨੈਂਟ ਇਹ ਹੁੰਦੇ ਆ, ਐਫ ਮਿਊ ਨਿਊ ਦੇ ਕੰਪੋਨੈਂਟ ਜਿਵੇਂ ਅਸੀਂ ਪਹਿਲਾਂ ਪੜ੍ਹੇ ਆ ਪਿਛਲੇ 6ਵੇਂ ਲੈਕਚਰ ਵਿੱਚ ਕਿ ਇਹ ਉੱਪਰ ਇਲੈਕਟ੍ਰਿਕ ਫੀਲਡ ਦੇ ਕੰਪੋਨੈਂਟ ਨੇ ਈ ਐਕਸ ਈ ਵਾਈ ਤੇ ਈ ਜ਼ੈਡ ਮਾਈਨਸ ਵਾਲੇ ਨੇ ਕਿਉਂਕਿ ਮਿਊ ਨਿਊ ਥੱਲੇ ਵਾਲਾ ਲਿਆ ਗਿਆ ਤੇ ਇੱਧਰ ਲੈਫਟ ਸਾਈਡ ਈ ਐਕਸ ਈ ਵਾਈ ਤੇ ਈ ਜ਼ੈਡ ਕੰਪੋਨੈਂਟ ਨੇ ਇਸਦੇ ਇਹ ਕਾਲਮ ਵੈਕਟਰ ਵਿੱਚ ਤੇ ਇੱਧਰ 3 ਜਿਹੜੇ ਬਾਕੀ ਦੇ 9 ਸਪੇਸਾਂ ਦੇ ਵਿੱਚ ਜ਼ਿਆਦਾਤਰ ਮੈਗਨੈਟਿਕ ਫੀਲਡ ਆ, ਡਾਇਗਨਲ ਐਲੀਮੈਂਟ ਸਾਰੇ 0 ਹੈ ਤੇ ਇਹ ਫੀਲਡ ਟੈਂਸਰ ਹੈ ਇਲੈਕਟ੍ਰੋਮੈਗਨੈਟਿਕ ਟੈਂਸਰ। ਅਸੀਂ ਪਤਾ ਕਰਨਾ ਚਾਹੁੰਦੇ ਹਾਂ ਕਿ ਇਹ ਕੰਪੋਨੈਂਟ ਕਿਵੇਂ ਤਬਦੀਲ ਹੁੰਦੇ ਆ ਜਦੋਂ ਅਸੀਂ ਰੈਫਰੈਂਸ ਦੀ ਇੱਕ ਫਰੇਮ ਤੋਂ ਦੂਜੀ ਵੱਲ ਜਾਂਦੇ ਹਾਂ। ਰੈਫਰੈਂਸ ਦੀ ਇੱਕ ਫਰੇਮ ਦੇ ਵਿੱਚ ਪਿੱਛੇ ਦਿੱਤਾ ਫੀਲਡ ਟੈਂਸਰ ਹੈ ਜੋ ਇਹ ਵਾਲਾ ਇਹ ਟੈਂਸਰ ਦਿੱਤਾ ਹੋਣ ਤੇ ਇਹ ਐਕਸ ਐਕਸਿਸ ਦੀ ਪੋਜ਼ਿਟਿਵ ਦਿਸ਼ਾ ਦੇ ਵਿੱਚ ਗਤੀ ਕਰ ਰਹੇ ਇੱਕ ਅਬਜ਼ਰਵਰ ਦੇ ਪ੍ਰਤੀ ਇਹ ਕਿਵੇਂ ਦਿਸੇਗਾ। ਗਤੀਸ਼ੀਲ ਫਰੇਮ ਦੇ ਵਿੱਚ ਫੀਲਡ ਟੈਂਸਰ ਦੇ ਨਵੇਂ ਕੰਪੋਨੈਂਟ ਕੀ ਹੁੰਦੇ ਹਨ। ਇਹ ਪਤਾ ਕਰਨ ਲਈ ਸਾਨੂੰ 2 ਇੰਡੈਕਸਾਂ ਵਾਲੇ ਟੈਂਸਰਾਂ ਨੂੰ ਟਰਾਂਸਫਰਮੇਸ਼ਨ ਕਰਨ ਵਾਸਤੇ ਨਿਯਮਾਂ ਨੂੰ ਯਾਦ ਕਰਨਾ ਪਏਗਾ। ਆਓ ਇੱਕ ਜ਼ਿਆਦਾ ਸਰਲ ਟੈਂਸਰ 4 ਵੈਕਟਰਾਂ ਅਤੇ ਖਾਸ ਕਰਕੇ 4 ਵੈਕਟਰ ਐਕਸ ਮਿਊ ਦੇ ਵੱਲ ਵਾਪਸ ਚੱਲੀਏ। 4 ਵੈਕਟਰ ਸਿਰਫ ਇੱਕ ਇੰਡੈਕਸ ਵਾਲੇ ਟੈਂਸਰ ਹੁੰਦੇ ਆ। ਅਸੀਂ ਜਾਣਦੇ ਹਾਂ ਕਿ 4 ਵੈਕਟਰ ਲੋਰੈਂਟਸ ਦੇ ਰਾਹੀਂ ਬਦਲਦੇ ਆ, ਲੋਰੈਂਟਸ ਟਰਾਂਸਫਰਮੇਸ਼ਨ ਰਾਹੀਂ ਇਹ ਅਸੀਂ ਪਹਿਲਾਂ ਪੜ੍ਹੀਆਂ ਜਿਵੇਂ ਟੀ ਪ੍ਰਾਈਮ ਹੈ ਜਿਹੜਾ ਇਹ ਟੀ ਮਾਈਨਸ ਵੀ ਐਕਸ ਡਿਵਾਈਡ ਬਾਏ 1 ਮਾਈਨਸ ਵੀ ਸਕੇਅਰ ਹੁੰਦਾ, ਐਕਸ ਪ੍ਰਾਈਮ ਐਕਸ ਮਾਈਨਸ ਵੀ ਟੀ ਡਿਵਾਈਡ ਬਾਏ 1 ਮਾਈਨਸ ਵੀ ਸਕੇਅਰ ਹੁੰਦਾ, ਵਾਈ ਪ੍ਰਾਈਮ ਤੇ ਜ਼ੈਡ ਪ੍ਰਾਈਮ ਨੂੰ ਕੋਈ ਫਰਕ ਨਹੀਂ ਪੈਂਦਾ, ਇਹ ਸੇਮ ਹੀ ਹੁੰਦੇ ਆ ਵਾਈ ਤੇ ਜ਼ੈਡ। ਜਿਵੇਂ ਅਸੀਂ ਲੈਕਚਰ 6 ਉਦਾਹਰਨ ਲਈ ਇਕੁਏਸ਼ਨ ਏ ਪ੍ਰਾਈਮ ਮਿਊ ਇਜ਼ ਇਕੁਅਲ ਟੂ ਐਲ ਮਿਊ ਨਿਊ ਏ ਨਿਊ 6.3 ਨੰਬਰ ਇਕੁਏਸ਼ਨ ਜਿਵੇਂ ਅਸੀਂ ਇਸ ਦੇ ਵਿੱਚ ਦੇਖਿਆ ਕਿ ਆਇਨਸਟਾਈਨ ਸਮੇਸ਼ਨ ਕਨਵੈਨਸ਼ਨ ਵਰਤਦੇ ਹੋਏ ਅਸੀਂ ਇਹਨਾਂ ਇਕੁਏਸ਼ਨਾਂ ਨੂੰ ਇੱਕ ਮੈਟ੍ਰਿਕਸ ਐਕਸਪ੍ਰੈਸ਼ਨ ਦੇ ਵਜੋਂ ਵਿਵਸਥਿਤ ਕਰ ਸਕਦੇ ਹਾਂ। ਅਸੀਂ ਮੈਟ੍ਰਿਕਸ ਐਲ ਮਿਊ ਨਿਊ ਪੇਸ਼ ਕੀਤਾ ਸੀ ਜੋ ਐਕਸ ਐਕਸਸ ਦੇ ਨਾਲ ਇੱਕ ਸਰਲ ਲੋਰੈਂਟਸ ਟਰਾਂਸਫਰਮੇਸ਼ਨ ਦਾ ਵੇਰਵਾ ਪਕੜਦਾ ਹੈ। ਇਹ ਨੋਟੇਸ਼ਨ ਵਰਤਦੇ ਹੋਏ ਅਸੀਂ ਟਰਾਂਸਫਰਮੇਸ਼ਨ ਨੂੰ ਇੰਜ ਲਿਖਿਆ ਸੀ ਐਕਸ ਪ੍ਰਾਈਮ ਮਿਊ ਇਜ਼ ਇਕੁਅਲ ਟੂ ਐਲ ਮਿਊ ਨਿਊ ਐਕਸ ਨਿਊ, ਜਿੱਥੇ ਨਿਊ ਇੱਕ ਸਮੇਸ਼ਨ ਇੰਡੈਕਸ ਹੁੰਦਾ ਹੈ। ਇਹ 4 ਲੋਰੈਂਟਸ ਟਰਾਂਸਫਰਮੇਸ਼ਨ ਇਕੁਏਸ਼ਨਾਂ ਦੇ ਪਿੱਛੇ ਲਿਖੇ ਸੈੱਟ ਦੇ ਲਈ ਠੀਕ ਸ਼ਾਰਟ ਹੈਂਡ ਹੁੰਦਾ ਇਹ ਜਿਹੜਾ ਇਹ ਜਿਹੜੀ ਅਸੀਂ ਇਕੁਏਸ਼ਨ ਪੜ੍ਹੀ ਹੈ ਤੇ ਇਹ ਇਸ ਤਰ੍ਹਾਂ ਦੀ ਇਕੁਏਸ਼ਨ ਹੈ 6.4 ਜੋ ਅਸੀਂ ਪਹਿਲਾਂ ਦੇਖੀ ਹੈ ਕਿ ਇਹਦੇ ਵਿੱਚ ਟੀ ਪ੍ਰਾਈਮ ਹੈ ਜਿਹੜੀ ਤੇ ਐਕਸ ਪ੍ਰਾਈਮ ਤੇ ਵਾਈ ਜ਼ੈਡ ਤੇ ਜ਼ੈਡ ਪ੍ਰਾਈਮ ਇਹ ਵਾਲੇ ਸਾਰੇ ਇਹ ਇਸ ਤਰ੍ਹਾਂ ਨਾਲ ਇੱਕ ਇਹ ਐਲ ਮਿਊ ਨਿਊ ਹੈ ਸਾਡਾ ਸਾਰਾ ਮੈਟ੍ਰਿਕਸ ਇਹ ਜਦੋਂ ਇਸ ਦੇ ਉੱਤੇ ਆਪਰੇਟ ਕਰਦਾ ਟੀ ਐਕਸ ਵਾਈ ਜ਼ੈਡ ਵਾਲੇ ਕਾਲਮ ਵੈਕਟਰ ਤੇ ਤਾਂ ਇਹ ਸਾਨੂੰ ਇਹ 4 ਇਕੁਏਸ਼ਨਾਂ ਦਿੰਦਾ। ਇਹ ਇਸ ਦੇ ਲਈ ਸ਼ਾਰਟ ਹੈਂਡ ਐਲ ਮਿਊ ਨਿਊ ਵਾਲਾ ਜਿਹੜਾ ਸਾਰਾ ਇਹ ਪੂਰਾ ਇਕੁਏਸ਼ਨ ਜੋ ਅਸੀਂ ਪਹਿਲਾਂ ਪੜ੍ਹੀ ਹੈ। ਅਸੀਂ ਦੇਖਿਆ ਕਿ ਇਹ ਇਕੁਏਸ਼ਨ ਮੈਟ੍ਰਿਕਸ ਰੂਪ ਦੇ ਵਿੱਚ ਇਸ ਤਰ੍ਹਾਂ ਨਾਲ ਦਿਸਦੀ ਹੈ। ਇੱਥੇ ਇਸ ਇਕੁਏਸ਼ਨ ਦਾ ਜ਼ਰਾ ਸੋਧਿਆ ਹੋਇਆ ਸੰਸਕਰਣ ਵਰਜ਼ਨ ਹੈ ਜਿਸ ਦੇ ਵਿੱਚ ਟੀ ਐਕਸ ਵਾਈ ਜ਼ੈਡ ਨੂੰ ਐਕਸ ਨੋਟ ਐਕਸ 1 ਐਕਸ 2 ਐਕਸ 3 ਦੇ ਨਾਲ ਬਦਲਿਆ ਗਿਆ ਕਿਉਂਕਿ ਪਹਿਲਾਂ ਅਸੀਂ 6.4 ਜੋ ਪੜ੍ਹੀ ਸੀਗੀ ਇਸ ਦੇ ਵਿੱਚ ਟੀ ਪ੍ਰਾਈਮ ਐਕਸ ਪ੍ਰਾਈਮ ਦੀ ਜਗ੍ਹਾ ਇਹ ਤੇ ਐਕਸ 0 ਐਕਸ 1 ਐਕਸ 2 ਐਕਸ 3 ਇਹ ਯੂਜ਼ ਕੀਤੇ ਜਾਣਗੇ। ਹੁਣ 2 ਇੰਡੈਕਸਾਂ ਵਾਲੇ ਇੱਕ ਟੈਂਸਰ ਨੂੰ ਅਸੀਂ ਕਿਵੇਂ ਤਬਦੀਲ ਕਰਦੇ ਹਾਂ। ਤਾਂ ਇਹ ਅਸੀਂ ਇੱਥੇ ਇੱਕ ਇਸ ਤਰ੍ਹਾਂ ਦਾ ਇਹ ਜਿਹੜਾ ਪਹਿਲਾਂ ਇਕੁਏਸ਼ਨ ਦੇਖੀ ਹੈ ਹੁਣ ਇਸ ਦੇ ਨਾਲ ਸਿਰਫ ਟੀ ਐਕਸ ਵਾਈ ਜ਼ੈਡ ਨੂੰ ਐਕਸ ਨੋਟ ਟੀ ਐਕਸ 1 ਐਕਸ 2 ਐਕਸ 3 ਦੇ ਨਾਲ ਚੇਂਜ ਕਰਕੇ ਦੇ ਪ੍ਰਾਈਮ ਇੱਥੇ ਉੱਪਰ ਇਕੱਠਾ ਲਿਖਤਾ
ਕੱਲੇ-ਕੱਲੇ ਨੂੰ ਪ੍ਰਾਈਮ ਲਿਖਣ ਨਾਲੋਂ। ਤੇ ਇਹ ਇਸ ਤਰ੍ਹਾਂ ਨਾਲ ਇਸ ਦੇ ਉੱਤੇ ਇਸ ਐਲ ਮਿਊ ਨਿਊ ਦੇ ਇੱਧਰ ਆਪਰੇਟ ਕਰਨ ਦੇ ਨਾਲ ਸਾਨੂੰ ਇਹਦੇ ਪ੍ਰਾਈਮ ਕੰਪੋਨੈਂਟ ਮਿਲਦੇ ਆ x0 x1 x2 x3 ਦੇ ਪ੍ਰਾਈਮ ਕੰਪੋਨੈਂਟ ਇਸ ਤਰ੍ਹਾਂ ਨਾਲ ਸਾਨੂੰ ਇਸ ਰਿਲੇਸ਼ਨ ਦੇ ਨਾਲ ਮਿਲਦੇ ਆ। 8.1 ਨੰਬਰ ਇਕੁਏਸ਼ਨ ਹੈ। ਇਸ ਉਦਾਹਰਨ ਦੇ ਲਈ ਮੈਂ ਫੀਲਡ ਟੈਂਸਰ ਦਾ ਉੱਪਰਲੇ ਇੰਡੈਕਸ ਵਾਲਾ ਸੰਸਕਰਨ ਵਰਤਾਂਗਾ, ਐਫ ਮਿਊ ਨਿਊ ਸੁਪਰਸਕ੍ਰਿਪਟ ਵਾਲਾ। ਇਸ ਦੇ ਵਿੱਚ ਇਹ ਸਬਸਕ੍ਰਿਪਟ ਵਾਲਾ ਉੱਪਰ ਲਿਖਿਆ ਗਿਆ, ਮਾਈਨਸ ਵਾਲੇ ਇਲੈਕਟ੍ਰਿਕ ਫੀਲਡ ਦੇ ਜਿਹੜੇ ਕੰਪੋਨੈਂਟ ਉੱਪਰ ਨੇ। ਇਸ ਦੇ ਵਿੱਚ ਜਦੋਂ ਐਫ ਮਿਊ ਨਿਊ ਉੱਪਰ ਵਾਲਾ ਲਵਾਂਗੇ ਅਸੀਂ ਤਾਂ ਇਹ ਉੱਪਰ ਐਕਸ ਈ ਦੇ ਈ ਐਕਸ ਈ ਵਾਈ ਈ ਜ਼ੈਡ ਜੋ ਇਲੈਕਟ੍ਰਿਕ ਫੀਲਡ ਦੇ ਕੰਪੋਨੈਂਟ ਨੇ ਇਹ ਉੱਪਰਲੀ ਸਾਈਡ ਪੋਜ਼ੀਟਿਵ ਨੇ ਅਤੇ ਇੱਧਰ ਕਾਲਮ ਵਾਲੀ ਸਾਈਡ ਨੈਗੇਟਿਵ ਨੇ। ਇਸ ਦੇ ਵਿੱਚ ਕਾਲਮ ਵਾਲੀ ਸਾਈਡ ਪੋਜ਼ੀਟਿਵ ਹੈ। ਐਫ ਮਿਊ ਨਿਊ ਇਹ ਸਬਸਕ੍ਰਿਪਟ ਵਾਲਾ, ਇਹ ਇਸ ਨੂੰ ਸਬਸਕ੍ਰਿਪਟ ਵਾਲੇ ਨੂੰ ਕੋਵੇਰੀਐਂਟ ਕਹਿੰਦੇ ਨੇ, ਇਸ ਨੂੰ ਕੰਟਰਾਵੇਰੀਏਟ ਵਰਜ਼ਨ ਕਹਿੰਦੇ ਆ। ਮੈਂ ਆਸਾਨੀ ਲਈ ਉੱਪਰਲੇ ਇੰਡੈਕਸ ਵਾਲਾ ਸੰਸਕਰਨ ਇਕੁਏਸ਼ਨ 6.42 ਸੀਗੀ ਜੋ ਇਸ ਨੂੰ ਚੁਣਿਆ, ਕਿਉਂਕਿ ਉੱਪਰਲੇ ਇੰਡੈਕਸਾਂ ਵਾਲੀਆਂ ਚੀਜ਼ਾਂ ਨੂੰ ਬਦਲਣ ਦੇ ਨਿਯਮ ਸਾਡੇ ਕੋਲ ਪਹਿਲਾਂ ਹੀ ਹੁੰਦੇ ਆ। ਲਾਰੈਂਸ ਟਰਾਂਸਫਰਮੇਸ਼ਨ ਦੀ ਕਿਸਮ ਹੀ ਅਸੀਂ ਉੱਪਰਲੇ ਇੰਡੈਕਸਾਂ ਵਾਲੀਆਂ ਚੀਜ਼ਾਂ ਉੱਤੇ ਆਪਰੇਟ ਕਰਨ ਦੇ ਲਈ ਸੈੱਟ ਵਰਤਦੇ ਰਹੇ ਹਾਂ। ਦੋ ਉੱਪਰਲੇ ਇੰਡੈਕਸਾਂ ਵਾਲੀ ਇੱਕ ਚੀਜ਼ ਨੂੰ ਤੁਸੀਂ ਕਿਵੇਂ ਤਬਦੀਲ ਕਰਦੇ ਹੋ? ਇਹ ਤਕਰੀਬਨ ਉਸੇ ਤਰ੍ਹਾਂ ਤਬਦੀਲ ਕਰਦੇ ਆ ਜਿਵੇਂ ਇੱਕ ਸਿੰਗਲ ਇੰਡੈਕਸ ਚੀਜ਼ ਨੂੰ ਟਰਾਂਸਫਾਰਮ ਕਰਨਾ ਹੁੰਦਾ ਹੈ। ਜਿੱਥੇ ਸਿੰਗਲ ਇੰਡੈਕਸ ਟਰਾਂਸਫਰਮੇਸ਼ਨ ਨਿਯਮ ਇਹ ਹੁੰਦਾ ਹੈ, ਇਹ ਐਕਸ ਪ੍ਰਾਈਮ ਦਾ ਮਿਊ ਹੈ ਜੋ ਇਹ ਐਕਸ ਸਿਗਮਾ ਦੇ ਨਾਲ ਐਲ ਮਿਊ ਸਿਗਮਾ ਮੈਟ੍ਰਿਕਸ ਨੂੰ ਆਪਰੇਟ ਕਰਕੇ ਬਣਦਾ। ਜਦੋਂ ਇਹ ਐਲ ਮਿਊ ਸਿਗਮਾ ਐਕਸ ਮਿਊ ਦੇ ਉੱਤੇ ਆਪਰੇਟ ਕਰਦਾ ਤਾਂ ਇਹ ਸਾਨੂੰ ਐਕਸ ਦੇ ਮਿਊ ਦੇ ਪ੍ਰਾਈਮ ਕੰਪੋਨੈਂਟ ਦਿੰਦਾ। ਜਿੱਥੇ ਸਮੇਸ਼ਨ ਇੰਡੈਕਸ ਸਿਗਮਾ, ਦੋ ਇੰਡੈਕਸ ਟਰਾਂਸਫਰਮੇਸ਼ਨ ਨਿਯਮ ਇਹ ਹੁੰਦਾ। ਅਗਰ ਅਸੀਂ ਇਸ ਨੂੰ ਦੋ ਇੰਡੈਕਸ ਵਾਲੀ ਟਰਾਂਸਫਰਮੇਸ਼ਨ ਦੇ ਵਿੱਚ ਦੇਖਣਾ ਹੋਵੇ ਤਾਂ ਇਸ ਤਰ੍ਹਾਂ ਦੇਖਿਆ ਜਾ ਸਕਦਾ। ਐਫ ਪ੍ਰਾਈਮ ਮਿਊ ਨਿਊ ਹੈ ਜੋ ਐਫ ਮਿਊ ਨਿਊ ਦੇ ਜਿਹੜੇ ਪ੍ਰਾਈਮ ਕੰਪੋਨੈਂਟ ਨੇ ਇਹ ਇੱਥੇ ਦੋ ਮੈਟ੍ਰਿਕਸ ਯੂਜ਼ ਕੀਤੇ ਜਾਣਗੇ, ਐਲ ਮਿਊ ਸਿਗਮਾ ਐਲ ਨਿਊ ਟਾਓ, ਅਤੇ ਇੱਧਰ ਐਲ ਸਿਗਮਾ ਟਾਓ ਵਾਲਾ ਟੈਂਸਰ ਇੱਥੇ ਯੂਜ਼ ਹੋਏਗਾ। ਇਸ ਦੇ ਵਿੱਚ ਸਿਰਫ ਸਿਗਮਾ ਇੱਕ ਥੱਲੇ ਤਾਰਿਆ ਹੋਇਆ, ਇਹਦੇ ਵਿੱਚ ਟਾਓ ਥੱਲੇ ਤਾਰਿਆ ਹੋਇਆ, ਅਤੇ ਇੱਥੇ ਸਿਗਮਾ ਅਤੇ ਟਾਓ ਦਾ ਜਿਹੜਾ ਇੱਕ ਟੈਂਸਰ ਹੈ ਇਹ ਐਲ ਸਿਗਮਾ ਟਾਓ ਐਫ ਮਿਊ ਨਿਊ ਦੀ ਜਗ੍ਹਾ ਯੂਜ਼ ਕੀਤਾ ਗਿਆ। 8.2 ਨੰਬਰ ਇਕੁਏਸ਼ਨ ਹੈ। ਜਿਸ ਦੇ ਵਿੱਚ ਦੋ ਸਮੇਸ਼ਨ ਇੰਡੈਕਸ ਸਿਗਮਾ ਅਤੇ ਟਾਓ ਹੈ। ਦੂਜੇ ਸ਼ਬਦਾਂ ਵਿੱਚ ਅਸੀਂ ਠੀਕ ਸਿੰਗਲ ਇੰਡੈਕਸ ਟਰਾਂਸਫਰਮੇਸ਼ਨ ਨੂੰ ਦੋ ਵਾਰੀ ਟਰਾਂਸਫਾਰਮ ਕੀਤਾ। ਮੂਲ ਚੀਜ਼ ਐਫ ਸਿਗਮਾ ਟਾਓ ਇੱਥੇ ਹੈਗੀ ਹੈ, ਜਿਵੇਂ ਇਹ ਟਰਾਂਸਫਰਮੇਸ਼ਨ ਇਕੁਏਸ਼ਨ ਦੇ ਵਿੱਚ ਇੱਕ ਸਮੇਸ਼ਨ ਇੰਡੈਕਸ ਹੀ ਹੁੰਦਾ। ਹਰੇਕ ਇੰਡੈਕਸ ਸਿਗਮਾ ਅਤੇ ਟਾਓ ਬਿਲਕੁਲ ਉਸੇ ਤਰ੍ਹਾਂ ਬਦਲਦੇ ਆ ਜਿਵੇਂ ਸਿਰਫ ਇੱਕੋ ਇੰਡੈਕਸ ਨੇ ਬਦਲਣਾ ਹੋਵੇ। ਜੇਕਰ ਤੁਹਾਡੇ ਕੋਲ ਜ਼ਿਆਦਾ ਇੰਡੈਕਸਾਂ ਵਾਲੀ ਕੋਈ ਚੀਜ਼ ਹੋਵੇ ਜੋ ਕਿਸੇ ਵੀ ਗਿਣਤੀ ਦੇ ਇੰਡੈਕਸਾਂ ਵਾਲੀ ਹੋ ਸਕਦੀ ਹੈ, ਨਿਯਮ ਇਹੀ ਰਹੇਗਾ, ਤੁਸੀਂ ਹਰੇਕ ਇੰਡੈਕਸ ਨੂੰ ਇਸੇ ਤਰੀਕੇ ਨਾਲ ਹੀ ਬਦਲਦਾ। ਇਹ ਟੈਂਸਰਾਂ ਨੂੰ ਤਬਦੀਲ ਕਰਨ ਦੇ ਲਈ ਨਿਯਮ ਹੁੰਦਾ। ਆਓ ਇਸ ਨੂੰ ਐਫ ਮਿਊ ਨਿਊ ਦੇ ਲਈ ਟਰਾਈ ਕਰੀਏ ਅਤੇ ਦੇਖੀਏ ਜੇਕਰ ਅਸੀਂ ਖੋਜ ਸਕਦੇ ਹੋਈਏ ਕਿ ਵਾਈ ਐਕਸਿਸ ਦੇ ਵੱਲ ਇੱਕ ਇਲੈਕਟ੍ਰਿਕ ਫੀਲਡ ਹੈਗੀ ਕਿ ਨਹੀਂ ਹੈਗੀ। ਤਾਂ ਇਹ ਸਾਡੀ ਟੈਂਸਰ ਨੂੰ ਚੇਂਜ ਕਰਨ ਦੀ ਇਕੁਏਸ਼ਨ ਹੈ। ਐਫ ਪ੍ਰਾਈਮ ਮਿਊ ਨਿਊ ਇਜ਼ ਇਕੁਅਲ ਟੂ ਐਲ ਮਿਊ ਸਿਗਮਾ ਐਲ ਨਿਊ ਟਾਓ ਐਲ ਸਿਗਮਾ ਟਾਓ। ਦੂਜੇ ਸ਼ਬਦਾਂ ਵਿੱਚ ਆਓ ਪ੍ਰਾਈਮ ਕੀਤੀ ਫਰੇਮ ਦੇ ਵਿੱਚ ਇਲੈਕਟ੍ਰਿਕ ਫੀਲਡ ਈ ਪ੍ਰਾਈਮ ਵਾਈ ਦਾ ਵਾਈ ਕੰਪੋਨੈਂਟ ਪਤਾ ਕਰੀਏ। ਤਾਂ ਈ ਪ੍ਰਾਈਮ ਵਾਈ ਹੈ ਜਿਹੜਾ ਇਹ ਐਫ ਦਾ ਇੱਥੇ ਜਿਹੜਾ ਐਫ ਮਿਊ ਨਿਊ ਆ ਇਸ ਦੇ ਵਿੱਚ ਕਿਉਂਕਿ ਇਲੈਕਟ੍ਰਿਕ ਫੀਲਡ ਪਹਿਲਾ ਜ਼ੀਰੋ ਵਾਲਾ ਇੰਡੈਕਸ ਰੱਖਦੀ ਹੈ ਤਾਂ ਇੱਥੇ ਮਿਊ ਆ ਜਿਹੜਾ ਇੱਥੇ ਜ਼ੀਰੋ ਰਹੇਗਾ। ਸਿਰਫ ਨਿਊ ਦੇ ਉੱਤੇ ਸਮੇਸ਼ਨ ਹੋਣੀ ਹੈ, ਤਾਂ ਕਰਕੇ ਐਫ ਜ਼ੀਰੋ ਨਿਊ ਦਾ ਪ੍ਰਾਈਮ ਜਿਹੜਾ ਟੈਂਸਰ ਦੇ ਵਿੱਚ ਇਸ ਨੂੰ ਇਸ ਤਰ੍ਹਾਂ ਨਾਲ ਲਿਖਿਆ ਜਾਏਗਾ। ਈ ਪ੍ਰਾਈਮ ਜੋ ਹੈ
ਇਹ ਐਫ ਜ਼ੀਰੋ ਨਿਊ ਵਾਲੇ ਦਾ ਪ੍ਰਾਈਮ ਜ਼ੀਰੋ ਨਿਊ ਵਾਲੇ ਪ੍ਰਾਈਮ ਕੰਪੋਨੈਂਟ ਨੇ ਤੇ ਮੂਲ ਬਗੈਰ ਪ੍ਰਾਈਮ ਕੀਤੇ ਫੀਲਡ ਟੈਂਸਰ ਐਫ ਨਿਊ ਬਾਰੇ ਅਸੀਂ ਕੀ ਜਾਣਦੇ ਹਾਂ ਜਿਵੇਂ ਇਹ ਆਇਨਸਟਾਈਨ ਦੀ ਉਦਾਹਰਨ ਦੇ ਪ੍ਰਤੀ ਲਾਗੂ ਹੁੰਦਾ ਹੈ। ਅਸੀਂ ਜਾਣਦੇ ਹਾਂ ਕਿ ਗੈਰ ਪ੍ਰਾਈਮ ਕੀਤੇ ਜ਼ੈਡ ਐਕਸਿਸ ਦੇ ਵੱਲ ਇੱਕ ਸ਼ੁੱਧ ਮੈਗਨੈਟਿਕ ਫੀਲਡ ਪ੍ਰਸਤੁਤ ਕਰਦਾ ਹੈ। ਇਸ ਲਈ ਐਫ ਸਿਗਮਾ ਟਾਓ ਕੇਵਲ ਇੱਕ ਗੈਰ ਜ਼ੀਰੋ ਕੰਪੋਨੈਂਟ ਐਫ ਐਕਸ ਵਾਈ ਰੱਖਦਾ ਜੋ ਬੀ ਜ਼ੈਡ ਦੇ ਨਾਲ ਸੰਬੰਧਿਤ ਹੁੰਦਾ ਹੈ। ਐਂਟੀਸਿਮੈਟ੍ਰਿਕ ਕੰਪੋਨੈਂਟ ਐਫ ਵਾਈ ਐਕਸ ਇਜ਼ ਇਕੁਅਲ ਟੂ ਮਾਈਨਸ ਐਫ ਐਕਸ ਵਾਈ ਵੀ ਗੈਰ ਜ਼ੀਰੋ ਹੈ, ਪਰ ਇਹ ਕੋਈ ਨਵੀਂ ਜਾਣਕਾਰੀ ਨਹੀਂ ਜੋੜਦਾ। ਇਕੁਏਸ਼ਨ 8.2 ਦਾ ਪੈਟਰਨ ਅਪਣਾਉਂਦੇ ਹੋਏ ਅਸੀਂ ਲਿਖ ਸਕਦੇ ਹਾਂ ਈ ਪ੍ਰਾਈਮ ਵਾਈ ਇਜ਼ ਇਕੁਅਲ ਟੂ ਐਫ ਪ੍ਰਾਈਮ ਜ਼ੀਰੋ ਵਾਈ ਇਜ਼ ਇਕੁਅਲ ਟੂ ਐਲ ਜ਼ੀਰੋ ਐਕਸ ਐਲ ਵਾਈ ਵਾਈ ਐਫ ਐਕਸ ਵਾਈ। 8.3 ਨੰਬਰ 3 ਨੰਬਰ ਕੁਐਸਚਨ ਹੈ। ਇਸ ਦੇ ਵਿੱਚ ਐਲ ਐਫ ਮਿਊ ਨਿਊ ਇਹਦੇ ਵਿੱਚ ਅਸੀਂ ਐਫ ਪ੍ਰਾਈਮ ਜ਼ੀਰੋ ਵਾਈ ਲਿਆ ਕਿਉਂਕਿ ਇਲੈਕਟ੍ਰਿਕ ਫੀਲਡ ਆ ਇਹ ਅਤੇ ਇਹ ਪਹਿਲੇ ਇੰਡੈਕਸ ਵਿੱਚ ਹੁੰਦੀ ਹੈ ਅਤੇ ਦੂਜਾ ਕੰਪੋਨੈਂਟ ਇਸਦਾ ਅਸੀਂ ਵਾਈ ਪਤਾ ਕਰਨਾ ਹੈ, ਇਸ ਲਈ ਇਸ ਨੂੰ ਅਸੀਂ ਐਫ ਮਿਊ ਜ਼ੀਰੋ ਵਾਈ ਲਿਆ ਅਤੇ ਇੱਧਰ ਜ਼ੀਰੋ ਵਾਈ ਉੱਪਰੇ ਰੱਖਾਂਗੇ ਇਸ ਦੇ ਐਲ ਦੇ ਸੁਪਰਸਕ੍ਰਿਪਟ ਵਿੱਚ ਅਤੇ ਸਬਸਕ੍ਰਿਪਟਾਂ ਵਿੱਚ ਅਸੀਂ ਐਕਸ ਵਾਈ ਯੂਜ਼ ਕਰਾਂਗੇ ਅਤੇ ਐਫ ਐਕਸ ਵਾਈ ਦੇ ਨਾਲ ਇਸ ਨੂੰ ਗੁਣਾ ਕਰਾਂਗੇ। ਨੋਟ ਕਰੋ ਕਿ ਇੰਡੈਕਸ ਉਸੇ ਤਰੀਕੇ ਨਾਲ ਮੈਚ ਕਰਦੇ ਹਾਂ ਜਿਵੇਂ ਇਕੁਏਸ਼ਨ 8.2 ਦੇ ਵਿੱਚ ਇੰਡੈਕਸ ਮੈਚ ਕਰਦੇ ਹਾਂ, ਭਾਵੇਂ ਅਸੀਂ ਖੱਬੇ ਪਾਸੇ ਉੱਤੇ ਸਿਰਫ ਇੱਕੋ ਸਿੰਗਲ ਕੰਪੋਨੈਂਟ ਲੱਭ ਰਹੇ ਹਾਂ। ਸੱਜੇ ਪਾਸੇ ਉੱਤੇ ਸਮੇਸ਼ਨਾਂ ਇੱਕੋ ਸਿੰਗਲ ਰਕਮ ਤੱਕ ਸੁੰਗੜ ਜਾਂਦੀਆਂ। ਇਕੁਏਸ਼ਨ 8.1 ਦੇ ਵਿੱਚ ਮੈਟ੍ਰਿਕਸ ਵੱਲ ਇਸ਼ਾਰਾ ਕਰਨ ਰਾਹੀਂ ਅਸੀਂ ਟਰਾਂਸਫਰਮੇਸ਼ਨ ਇਕੁਏਸ਼ਨ 8.3 ਇਹ ਵਾਲੀ ਹੈ ਜੋ ਇਸ ਦੇ ਵਿੱਚ ਭਰਨ ਦੇ ਲਈ ਐਲ ਦੇ ਵਿਸ਼ੇਸ਼ ਐਲੀਮੈਂਟ ਪਛਾਣ ਸਕਦੇ ਹਾਂ। ਵਿਸ਼ੇਸ਼ ਤੌਰ 'ਤੇ ਅਸੀਂ ਦੇਖ ਸਕਦੇ ਹਾਂ ਕਿ ਐਲ ਜ਼ੀਰੋ ਐਕਸ ਇਜ਼ ਇਕੁਅਲ ਟੂ ਇਸ ਦੇ ਵਿੱਚ ਅਸੀਂ ਇਸਥੋਂ ਇਹ ਕੰਪੋਨੈਂਟ ਨੂੰ ਦੇਖ ਸਕਦੇ ਹਾਂ ਕਿ ਐਲ ਜ਼ੀਰੋ ਐਕਸ ਹੈ ਜੋ ਇਹ ਮਾਈਨਸ ਵੀ ਡਿਵਾਈਡ ਬਾਏ 1 ਮਾਈਨਸ ਵੀ ਸਕੇਅਰ ਇੱਥੇ ਇਹ ਵਾਲਾ ਕੰਪੋਨੈਂਟ ਹੈ ਕਿਉਂਕਿ ਇਹ ਜ਼ੀਰੋ ਹੈ ਇਹ ਐਕਸ ਹੈ ਅਤੇ ਇੱਧਰ ਪਹਿਲਾ ਕੰਪੋਨੈਂਟ ਉੱਪਰ ਵਾਲਾ ਐਲ ਜ਼ੀਰੋ ਇਹ ਹੈ ਅਤੇ ਇਹ ਦੂਜਾ ਕੰਪੋਨੈਂਟ ਹੈ ਮਾਈਨਸ ਵੀ ਕਿਉਂਕਿ ਜਿਹੜਾ ਐਕਸ ਹੁੰਦਾ ਇਹ ਐਕਸ ਵਨ ਵਾਲਾ ਅਤੇ ਇਸ ਇਕੁਏਸ਼ਨ ਤੋਂ ਅਸੀਂ ਇਹ ਕੰਪੋਨੈਂਟ ਦੋਨਾਂ ਇਕੁਏਸ਼ਨਾਂ ਨੂੰ ਮਲਟੀਪਲਾਈ ਤਾਂ ਇੱਥੇ ਕਰਨਾ ਲੇਕਿਨ ਇੱਥੇ ਜਿਹੜਾ ਐਲ ਜ਼ੀਰੋ ਐਕਸ ਵਾਲੇ ਕੰਪੋਨੈਂਟ ਨੇ ਇੱਥੇ ਅਸੀਂ ਦੇਖ ਸਕਦੇ ਹਾਂ ਕਿਹੜੇ ਕਿਹੜੇ ਆ ਅਤੇ ਐਲ ਵਾਈ ਵਾਈ ਇਜ਼ ਇਕੁਅਲ ਟੂ 1 ਹੈ। ਐਲ ਵਾਈ ਵਾਈ ਦਾ ਮਤਲਬ ਹੈ ਕਿ ਇੱਥੇ ਜਿਹੜਾ ਇਹ ਵਾਲਾ ਇੱਧਰ ਨੂੰ ਵੀ ਵਾਈ ਲਿਆਣਾ ਇੱਧਰ ਨੂੰ ਵੀ ਇੱਧਰ ਇਹ ਐਕਸ 2 ਲਵਾਂਗੇ ਅਸੀਂ ਅਤੇ ਦੂਜੀ ਸਾਈਡ ਇੱਧਰ ਇਸ ਦਾ ਇਹ ਇੱਥੇ ਇਹ ਵਾਲਾ ਕੰਪੋਨੈਂਟ ਹੈ 1। ਇਹਨਾਂ ਬਦਲੀਆਂ ਨੂੰ ਇਕੁਏਸ਼ਨ 8.3 ਦੇ ਵਿੱਚ ਲਾਗੂ ਕਰਦੇ ਹੋਏ ਇਹ ਨਤੀਜਾ ਮਿਲਦਾ ਕਿ ਈ ਪ੍ਰਾਈਮ ਵਾਈ ਇਜ਼ ਇਕੁਅਲ ਟੂ ਐਫ ਪ੍ਰਾਈਮ ਜ਼ੀਰੋ ਵਾਈ ਇਜ਼ ਇਕੁਅਲ ਟੂ ਮਾਈਨਸ ਵੀ ਡਿਵਾਈਡ ਬਾਏ 1 ਮਾਈਨਸ ਵੀ ਸਕੇਅਰ ਇਹ ਵਾਲਾ ਐਲ ਜ਼ੀਰੋ ਐਕਸ ਹੈ ਜੋ ਇੱਥੇ ਐਲ ਜ਼ੀਰੋ ਐਕਸ ਦੀ ਵੈਲਿਊ ਇਹ ਭਰਤੀ ਅਤੇ ਦੂਜਾ ਐਲ ਵਾਈ ਵਾਈ ਹੈ ਜੋ ਇਹ 1 ਹੈ ਇੱਥੇ 1 ਇਹ ਭਰਤਾ ਅਤੇ ਤੀਜਾ ਇਹਦਾ ਐਫ ਐਕਸ ਵਾਈ ਹੈ ਐਫ ਐਕਸ ਵਾਈ ਇੱਥੇ ਲਾਸਟ ਵਿੱਚ ਐਵੇਂ ਲਿਖਿਆ ਰਹੇਗਾ। ਤਾਂ ਜਾਂ ਫਿਰ ਇਸ ਨੂੰ ਇਸ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਇੱਧਰ ਐਫ ਐਕਸ ਵਾਈ ਅਸੀਂ ਮਾਈਨਸ ਵੀ ਦੇ ਉੱਪਰ ਇੱਥੇ ਲਿਖ ਸਕਦੇ ਹਾਂ ਅਸੀਂ, ਪਰ ਐਫ ਐਕਸ ਵਾਈ ਉਹੀ ਹੁੰਦਾ ਜਿਵੇਂ ਮੂਲ ਰੈਫਰੈਂਸ ਫਰੇਮ ਦੇ ਅੰਦਰ ਬੀ ਜ਼ੈਡ ਹੁੰਦਾ ਕਿਉਂਕਿ ਇੱਥੇ ਐਫ ਐਕਸ ਵਾਈ ਜਿਵੇਂ ਅਸੀਂ ਦੇਖ ਸਕਦੇ ਹਾਂ ਕਿ ਬੀ ਜ਼ੈਡ ਇਹ ਵਾਲੀ ਹੈ ਜੋ ਇਹਦੇ ਵਿੱਚ ਬੀ ਜ਼ੈਡ ਇੱਥੇ ਇਹ ਵਾਲਾ ਇਹ ਐਫ ਐਕਸ ਵਾਈ ਹੈ ਇਹ ਇੱਧਰ ਇਸਦਾ
ਐਕਸ ਲੈਂਦੇ ਹਾਂ ਅਸੀਂ ਅਤੇ ਇਹ ਵਾਲੀ ਲਾਈਨ ਦੇ ਵਿੱਚ ਇੱਧਰ ਅਸੀਂ ਵਾਈ ਵਾਲੀ ਲਾਈਨ 'ਚ ਦੇਖਦੇ ਹਾਂ ਕਿ ਇਹ ਬੀ ਜ਼ੈਡ ਹੈ ਅਤੇ ਅਸੀਂ ਹੁਣ ਇਹ ਲਿਖ ਸਕਦੇ ਹਾਂ ਈ ਪ੍ਰਾਈਮ ਵਾਈ ਇਜ਼ ਇਕੁਅਲ ਟੂ ਐਫ ਪ੍ਰਾਈਮ 0 ਵਾਈ ਇਜ਼ ਇਕੁਅਲ ਟੂ ਮਾਈਨਸ ਵੀ ਬੀ ਜ਼ੈਡ ਡਿਵਾਈਡ ਬਾਈ 1 ਮਾਈਨਸ ਵੀ ਸਕੇਅਰ। ਤਾਂ ਇੱਥੇ ਐਫ ਐਕਸ ਵਾਈ ਦੀ ਜਗ੍ਹਾ ਅਸੀਂ ਬੀ ਜ਼ੈਡ ਲਿਖ ਸਕਦੇ ਹਾਂ। ਇਕੁਏਸ਼ਨ ਸਾਡੀ ਇਹ ਹੈਗੀ ਆ 8.4 ਨੰਬਰ। ਇਸ ਤਰ੍ਹਾਂ ਜਿਵੇਂ ਆਇਨਸਟਾਈਨ ਨੇ ਦਾਅਵਾ ਕੀਤਾ ਸੀ ਇੱਕ ਸ਼ੁੱਧ ਮੈਗਨੈਟਿਕ ਫੀਲਡ ਇੱਕ ਗਤੀਸ਼ੀਲ ਫਰੇਮ ਤੋਂ ਦੇਖੇ ਜਾਣ ਤੇ ਇੱਕ ਇਲੈਕਟ੍ਰਿਕ ਫੀਲਡ ਕੰਪੋਨੈਂਟ ਰੱਖੇਗੀ। ਤੇ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਜਿਹੜੀ ਮੈਗਨੈਟਿਕ ਫੀਲਡ ਆ ਬੀ ਜ਼ੈਡ ਇਹ ਇੱਕ ਇਲੈਕਟ੍ਰਿਕ ਫੀਲਡ ਦਾ ਕੰਪੋਨੈਂਟ ਰੱਖਦੀ ਹੈ ਵਾਈ। ਹੁਣ ਅਸੀਂ ਆਇਨਸਟਾਈਨ ਦੀ ਉਦਾਹਰਨ ਦਾ ਸਾਰਾਂਸ਼ ਪੜਾਂਗੇ। ਅਸੀਂ ਜ਼ੀਰੋ ਦੀ ਇੱਕ ਇਲੈਕਟ੍ਰਿਕ ਫੀਲਡ ਸਿਰਫ ਪੋਜ਼ੀਟਿਵ ਜ਼ੈਡ ਐਕਸਸ ਦੀ ਦਿਸ਼ਾ ਵੱਲ ਇਸ਼ਾਰਾ ਕਰਦੀ ਕਿ ਮੈਗਨੈਟਿਕ ਫੀਲਡ ਅਤੇ ਐਕਸ ਐਕਸਸ ਦੀ ਦਿਸ਼ਾ ਵਿੱਚ ਵੈਲੋਸਿਟੀ v ਦੇ ਨਾਲ ਗਤੀਸ਼ੀਲ ਇੱਕ ਇਲੈਕਟ੍ਰੋਨ ਦੇ ਨਾਲ ਇੱਕ ਪ੍ਰਯੋਗਸ਼ਾਲਾ ਫਰੇਮ ਸੈੱਟ ਕਰਦੇ ਹੋਏ ਸ਼ੁਰੂ ਕੀਤਾ ਸੀ। ਫਿਰ ਅਸੀਂ ਇਲੈਕਟ੍ਰੋਨ ਦੀ ਫਰੇਮ ਦੇ ਵਿੱਚ ਇਲੈਕਟ੍ਰਿਕ ਅਤੇ ਮੈਗਨੈਟਿਕ ਫੀਲਡ ਮੁੱਲ ਕੱਢਣ ਦੇ ਲਈ ਕਿਹਾ ਸੀ। ਅਸੀਂ ਦੋ ਚੀਜ਼ਾਂ ਖੋਜੀਆਂ। ਪਹਿਲੀ ਕਿ ਨਵੀਂ ਫਰੇਮ ਦੇ ਵਿੱਚ ਇਲੈਕਟ੍ਰੋਨ ਉੱਤੇ ਕੋਈ ਮੈਗਨੈਟਿਕ ਫੋਰਸ ਨਹੀਂ ਹੁੰਦਾ ਕਿਉਂਕਿ ਇਲੈਕਟ੍ਰੋਨ ਰੈਸਟ 'ਤੇ ਹੁੰਦਾ ਹੈ। ਫਿਰ ਵੀ ਨਵੀਂ ਫਰੇਮ ਦੇ ਵਿੱਚ ਇਲੈਕਟ੍ਰਿਕ ਫੀਲਡ ਦਾ ਇੱਕ ਵਾਈ ਕੰਪੋਨੈਂਟ ਹੁੰਦਾ ਜੋ ਇਲੈਕਟ੍ਰੋਨ ਦੇ ਉੱਤੇ ਇੱਕ ਫੋਰਸ ਲਗਾਉਂਦਾ ਹੈ। ਤਾਂ ਗਤੀਸ਼ੀਲ ਇਲੈਕਟ੍ਰੋਨ ਉੱਤੇ ਫੋਰਸ ਜੋ ਪ੍ਰਯੋਗਸ਼ਾਲਾ ਫਰੇਮ ਦੇ ਵਿੱਚ ਇੱਕ ਮੈਗਨੈਟਿਕ ਫੀਲਡ ਦੇ ਕਾਰਨ ਹੁੰਦਾ। ਇਲੈਕਟ੍ਰੋਨ ਦੀ ਰੈਸਟ ਫਰੇਮ ਗਤੀਸ਼ੀਲ ਫਰੇਮ ਦੇ ਵਿੱਚ ਇੱਕ ਇਲੈਕਟ੍ਰਿਕ ਫੀਲਡ ਦੇ ਕਾਰਨ ਹੁੰਦਾ। ਇਹ ਆਇਨਸਟਾਈਨ ਦੀ ਉਦਾਹਰਣ ਦਾ ਸਾਰ ਤੱਤ ਹੈ। ਹੁਣ ਮੈਕਸਵੈਲ ਇਕੁਏਸ਼ਨਾਂ ਵੱਲ ਚੱਲਦੇ ਹਾਂ। ਤਾਂ ਪੌਲੀ ਦੇ ਕਲਪਿਤ ਹਵਾਲੇ ਨੂੰ ਯਾਦ ਕਰੋ। ਫੀਲਡਾਂ ਚਾਰਜਾਂ ਨੂੰ ਗਤੀ ਕਰਨ ਦਾ ਤਰੀਕਾ ਦੱਸਦੀਆਂ ਤੇ ਚਾਰਜ ਫੀਲਡਾਂ ਨੂੰ ਬਦਲਣ ਦਾ ਤਰੀਕਾ ਦੱਸਦੇ ਹਾਂ। ਲੈਕਚਰ 6 ਦੇ ਵਿੱਚ ਅਸੀਂ ਹਵਾਲੇ ਦੇ ਪਹਿਲੇ ਅੱਧ ਉੱਤੇ ਕਾਫੀ ਚੰਗਾ ਵਕਤ ਲਗਾਇਆ ਸੀ ਜੋ ਫੀਲਡਾਂ ਉੱਤੇ ਚਾਰਜਾਂ ਨੂੰ ਗਤੀ ਕਰਨ ਦਾ ਤਰੀਕਾ ਦਰਸਾਉਣ ਦੇ ਬਾਰੇ ਸੀ। ਹੁਣ ਚਾਰਜਾਂ ਦੀ ਵਾਰੀ ਹੈ ਕਿ ਫੀਲਡਾਂ ਨੂੰ ਬਦਲਣ ਦਾ ਤਰੀਕਾ ਦੱਸਣਗੇ। ਜੇਕਰ ਫੀਲਡਾਂ ਕਣਾਂ ਨੂੰ ਲੋਰੈਂਟਸ ਫੋਰਸ ਨਿਯਮ ਰਾਹੀਂ ਨਿਯੰਤਰਿਤ ਕਰਦੀਆਂ ਤਾਂ ਚਾਰਜ ਫੀਲਡਾਂ ਨੂੰ ਮੈਕਸਵੈਲ ਇਕੁਏਸ਼ਨਾਂ ਰਾਹੀਂ ਨਿਯੰਤਰਿਤ ਕਰਦੇ ਹਨ। ਇਲੈਕਟ੍ਰੋਡਾਇਨਮਿਕਸ ਪੜ੍ਹਾਉਣ ਦਾ ਮੇਰੀ ਫਿਲਾਸਫੀ ਪੜ੍ਹਾਉਣ ਦੀ ਮੇਰੀ ਫਿਲਾਸਫੀ ਕੁਝ ਨਾ ਕੁਝ ਗੈਰ ਰਿਵਾਇਤੀ ਹੈ। ਇਸ ਲਈ ਮੈਂ ਇਸ ਨੂੰ ਸਮਝਾਉਂਦਾ ਹਾਂ। ਜ਼ਿਆਦਾਤਰ ਕੋਰਸ ਇੱਕ ਇਤਿਹਾਸਿਕ ਦ੍ਰਿਸ਼ਟੀਕੋਣ ਲੈਂਦੇ ਆ। ਨਿਯਮਾਂ ਦੇ ਇੱਕ ਸੈੱਟ ਦੇ ਨਾਲ ਸ਼ੁਰੂ ਕਰਦੇ ਹਾਂ ਜੋ 18ਵੀਂ ਸਦੀ ਦੇ ਅਖੀਰ ਅਤੇ 19ਵੀਂ ਸਦੀ ਦੇ ਸ਼ੁਰੂਆਤ ਦੇ ਵਿੱਚ ਖੋਜੇ ਗਏ ਸੀ। ਤੁਸੀਂ ਇਹਨਾਂ ਬਾਰੇ ਸ਼ਾਇਦ ਪੜ੍ਹਿਆ ਹੋਵੇਗਾ। ਕੂਲਮ ਦਾ ਨਿਯਮ, ਅੰਪੀਅਰ ਦਾ ਨਿਯਮ ਤੇ ਫਰਾਡੇ ਦਾ ਨਿਯਮ। ਇਹ ਨਿਯਮ ਕਦੇ-ਕਦੇ ਕੈਲਕੂਲਸ ਬਗੈਰ ਹੀ ਪੜ੍ਹਾਏ ਜਾਂਦੇ ਆ ਜੋ ਮੇਰੀ ਰਾਏ ਮੁਤਾਬਕ ਇੱਕ ਸੰਗੀਨ ਗਲਤੀ ਹੈ। ਭੌਤਿਕ ਗਿਆਨ ਹਮੇਸ਼ਾ ਹੀ ਗਣਿਤ ਬਗੈਰ ਕਠਿਨ ਹੁੰਦੀ ਹੈ। ਫਿਰ ਇੱਕ ਕੁਝ ਨਾ ਕੁਝ ਕਠੋਰ ਵਿਧੀ ਰਾਹੀਂ ਇਹ ਨਿਯਮ ਮੈਕਸਵੈਲ ਇਕੁਏਸ਼ਨਾਂ ਦੇ ਵਿੱਚ ਦਾਖਲ ਕੀਤੇ ਜਾਂਦੇ ਆ। ਤਾਂ ਮੇਰਾ ਆਪਣਾ ਪੜ੍ਹਾਉਣ ਦਾ ਤਰੀਕਾ ਭਾਵੇਂ ਅੰਡਰ ਗ੍ਰੈਜੂਏਟਾਂ ਲਈ ਹੋਵੇ ਸ਼ੁਰੂ ਤੋਂ ਡੁਬਕੀ ਲਗਾਉਣਾ ਹੀ ਹੁੰਦਾ ਅਤੇ ਮੈਕਸਵੈਲ ਇਕੁਏਸ਼ਨਾਂ ਦੇ ਨਾਲ ਸ਼ੁਰੂ ਕਰਨਾ ਹੁੰਦਾ। ਅਸੀਂ ਹਰੇਕ ਇਕੁਏਸ਼ਨ ਲੈਂਦੇ ਹਾਂ, ਇਸ ਦਾ ਅਰਥ ਵਿਸ਼ਲੇਸ਼ਣ ਕਰਦੇ ਹਾਂ ਅਤੇ ਇਸ ਤਰੀਕੇ ਦੇ ਨਾਲ ਕੂਲਮ, ਅੰਪੀਅਰ ਅਤੇ ਫਰਾਡੇ ਦੇ ਨਿਯਮਾਂ ਨੂੰ ਵਿਉਂਤਬੰਦ ਕਰਦੇ ਹਾਂ। ਇਹ ਇੱਕ ਠੰਡੇ ਇਸ਼ਨਾਨ ਵਾਲਾ ਤਰੀਕਾ ਹੈ ਪਰ 1 ਜਾਂ 2 ਹਫ਼ਤਿਆਂ ਦੇ ਅੰਦਰ ਵਿਦਿਆਰਥੀ ਸਿੱਖ ਜਾਂਦੇ ਆ ਕਿ ਇਸ ਨੂੰ ਇਤਿਹਾਸਿਕ ਤਰੀਕੇ ਦੇ ਨਾਲ ਕਰਨ ਵਿੱਚ ਤਾਂ ਮਹੀਨੇ ਲੱਗ ਜਾਣੇ ਸੀ। ਕੁੱਲ ਕਿੰਨੀਆਂ ਮੈਕਸਵੈਲ ਇਕੁਏਸ਼ਨਾਂ ਹੁੰਦੀਆਂ? ਅਸਲ ਵਿੱਚ 8 ਹੁੰਦੀਆਂ। ਬੇਸ਼ੱਕ ਵੈਕਟਰ ਨੋਟੇਸ਼ਨ ਇਹਨਾਂ ਨੂੰ 4 ਤੱਕ ਉਬਾਲ ਦਿੰਦੀ ਹੈ। 3 ਵੈਕਟਰ ਇਕੁਏਸ਼ਨਾਂ, 3 ਕੰਪੋਨੈਂਟਾਂ ਵਾਲੀਆਂ ਤੇ 2 ਸਕੇਲਰ ਇਕੁਏਸ਼ਨਾਂ। ਇਕੁਏਸ਼ਨਾਂ ਵਿੱਚੋਂ 4 ਇਕੁਏਸ਼ਨਾਂ ਉਹ ਆਇਡੈਂਟੀਟੀਆਂ ਜੋ ਵੈਕਟਰ ਪੋਟੈਂਸ਼ੀਅਲ ਦੀਆਂ ਰਕਮਾਂ ਦੇ ਵਿੱਚ ਇਲੈਕਟ੍ਰਿਕ ਅਤੇ ਮੈਗਨੈਟਿਕ ਫੀਲਡ ਦੀਆਂ ਪਰਿਭਾਸ਼ਾਵਾਂ ਤੋਂ ਅਪਣਾਈਆਂ ਜਾਂਦੀਆਂ। ਖਾਸ ਕਰਕੇ ਇਹਨਾਂ ਪਰਿਭਾਸ਼ਾਵਾਂ ਤੋਂ ਕੁਝ ਵੈਕਟਰ ਆਇਡੈਂਟੀਟੀਆਂ ਦੇ ਨਾਲ ਸਿੱਧੇ ਤੌਰ 'ਤੇ ਪਤਾ ਚੱਲਦੀਆਂ। ਇੱਕ ਤਾਂ ਹੈਗੀ ਹੈ ਐਫ ਮਿਊ ਨਿਊ ਇਜ਼ ਇਕੁਅਲ ਟੂ ਡੈਲ ਸਬਸਕ੍ਰਿਪਟ ਮਿਊ ਏ ਸਬਸਕ੍ਰਿਪਟ ਨਿਊ ਮਾਈਨਸ ਡੈਲ ਸਬਸਕ੍ਰਿਪਟ ਨਿਊ ਏ ਸਬਸਕ੍ਰਿਪਟ ਮਿਊ। ਤੇ ਦੂਜੀ ਹੈਗੀ ਹੈ ਈ ਐਨ ਇਜ਼ ਇਕੁਅਲ ਟੂ ਮਾਈਨਸ ਡੈਲ ਨੋਟ ਏ ਐਨ ਮਾਈਨਸ ਏ
ਮਾਈਨਸ ਡੈਲ ਐਨ ਏ ਨਾਟ, ਅਤੇ ਤੀਜੀ ਹੈਗੀ ਹੈ ਮੈਗਨੈਟਿਕ ਫੀਲਡ ਇਜ਼ ਇਕੁਅਲ ਟੂ ਡੈਲ ਕ੍ਰਾਸ ਈ। ਇੱਕ ਐਕਸ਼ਨ ਪ੍ਰਿੰਸੀਪਲ ਸੱਦਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਇਸ ਸਮਝ ਦੇ ਵਿੱਚ ਮੈਕਸਵੈਲ ਇਕੁਏਸ਼ਨਾਂ ਦਾ ਇਹ ਉਪ ਸਮੂਹ ਮੁਫਤ ਵਿੱਚ ਮਿਲ ਜਾਂਦਾ ਹੈ। ਇੱਕ ਆਇਡੈਂਟੀ ਇੱਕ ਗਣਿਤਿਕ ਤੱਤ ਹੁੰਦੀ ਹੈ ਜੋ ਇੱਕ ਪਰਿਭਾਸ਼ਾ ਤੋਂ ਪਤਾ ਚੱਲਦੀ ਹੈ। ਕਈ ਮਾਮੂਲੀ ਹੁੰਦੀਆਂ ਪਰ ਦਿਲਚਸਪ ਆਇਡੈਂਟੀਆਂ ਅਕਸਰ ਸਪਸ਼ਟ ਨਹੀਂ ਹੁੰਦੀਆਂ। ਕਈ ਸਾਲਾਂ ਤੱਕ ਲੋਕਾਂ ਨੇ ਵੈਕਟਰ ਆਪਰੇਟਰਾਂ ਦੇ ਸਮੇਤ ਬਹੁਤ ਜ਼ਿਆਦਾ ਗਿਣਤੀ ਦੀਆਂ ਆਇਡੈਂਟੀਆਂ ਦਾ ਭੰਡਾਰ ਲਗਾ ਕੇ ਰੱਖਿਆ। ਫਿਲਹਾਲ ਸਿਰਫ ਸਾਨੂੰ ਦੋ ਆਇਡੈਂਟੀਆਂ ਦੀ ਲੋੜ ਹੈ। ਤਾਂ ਦੋ ਆਇਡੈਂਟੀਆਂ ਕਿਹੜੀਆਂ-ਕਿਹੜੀਆਂ ਇਹ ਪੜ੍ਹਦੇ ਹਾਂ। ਪਹਿਲੀ ਆਇਡੈਂਟੀ ਦੱਸਦੀ ਹੈ ਕਿ ਇੱਕ ਕਰਲ ਦੀ ਡਾਇਵਰਜੈਂਸ ਹਮੇਸ਼ਾ 0 ਹੁੰਦੀ ਹੈ। ਚਿੰਨ੍ਹਾਂ ਦੇ ਵਿੱਚ ਕਿਸੇ ਵੀ ਵੈਕਟਰ ਫੀਲਡ ਏ ਦੇ ਲਈ ਇਸ ਨੂੰ ਇਸ ਤਰੀਕੇ ਨਾਲ ਲਿਖਿਆ ਜਾਂਦਾ ਕਿ ਡਾਇਵਰਜੈਂਸ ਨੂੰ ਇਸ ਤਰ੍ਹਾਂ ਨਾਲ ਵੀ ਪੁੱਠੀ ਤਿਕੋਣ ਦੇ ਉੱਤੇ ਵੈਕਟਰ ਦਾ ਨਿਸ਼ਾਨ ਪਾ ਕੇ ਤੀਰ ਦਾ, ਅਤੇ ਇਹਦਾ ਡਾਟ ਪ੍ਰੋਡਕਟ ਹੈ ਇਹ ਕਰਲ ਦਾ। ਕਰਲ ਆ ਜਿਹੜੀ ਇਹ ਕ੍ਰਾਸ ਪ੍ਰੋਡਕਟ ਹੁੰਦੀ ਹੈ। ਜਿਵੇਂ ਇਹੀ ਸੇਮ ਜੋ ਪੁੱਠੀ ਤਿਕੋਣ ਹੈ ਇਹ ਨੇਬਲਾ ਕਹਿੰਦੇ ਇਸ ਨੂੰ, ਇਸ ਦਾ ਏ ਦੇ ਨਾਲ ਕ੍ਰਾਸ ਪ੍ਰੋਡਕਟ ਹੈ ਜੋ ਇਸ ਦੇ ਨਾਲ ਡਾਟ ਪ੍ਰੋਡਕਟ ਹੈ ਇਸ ਦਾ ਡਾਇਵਰਜੈਂਸ ਦਾ, ਤਾਂ ਇਹ 0 ਹੁੰਦੀ ਹੈ। ਤੁਸੀਂ ਇਸ ਨੂੰ ਬਰੂਟ ਫੋਰਸ ਨਾਮਕ ਇੱਕ ਤਕਨੀਕ ਦੇ ਰਾਹੀਂ ਸਾਬਤ ਕਰ ਸਕਦੇ ਹੋ। ਡਾਇਵਰਜੈਂਸ ਅਤੇ ਕਰਲ ਦੀਆਂ ਪਰਿਭਾਸ਼ਾਵਾਂ ਵਰਤਦੇ ਹੋਏ ਸਾਰੇ ਖੱਬੇ ਪਾਸੇ ਨੂੰ ਕੰਪੋਨੈਂਟ ਰੂਪ ਦੇ ਵਿੱਚ ਫੈਲਾਓ। ਜਿਹੜਾ ਇਸ ਨੂੰ ਕੰਪੋਨੈਂਟ ਰੂਪ ਵਿੱਚ ਲਿਖ ਸਕਦੇ ਹਾਂ। ਤੁਸੀਂ ਖੋਜੋਗੇ ਕਿ ਜ਼ਿਆਦਾਤਰ ਰਕਮਾਂ ਕੈਂਸਲ ਹੋ ਜਾਣਗੀਆਂ। ਉਦਾਹਰਨ ਲਈ ਇੱਕ ਰਕਮ ਕ੍ਰਾਸ ਦੇ ਸੰਦਰਭ ਦੇ ਵਿੱਚ ਗੁਣਾ ਦੇ ਵਿੱਚ ਕਿਸੇ ਚੀਜ਼ ਦਾ ਡੈਰੀਵੇਟਿਵ ਸ਼ਾਮਲ ਕਰੇਗੀ, ਅਤੇ ਫਿਰ ਐਕਸ ਦੇ ਸੰਦਰਭ ਦੇ ਵਿੱਚ ਕਿਸੇ ਚੀਜ਼ ਦਾ ਡੈਰੀਵੇਟਿਵ ਸ਼ਾਮਲ ਕਰੇਗੀ, ਅਤੇ ਫਿਰ ਵਾਈ ਦੇ ਸੰਦਰਭ ਦੇ ਵਿੱਚ ਕਿਸੇ ਚੀਜ਼ ਦਾ ਡੈਰੀਵੇਟਿਵ ਸ਼ਾਮਲ ਕਰੇਗੀ। ਜਦੋਂ ਕਿ ਇੱਕ ਹੋਰ ਰਕਮ ਸੇਮ ਡੈਰੀਵੇਟਿਵ ਨੂੰ ਉਲਟ ਕ੍ਰਮ ਦੇ ਵਿੱਚ ਅਤੇ ਮਾਈਨਸ ਚਿੰਨ੍ਹ ਦੇ ਨਾਲ ਸ਼ਾਮਲ ਕਰੇਗੀ, ਜਿਹੜੀਆਂ ਫਿਰ ਅਜਿਹੀ ਕਿਸਮ ਦੀਆਂ ਰਕਮਾਂ ਆਪਸ 'ਚ ਕੈਂਸਲ ਹੋ ਕੇ 0 ਹੋ ਜਾਂਦੀਆਂ। ਦੂਜੀ ਆਇਡੈਂਟੀ ਬਿਆਨ ਕਰਦੀ ਹੈ ਕਿ ਕਿਸੇ ਵੀ ਗ੍ਰੇਡੀਐਂਟ ਦੀ ਕਰਲ 0 ਹੁੰਦੀ ਹੈ, ਜਿਨ੍ਹਾਂ ਦੇ ਵਿੱਚ ਇਸ ਨੂੰ ਇਸ ਤਰ੍ਹਾਂ ਲਿਖਿਆ ਜਾਂਦਾ ਕਿ ਜਿਵੇਂ ਕਰਲ ਤਾਂ ਇਸ ਦਾ ਕ੍ਰਾਸ ਪ੍ਰੋਡਕਟ ਹੁੰਦਾ ਇਸ ਦੇ ਡਾਇਵਰਜੈਂਸ ਦੇ ਨਾਲ, ਅਤੇ ਇਹ ਸਕੇਲਰ ਦਾ ਜਿਹੜਾ ਗ੍ਰੇਡੀਐਂਟ ਹੈ ਇਸ ਨੂੰ ਗ੍ਰੇਡੀਐਂਟ ਵੀ ਲਿਖਿਆ ਜਾਂਦਾ ਇਸ ਤਰ੍ਹਾਂ, ਅਤੇ ਇਸ ਦਾ ਜਿਹੜਾ ਇਸ ਦੀ ਕਰਲ ਹੈ ਜੋ ਇਹ 0 ਹੁੰਦੀ ਹੈ। ਇਹ ਦੋਨੋਂ ਇੱਥੇ ਲਿਖਤੀਆਂ, ਜਿੱਥੇ ਐਸ ਇੱਕ ਸਕੇਲਰ ਹੈ ਅਤੇ ਨੇਬਲਾ ਐਸ ਇਜ਼ ਇੱਕ ਵੈਕਟਰ ਹੈ। ਯਾਦ ਰੱਖੋ ਇਹ ਦੋ ਆਇਡੈਂਟੀਆਂ ਵੈਕਟਰ ਪੋਟੈਂਸ਼ੀਅਲ ਵਰਗੀ ਕਿਸੇ ਵਿਸ਼ੇਸ਼ ਫੀਲਡ ਦੇ ਬਾਰੇ ਬਿਆਨ ਨਹੀਂ ਹੈਗੇ। ਇਹ ਕਿਸੇ ਵੀ ਫੀਲਡ ਐਸ ਅਤੇ ਏ ਵੈਕਟਰ ਪੋਟੈਂਸ਼ੀਅਲ ਦੇ ਲਈ ਇਹ ਕਿਸੇ ਵੈਕਟਰ ਦੇ ਲਈ ਸੱਚ ਹੈ ਜਿੰਨੀ ਦੇਰ ਇਹ ਡਿਫਰੈਂਸ਼ੀਏਸ਼ਨ ਯੋਗ ਹੈ। ਇਹ ਦੋ ਆਇਡੈਂਟੀਆਂ ਮੈਕਸਵੈਲ ਇਕੁਏਸ਼ਨਾਂ ਵਿੱਚੋਂ ਅੱਧੀਆਂ ਨੂੰ ਸਿੱਧ ਕਰਨ ਦੇ ਲਈ ਕਾਫੀ ਨੇ। ਹੁਣ ਮੈਗਨੈਟਿਕ ਫੀਲਡ ਪੜਾਂਗੇ। ਇਕੁਏਸ਼ਨ ਬੀ ਇਜ਼ ਇਕੁਅਲ ਟੂ ਡਾਇਵਰਜੈਂਸ ਇਜ਼ ਦਾ ਕਰਲ ਆਫ ਏ 6.30 ਨੰਬਰ ਜੋ ਅਸੀਂ ਪਿਛਲੇ 6ਵੇਂ ਲੈਕਚਰ 'ਚ ਪੜ੍ਹੀ ਹੈ। ਇਸ ਦੇ ਵਿੱਚ ਅਸੀਂ ਦੇਖਿਆ ਕਿ ਮੈਗਨੈਟਿਕ ਫੀਲਡ ਬੀ ਵੈਕਟਰ ਪੋਟੈਂਸ਼ੀਅਲ ਏ ਦੀ ਕਰਲ ਹੁੰਦੀ ਹੈ। ਇਸ ਲਈ ਇੱਕ ਮੈਗਨੈਟਿਕ ਫੀਲਡ ਦੀ ਡਾਇਵਰਜੈਂਸ ਇੱਕ ਕਰਲ ਦੀ ਡਾਇਵਰਜੈਂਸ ਹੁੰਦੀ ਹੈ। ਯਾਨੀ ਕਿ ਇਸ ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ ਅਸੀਂ, ਨੇਬਲਾ ਡਾਟ ਵੀ ਇਜ਼ ਇਕੁਅਲ ਟੂ ਨੇਬਲਾ ਡਾਟ ਨੇਬਲਾ ਦਾ ਏ ਦੇ ਨਾਲ ਕ੍ਰਾਸ ਪ੍ਰੋਡਕਟ। ਸਾਡੀ ਪਹਿਲੀ ਵੈਕਟਰ ਆਇਡੈਂਟੀ ਸਾਨੂੰ ਦੱਸਦੀ ਹੈ ਕਿ ਸੱਜਾ ਪਾਸਾ 0 ਹੋਣਾ ਚਾਹੀਦਾ ਹੈ। ਤਾਂ ਇਹ 0 ਹੋਣਾ ਚਾਹੀਦਾ ਕਿਉਂਕਿ ਇਹ ਕਰਲ ਦੀ ਡਾਇਵਰਜੈਂਸ ਹੈ। ਦੂਜੇ ਸ਼ਬਦਾਂ ਵਿੱਚ ਇਹ ਜਿਹੜਾ ਇਸਦਾ ਡਾਟ ਪ੍ਰੋਡਕਟ ਹੈ ਬੀ ਦਾ ਇਸ ਦੇ ਨਾਲ ਇਹ ਨੇਬਲਾ ਦੇ ਨਾਲ ਇਹ 0 ਹੁੰਦਾ ਹੈ। ਇਹ ਮੈਕਸਵੈਲ ਇਕੁਏਸ਼ਨਾਂ ਵਿੱਚੋਂ ਇੱਕ ਹੈ। ਇਹ ਦੱਸਦੀ ਹੈ ਕਿ ਮੈਗਨੈਟਿਕ ਚਾਰਜ ਨਹੀਂ ਹੋ ਸਕਦੇ। ਜੇਕਰ ਅਸੀਂ ਇੱਕ ਸਿੰਗਲ ਬਿੰਦੂ ਇੱਕ ਮੈਗਨੈਟਿਕ ਮੋਨੋਪੋਲ ਤੋਂ ਬਾਹਰ ਨਿਕਲਦੇ ਮੈਗਨੈਟਿਕ ਫੀਲਡ ਵੈਕਟਰਾਂ ਵਾਲੀ ਕੋਈ ਬਣਤਰ ਦੇਖੀ ਹੋਵੇ ਤਾਂ ਇਹ ਸਵਾਲ ਇਹ ਗਲਤ ਹੋਵੇਗਾ। ਹੁਣ ਇਲੈਕਟ੍ਰਿਕ ਫੀਲਡ ਬਾਰੇ ਪੜਾਂਗੇ।
ਅਸੀਂ ਵੈਕਟਰ ਆਇਡੈਂਟੀਟੀਆਂ ਤੋਂ ਇੱਕ ਹੋਰ ਮੈਕਸਵੈਲ ਇਕੁਏਸ਼ਨ ਇਲੈਕਟ੍ਰਿਕ ਫੀਲਡ ਸ਼ਾਮਲ ਕਰਦੀ ਇੱਕ ਵੈਕਟਰ ਇਕੁਏਸ਼ਨ ਵਿਉਂਤਬੰਦ ਕਰ ਸਕਦੇ ਹਾਂ। ਆਓ ਇਲੈਕਟ੍ਰਿਕ ਫੀਲਡ ਦੀ ਪਰਿਭਾਸ਼ਾ ਦੇ ਵੱਲ ਵਾਪਸ ਚੱਲੀਏ। ਤਾਂ ਈ ਐਨ ਹੈ ਜੋ ਇਹ ਇਸ ਤਰ੍ਹਾਂ ਨਾਲ ਮਾਈਨਸ ਡੈਲ ਏ ਐਨ ਬਾਈ ਡੈਲ ਟੀ ਮਾਈਨਸ ਡੈਲ ਏ ਐਨ ਬਾਈ ਡੈਲ ਐਕਸ ਐਨ ਦੇ ਬਰਾਬਰ ਹੁੰਦੀ ਹੈ। ਜਿਵੇਂ ਅਸੀਂ ਪਹਿਲਾਂ ਪੜ੍ਹਿਆ, ਇਹ ਸਿਰਫ 3 ਕੰਪੋਨੈਂਟ ਇਸ ਵਿੱਚ ਹੁੰਦੇ ਆ। ਅਤੇ 8.6 ਨੰਬਰ ਇਕੁਏਸ਼ਨ ਹੈ ਇਹ। ਨੋਟ ਕਰੋ ਕਿ ਦੂਜੀ ਰਕਮ ਏ ਨੋਟ ਹੈ ਜੋ ਇਹ ਇਸ ਦੇ ਗ੍ਰੇਡੀਐਂਟ ਦਾ nਵਾਂ ਕੰਪੋਨੈਂਟ ਹੁੰਦਾ। ਇੱਕ ਯਾਨੀ ਕਿ ਇੱਧਰ ਐਕਸ ਮਿਊ ਨਹੀਂ ਹੁੰਦਾ, ਇੱਥੇ ਐਕਸ nਵਾਂ ਕੰਪੋਨੈਂਟ ਦੇ ਨਾਲ ਇਸ ਦਾ ਗ੍ਰੇਡੀਐਂਟ ਹੈ ਏ ਐਨ ਦਾ। ਅਤੇ ਇੱਕ 3 ਡਾਇਮੈਂਸ਼ਨਲ ਦ੍ਰਿਸ਼ਟੀਕੋਣ ਠੀਕ ਸਪੇਸ ਤੋਂ ਏ ਦੇ ਟਾਈਮ ਕੰਪੋਨੈਂਟ ਜੋ ਏ ਨੋਟ ਹੁੰਦਾ ਨੂੰ ਇੱਕ ਸਕੇਲਰ ਵਜੋਂ ਸਮਝਿਆ ਜਾ ਸਕਦਾ ਹੈ। ਤਾਂ ਇਹ ਚਾਰ ਆਯਾਮੀ ਵੈਕਟਰ ਸਪੇਸ ਦੇ ਦ੍ਰਿਸ਼ਟੀਕੋਣ ਤੋਂ ਇੱਕ ਸਕੇਲਰ ਨਹੀਂ ਹੈਗਾ। ਵੈਕਟਰ ਜਿਸ ਦੇ ਕੰਪੋਨੈਂਟ ਏ ਨੋਟ ਦੇ ਡੈਰੀਵੇਟਿਵ ਹੁੰਦੇ ਆ ਏ ਨੋਟ ਦੇ ਗ੍ਰੇਡੀਐਂਟ ਵਜੋਂ ਸਮਝੇ ਜਾ ਸਕਦੇ ਆ। ਇਸ ਲਈ ਇਲੈਕਟ੍ਰਿਕ ਫੀਲਡ ਦੋ ਰਕਮਾਂ ਰੱਖਦੀ ਹੈ। ਇੱਕ ਰਕਮ ਏ ਵੈਕਟਰ ਦੇ ਸਪੇਸ ਕੰਪੋਨੈਂਟ ਦਾ ਟਾਈਮ ਡੈਰੀਵੇਟਿਵ ਹੁੰਦੀ ਹੈ ਅਤੇ ਦੂਜੀ ਰਕਮ ਟਾਈਮ ਕੰਪੋਨੈਂਟ ਦਾ ਗ੍ਰੇਡੀਐਂਟ ਹੁੰਦੀ ਹੈ। ਤਾਂ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਇੱਕ ਤਾਂ ਇਸਦਾ ਟਾਈਮ ਡੈਰੀਵੇਟਿਵ ਹੈ ਏ ਐਨ ਦਾ, ਅਤੇ ਦੂਜਾ ਇਸ ਦਾ ਗ੍ਰੇਡੀਐਂਟ ਹੈ ਏ ਨੋਟ ਦਾ। ਅਸੀਂ ਇਕੁਏਸ਼ਨ 8.6 ਨੂੰ ਇੱਕ ਵੈਕਟਰ ਰੋਟੇਸ਼ਨ ਦੇ ਵਜੋਂ ਇੰਜ ਲਿਖ ਸਕਦੇ ਹਾਂ। ਇਸ ਨੂੰ ਅਸੀਂ ਏ ਐਨ ਅਤੇ ਡੈਲ ਟੀ ਨੂੰ ਅਸੀਂ ਪੂਰੇ ਏ ਵੈਕਟਰ ਦੇ ਰੂਪ ਦੇ ਵਿੱਚ ਲਿਖ ਸਕਦੇ ਹਾਂ। ਅਤੇ ਇੱਧਰ ਏ ਨੋਟ ਹੈ ਜੋ ਇਹ ਇਸ ਨੂੰ ਇੱਧਰ ਇਸ ਦਾ ਗ੍ਰੇਡੀਐਂਟ ਲਿਖ ਸਕਦੇ ਹਾਂ ਏ ਨੋਟ ਦਾ। ਏ ਨੋਟ ਦਾ ਗ੍ਰੇਡੀਐਂਟ ਜਿਵੇਂ ਇੱਥੇ ਦੇਖ ਸਕਦੇ ਹਾਂ ਕਿ ਐਕਸ ਐਨ 3 ਕੰਪੋਨੈਂਟਾਂ ਦੇ ਨਾਲ ਇਸ ਦੀ ਅਤੇ ਫਿਰ ਉਹਨਾਂ ਦਾ ਜੋੜ ਵੀ ਹੈ ਇਹ। ਤਾਂ ਕਰਕੇ ਇਸ ਨੂੰ ਇਲੈਕਟ੍ਰਿਕ ਫੀਲਡ ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ 8.7 ਨੰਬਰ ਇਕੁਏਸ਼ਨ 'ਚ। ਆਓ ਹੁਣ ਇਲੈਕਟ੍ਰਿਕ ਫੀਲਡ ਦੀ ਕਰਲ 'ਤੇ ਵਿਚਾਰ ਕਰੀਏ ਕਿ ਇਸ ਦੀ ਜਿਹੜੀ ਇਹ ਨੇਬੂਲਾ ਕ੍ਰਾਸ ਈ ਹੈ ਇਹ ਕਿੰਨੀ ਹੋਏਗੀ। ਇਹ ਇੱਕ ਤਾਂ ਇਸ ਦੇ ਵਿੱਚ ਪਹਿਲਾਂ ਡੈਲ ਏ ਬਾਏ ਡੈਲ ਟੀ ਦੇ ਨਾਲ ਇਸ ਦਾ ਕ੍ਰਾਸ ਪ੍ਰੋਡਕਟ ਹੋਏਗਾ ਅਤੇ ਇਸਦੇ ਨਾਲ ਅੱਗੇ ਮਾਈਨਸ ਵੀ ਹੈ। ਦੂਜੀ ਵਾਰੀ ਇਹ ਪੋਜ਼ੀਟਿਵ ਦਾ ਨਿਸ਼ਾਨ ਹੈ ਕਿਉਂਕਿ ਇੱਥੇ ਦੋਨੋਂ ਮਾਈਨਸ ਨੇ ਅਤੇ ਇੱਥੇ ਪੋਜ਼ੀਟਿਵ ਆ ਜਾਂਦਾ। ਅਤੇ ਇੱਥੇ ਏ ਨੋਟ ਦੇ ਨਾਲ ਇਸ ਦਾ ਕ੍ਰਾਸ ਪ੍ਰੋਡਕਟ ਹੈ ਨੇਬੂਲਾ ਦੇ ਨਾਲ। ਅਤੇ ਇਹ 8.8 ਨੰਬਰ ਇਕੁਏਸ਼ਨ ਹੈ। ਤਾਂ ਸੱਜੇ ਪਾਸੇ ਦੂਜੀ ਰਕਮ ਇੱਕ ਗ੍ਰੇਡੀਐਂਟ ਦੀ ਕਰਲ ਹੈ। ਇਹ ਵਾਲੀ ਜਿਹੜੀ ਦੂਜੀ ਰਕਮ ਹੈ ਇਹ ਗ੍ਰੇਡੀਐਂਟ ਦੀ ਕਰਲ ਹੈ। ਅਤੇ ਸਾਡੀ ਦੂਜੀ ਵੈਕਟਰ ਮਾਤਰਾ ਇਹ ਵਾਲੀ ਜਿਹੜੀ ਪਹਿਲੀ ਰਕਮ ਹੈ ਇਹ ਇੱਕ ਵੈਕਟਰ ਮਾਤਰਾ ਨੂੰ ਦੱਸਦੀ ਹੈ ਕਿ ਇਹ 0 ਹੋਣੀ ਚਾਹੀਦੀ ਹੈ ਕਿਉਂਕਿ ਇਹ ਇੱਕ ਗ੍ਰੇਡੀਐਂਟ ਦੀ ਕਰਲ ਹੈ। ਅਸੀਂ ਪਹਿਲੀ ਰਕਮ ਨੂੰ ਇਸ ਤਰ੍ਹਾਂ ਨਾਲ ਦੁਬਾਰਾ ਲਿਖ ਸਕਦੇ ਹਾਂ। ਤਾਂ ਇਹ ਵਾਲੀ ਜਿਹੜੀ ਰਕਮ ਹੈ ਨੇਬਲਾ ਕ੍ਰਾਸ ਡੈਲ ਏ ਬਾਈ ਡੈਲ ਟੀ, ਇਸ ਨੂੰ ਅਸੀਂ ਇਸ ਤਰ੍ਹਾਂ ਨਾਲ ਲਿਖ ਸਕਦੇ ਹਾਂ। ਇਸ ਦੇ ਵਿੱਚ ਅਸੀਂ ਨੇਬਲਾ ਨੂੰ ਇਹਦੇ ਅੰਦਰ ਡਿਫਰੈਂਸ਼ੀਏਸ਼ਨ ਦੇ ਅੰਦਰ ਲੈ ਸਕਦੇ ਹਾਂ। ਅਜਿਹਾ ਕਿਉਂਕਿ ਸਾਨੂੰ ਡੈਰੀਵੇਟਿਵਾਂ ਨੂੰ ਵਟਾਉਣ ਦੀ ਆਗਿਆ ਹੁੰਦੀ ਹੈ। ਜਦੋਂ ਅਸੀਂ ਇੱਕ ਕਰਲ ਬਣਾਉਣ ਦੇ ਲਈ ਇੱਕ ਡੈਰੀਵੇਟਿਵ ਲੈਂਦੇ ਹਾਂ ਤਾਂ ਅਸੀਂ ਸਪੇਸ ਡੈਰੀਵੇਟਿਵ ਦੇ ਨਾਲ ਟਾਈਮ ਡੈਰੀਵੇਟਿਵ ਨੂੰ ਬਦਲ ਸਕਦੇ ਹਾਂ ਅਤੇ ਟਾਈਮ ਡੈਰੀਵੇਟਿਵ ਨੂੰ ਬਾਹਰ ਕੱਢ ਸਕਦੇ ਹਾਂ। ਇਸ ਲਈ ਵੈਕਟਰ ਪੋਟੈਂਸ਼ੀਅਲ ਦੇ ਟਾਈਮ ਡੈਰੀਵੇਟਿਵ ਦੀ ਕਰਲ ਏ ਵੈਕਟਰ ਦੀ ਕਰਲ ਦਾ ਟਾਈਮ ਡੈਰੀਵੇਟਿਵ ਹੁੰਦਾ। ਇੱਥੇ ਅਸੀਂ ਦੇਖ ਸਕਦੇ ਹਾਂ ਕਿ ਜਿਹੜੀ ਏ ਦੇ ਟਾਈਮ ਡੈਰੀਵੇਟਿਵ ਦੀ ਕਰਲ ਹੈ ਇਹ ਏ ਦੇ ਕਰਲ ਦਾ ਟਾਈਮ ਡੈਰੀਵੇਟਿਵ ਹੈ। ਇੱਕ ਨਤੀਜੇ ਵਜੋਂ ਇਕੁਏਸ਼ਨ 8.8 ਇਸ ਤੱਕ ਸਰਲ ਹੋ ਜਾਂਦੀ ਹੈ ਅਤੇ ਇਹ ਜਿਹੜੀ ਇਸ ਦੇ ਵੈਕਟਰ ਪੋਟੈਂਸ਼ੀਅਲ ਦੇ ਟਾਈਮ ਡੈਰੀਵੇਟਿਵ ਦੀ ਪਾਰਸ਼ਲ ਡੈਰੀਵੇਟਿਵ ਦੀ ਕਰਲ ਹੈ ਇਸ ਦਾ ਮਾਈਨਸ ਹੈ ਜਿਵੇਂ ਇਹ ਇਸ ਦੇ ਵੈਕਟਰ ਪੋਟੈਂਸ਼ੀਅਲ ਦੇ ਕਰਲ ਦਾ ਟਾਈਮ ਡੈਰੀਵੇਟਿਵ ਹੈ। ਪਰ ਅਸੀਂ ਪਹਿਲਾਂ ਹੀ ਜਾਣਦੇ ਇਕੁਏਸ਼ਨ ਜਿਵੇਂ ਬੀ ਇਹ ਏ ਦੀ ਕਰਲ ਹੈ ਤਾਂ ਏ ਦੀ ਕਰਲ ਮੈਗਨੈਟਿਕ ਫੀਲਡ ਬੀ ਹੁੰਦੀ ਹੈ
ਇਸ ਲਈ ਅਸੀਂ ਇੱਕ ਦੂਜੀ ਮੈਕਸਵੈਲ ਇਕੁਏਸ਼ਨ ਲਿਖ ਸਕਦੇ ਹਾਂ। ਦੂਜੀ ਮੈਕਸਵੈਲ ਇਕੁਏਸ਼ਨ ਹੈ ਕਿ ਇਲੈਕਟ੍ਰਿਕ ਫੀਲਡ ਦੀ ਜਿਹੜੀ ਕਰਲ ਹੈ ਇਹ ਡੈਲ ਬਾਈ ਡੈਲ, ਕਿਉਂਕਿ ਇੱਥੇ ਅ, ਅਸੀਂ ਅਗਰ ਈ ਭਰਦੇ ਹਾਂ ਈ ਦੀ ਜਗ੍ਹਾ ਤਾਂ ਇਹ ਮੈਗਨੈਟਿਕ ਫੀਲਡ ਬਣ ਜਾਂਦੀ ਹੈ। ਤਾਂ ਇਹ ਜਿਹੜਾ ਪਾਰਸ਼ਲ ਡੈਰੀਵੇਟਿਵ ਟਾਈਮ ਡੈਰੀਵੇਟਿਵ ਇਹ ਵੀ ਦਾ ਪਾਰਸ਼ਲ ਡੈਰੀਵੇਟਿਵ ਬਣੇਗਾ ਇੱਥੇ। 8.9 ਨੰਬਰ ਇਕੁਏਸ਼ਨ ਬਣ ਜਾਏਗੀ। ਜਾਂ ਫਿਰ ਇੱਥੇ ਇਸ ਨੂੰ ਇਸ ਤਰ੍ਹਾਂ ਨਾਲ ਕਹਿ ਸਕਦੇ ਹਾਂ ਅਸੀਂ ਕਿ ਈ ਦੀ ਕਰਲ ਹੈ ਜੋ ਇਸ ਦੇ ਵਿੱਚ ਬੀ ਦਾ ਟਾਈਮ ਡੈਰੀਵੇਟਿਵ ਜੋੜ ਕੇ 0 ਹੋ ਜਾਂਦੀ ਹੈ ਇਕੁਏਸ਼ਨ। 8.10 ਨੰਬਰ ਇਕੁਏਸ਼ਨ। ਇਹ ਵੈਕਟਰ ਇਕੁਏਸ਼ਨ 3 ਇਕੁਏਸ਼ਨਾਂ ਪ੍ਰਸਤੁਤ ਕਰਦੀ ਹੈ। ਸਪੇਸ ਦੇ ਹਰੇਕ ਕੰਪੋਨੈਂਟ ਦੇ ਲਈ ਇੱਕ ਇਕੁਏਸ਼ਨ ਪ੍ਰਸਤੁਤ ਕਰਦੀ ਹੈ। ਤਾਂ ਇਕੁਏਸ਼ਨ 8.5 ਉੱਪਰ ਲਿਖੀ ਗਈ ਹੈ ਕਿ ਬੀ ਦੀ ਜਿਹੜੀ ਡਾਇਵਰਜੈਂਸ ਹੈ 0 ਹੈ, ਅਤੇ 8.10 ਨੰਬਰ ਇਕੁਏਸ਼ਨ ਹੈ ਜਿਹੜੀ ਇਹ ਵਾਲੀ, ਇਹਨਾਂ ਨੂੰ ਹੋਮੋਜੀਨੀਅਸ ਮੈਕਸਵੈਲ ਇਕੁਏਸ਼ਨਾਂ ਕਿਹਾ ਜਾਂਦਾ। ਬੇਸ਼ੱਕ ਹੋਮੋਜੀਨੀਅਸ ਮੈਕਸਵੈਲ ਇਕੁਏਸ਼ਨਾਂ ਆਇਡੈਂਟੀਟੀਆਂ ਵਜੋਂ ਵਿਉਂਤਬੰਦ ਕੀਤੀਆਂ ਗਈਆਂ ਸਨ, ਫਿਰ ਵੀ ਮਹੱਤਵਪੂਰਨ ਸਮੱਗਰੀ ਰੱਖਦੀਆਂ ਹਨ। ਇਕੁਏਸ਼ਨ 8.5 ਨੰਬਰ ਹੈ ਜੋ ਇਹ, ਇਸ ਦਾ ਹੁਣ ਇੱਥੇ 8.11 ਬਣਾਤਾ ਕਿ ਬੀ ਦੀ ਡਾਇਵਰਜੈਂਸ 0 ਹੈ। ਇਸ ਮਹੱਤਵਪੂਰਨ ਤੱਥ ਨੂੰ ਲਿਖਦੀ ਹੈ ਕਿ ਇਕੁਏਸ਼ਨ ਵਿੱਚ ਕੋਈ ਵੀ ਮੈਗਨੈਟਿਕ ਚਾਰਜ ਨਹੀਂ ਹੁੰਦਾ। ਕੁਦਰਤ ਦੇ ਵਿੱਚ ਕੋਈ ਵੀ ਮੈਗਨੈਟਿਕ ਚਾਰਜ ਨਹੀਂ ਹੁੰਦਾ। ਜੇਕਰ ਇਹ ਸੱਚਮੁੱਚ ਇੱਕ ਤੱਥ ਹੈ, ਬੁਨਿਆਦੀ ਰਕਮਾਂ ਦੇ ਵਿੱਚ ਇਹ ਬਿਆਨ ਕਰਦੀ ਹੈ ਕਿ ਇਲੈਕਟ੍ਰਿਕ ਫੀਲਡ ਤੋਂ ਉਲਟ ਮੈਗਨੈਟਿਕ ਫਲਕਸ ਦੀਆਂ ਰੇਖਾਵਾਂ ਕਦੇ ਵੀ ਨਹੀਂ ਮੁੱਕਦੀਆਂ। ਕੀ ਇਸ ਦਾ ਮਤਲਬ ਹੈ ਕਿ ਮੈਗਨੈਟਿਕ ਮੋਨੋਪੋਲ ਜੋ ਇਲੈਕਟ੍ਰੀਕਲ ਤੌਰ ਤੇ ਚਾਰਜ ਕੀਤੇ ਕਣਾਂ ਦੇ ਮੈਗਨੈਟਿਕ ਐਨਾਲੋਗ ਹੁੰਦੇ ਆ, ਇਹ ਅਸੰਭਵ ਹੁੰਦੇ ਆ? ਇੱਥੇ ਇਸ ਦਾ ਜਵਾਬ ਨਹੀਂ ਦੇਵਾਂਗੇ, ਪਰ ਇਸ ਕੋਰਸ ਦੇ ਅਖੀਰ ਵਿੱਚ ਅਸੀਂ ਵਿਸਥਾਰਪੂਰਵਕ ਇਸ ਮਸਲੇ ਦੀ ਜਾਂਚ ਕਰਾਂਗੇ। ਕੁਐਸਚਨ 8.10 ਦੇ ਬਾਰੇ ਕੀ ਖਿਆਲ ਹੈ? ਕੀ ਇਹ ਨਤੀਜੇ ਰੱਖਦੀ ਹੈ? ਨਿਸ਼ਚਿਤ ਤੌਰ ਤੇ ਇਹ ਨਤੀਜੇ ਰੱਖਦੀ ਹੈ। ਕੁਐਸਚਨ 8.10 ਫੈਰਾਡੇ ਦੇ ਨਿਯਮ ਦੀ ਇੱਕ ਗਣਿਤਿਕ ਵਿਉਂਤਬੰਦੀ ਹੈ ਜੋ ਮੋਟਰਾਂ ਅਤੇ ਜਨਰੇਟਰਾਂ ਵਰਗੇ ਸਾਰੇ ਇਲੈਕਟ੍ਰੋ ਮਕੈਨੀਕਲ ਯੰਤਰਾਂ ਦੇ ਕਾਰਜ ਪ੍ਰਣਾਲੀ ਨੂੰ ਨਿਯੰਤਰਿਤ ਕਰਦੀ ਹੈ। ਇਸ ਲੈਕਚਰ ਦੇ ਅੰਤ ਵਿੱਚ ਅਸੀਂ ਹੋਰਾਂ ਦੇ ਨਾਲ ਫੈਰਾਡੇ ਦੇ ਨਿਯਮਾਂ ਦੇ ਵੱਲ ਵੀ ਵਾਪਸ ਆਵਾਂਗੇ। ਦੋ ਹੋਰ ਮੈਕਸਵੈਲ ਇਕੁਏਸ਼ਨਾਂ ਹੈਗੀਆਂ ਜੋ ਗਣਿਤਿਕ ਆਇਡੈਂਟੀਟੀਆਂ ਨਹੀਂ ਹੈਗੀਆਂ, ਜਿਸ ਦਾ ਅਰਥ ਹੈ ਕਿ ਉਹਨਾਂ ਨੂੰ ਈ ਅਤੇ ਬੀ ਦੀਆਂ ਪਰਿਭਾਸ਼ਾਵਾਂ ਤੋਂ ਵਿਉਂਤਬੰਦ ਨਹੀਂ ਕੀਤਾ ਜਾ ਸਕਦਾ। ਜੋ ਤੁਸੀਂ ਉਹਨਾਂ ਨੂੰ ਕੰਪੋਨੈਂਟਾਂ ਦੇ ਰੂਪ ਦੇ ਵਿੱਚ ਲਿਖਦੇ ਹੋ ਤਾਂ ਇਹ 4 ਹੋਰ ਹੁੰਦੀਆਂ। ਸਾਡਾ ਅੰਤਿਮ ਮਕਸਦ ਉਹਨਾਂ ਨੂੰ ਇੱਕ ਐਕਸ਼ਨ ਪ੍ਰਿੰਸੀਪਲ ਤੋਂ ਵਿਉਂਤਬੰਦ ਕਰਨਾ ਹੈ, ਪਰ ਮੂਲ ਤੌਰ ਤੇ ਇਹ ਅਨੁਭਵ ਸਿੱਧ ਸਿਧਾਂਤਾਂ ਵਜੋਂ ਖੋਜੀਆਂ ਗਈਆਂ ਸਨ ਜੋ ਚਾਰਜਾਂ, ਇਲੈਕਟ੍ਰਿਕ ਕਰੰਟਾਂ ਅਤੇ ਚੁੰਬਕਾਂ ਉੱਤੇ ਪ੍ਰਯੋਗਾਂ ਦੇ ਨਤੀਜਿਆਂ ਦਾ ਸਾਰਾਂਸ਼ ਹੁੰਦੀਆਂ। ਦੋਵੇਂ ਵਾਧੂ ਇਕੁਏਸ਼ਨਾਂ 8.5 ਅਤੇ 8.10 ਦੇ ਨਾਲ ਮਿਲਦੀਆਂ ਜੁਲਦੀਆਂ, ਜਿਨ੍ਹਾਂ ਦੇ ਵਿੱਚ ਇਲੈਕਟ੍ਰਿਕ ਅਤੇ ਮੈਗਨੈਟਿਕ ਫੀਲਡਾਂ ਦੇ ਰੋਲ ਵਟਾ ਲਏ ਜਾਂਦੇ ਆ। ਪਹਿਲੀ ਇੱਕ ਸਿੰਗਲ ਇਕੁਏਸ਼ਨ ਹੈ, ਇਹ ਹੈਗੀ ਹੈ ਕਿ ਇਲੈਕਟ੍ਰਿਕ ਫੀਲਡ ਦੀ ਡਾਇਵਰਜੈਂਸ ਰੋ, ਜਿਸ ਨੂੰ ਚਾਰਜ ਡੈਂਸਿਟੀ ਕਿਹਾ ਜਾਂਦਾ, ਇਸ ਦੇ ਬਰਾਬਰ ਹੈ 8.12 ਨੰਬਰ। ਤੇ ਇਹ ਇਕੁਏਸ਼ਨ 8.5 ਦੇ ਨਾਲ ਮਿਲਦੀ ਹੈ, ਸਿਵਾਏ ਇਸ ਦੇ ਕਿ ਸੱਜਾ ਪਾਸਾ ਇਸ ਦਾ 0 ਨਹੀਂ ਹੈਗਾ। ਇਸ ਦੇ ਵਿੱਚ ਮੈਗਨੈਟਿਕ ਫੀਲਡ ਯੂਜ਼ ਕੀਤੀ ਗਈ ਹੈ, ਉਸ ਦੇ ਵਿੱਚ ਇਲੈਕਟ੍ਰਿਕ ਫੀਲਡ ਯੂਜ਼ ਕਰਨੀ ਹੁੰਦੀ ਹੈ। ਤੇ ਮਾਤਰਾ ਰੋ ਇੱਕ ਇਲੈਕਟ੍ਰਿਕ ਚਾਰਜ ਦੀ ਡੈਂਸਿਟੀ ਹੈ, ਯਾਨੀ ਕਿ ਸਪੇਸ ਦੇ ਹਰੇਕ ਬਿੰਦੂ ਉੱਤੇ ਇਕਾਈ ਵੋਲਿਊਮ ਦੇ ਵਿੱਚ ਜਿੰਨਾ ਚਾਰਜ ਹੁੰਦਾ ਉਸ ਨੂੰ ਦਰਸਾਉਂਦੀ ਹੈ। ਇਕੁਏਸ਼ਨ ਇਹ ਤੱਥ ਪ੍ਰਸਤੁਤ ਕਰਦੀ ਹੈ ਕਿ ਇਲੈਕਟ੍ਰਿਕ ਚਾਰਜ ਆਪਣੇ ਨਾਲ ਜਿੱਥੇ ਵੀ ਜਾਂਦੇ ਆ ਆਪਣੀਆਂ ਇਲੈਕਟ੍ਰਿਕ ਫੀਲਡਾਂ ਦੇ ਦੁਆਰਾ ਘਿਰੇ ਰਹਿੰਦੇ ਆ। ਇਹ ਕੂਲਮ ਦੇ ਨਾਲ ਸੰਬੰਧਿਤ ਗੱਲ ਹੈ, ਜਿਵੇਂ ਅਸੀਂ ਦੇਖਾਂਗੇ। ਦੂਜੀ ਇਕੁਏਸ਼ਨ ਜੋ ਸੱਚਮੁੱਚ 3 ਇਕੁਏਸ਼ਨ ਹੈ, ਇਕੁਏਸ਼ਨ 8.10 ਦੇ ਨਾਲ ਮਿਲਦੀ ਜੁਲਦੀ ਹੈ। ਤਾਂ ਇਹ ਹੈਗੀ ਹੈ ਕਿ ਮੈਗਨੈਟਿਕ ਫੀਲਡ ਦੀ, ਇਹਦੇ ਵਿੱਚ ਇਲੈਕਟ੍ਰਿਕ ਫੀਲਡ ਦੀ ਕਰਲ ਸੀਗੀ, ਇੱਥੇ ਮੈਗਨੈਟਿਕ ਫੀਲਡ ਦੀ ਕਰਲ ਹੈ। ਇਹ ਇਸ ਦੇ ਵਿੱਚ ਅਗਰ ਇੱਧਰ ਮੈਗਨੈਟਿਕ ਫੀਲਡ ਦਾ ਟਾਈਮ ਡੈਰੀਵੇਟਿਵ ਹੈ ਅਤੇ ਇਲੈਕਟ੍ਰਿਕ ਫੀਲਡ ਦਾ ਟਾਈਮ ਡੈਰੀਵੇਟਿਵ ਹੈ, ਇਹ ਇਟ ਇਜ਼ ਇਕੁਅਲ ਟੂ ਕਰੰਟ ਡੈਂਸਿਟੀ ਹੈ, ਜੇ ਵੈਕਟਰ ਦੇ ਬਰਾਬਰ ਇਸ ਨੂੰ ਲਿਖਿਆ ਜਾਂਦਾ। 8.13 ਨੰਬਰ। ਤਾਂ ਅੱਗੇ ਇੱਕ ਸਾਰਣੀ ਆਏਗੀ, ਤਾਂ ਇਹ ਮੈਕਸਵੈਲ ਇਕੁਏਸ਼ਨਾਂ ਅਤੇ ਵੈਕਟਰ ਪੋਟੈਂਸ਼ੀਅਲਾਂ ਤੋਂ ਉਹਨਾਂ ਦੀਆਂ ਵਿਉਂਤਬੰਦੀਆਂ ਨੂੰ ਦਰਸਾਏਗੀ।
ਇੱਥੇ ਇਹ ਆ ਗਈ ਹੈ ਸਾਰਣੀ। ਇਸ ਦੇ ਵਿੱਚ ਵਿਉਂਤਬੰਦੀ ਹੈ ਵੈਕਟਰ ਆਇਡੈਂਟੀਟੀਆਂ ਤੋਂ ਹੈ, ਤੇ ਇਕੁਏਸ਼ਨ ਹੈਗੀ ਹੈ ਇਹ ਬੀ ਦੀ ਡਾਇਵਰਜੈਂਸ 0 ਹੈ, ਤੇ ਹੋਮੋਜੀਨੀਅਸ ਇਕੁਏਸ਼ਨ ਹੈ ਇਹ। ਇਸ ਤਰ੍ਹਾਂ ਇਹ ਇਲੈਕਟ੍ਰਿਕ ਫੀਲਡ ਦੀ ਕਰਲ ਤੇ ਮੈਗਨੈਟਿਕ ਫੀਲਡ ਦਾ ਪਾਰਸ਼ਲ ਟਾਈਮ ਡੈਰੀਵੇਟਿਵ ਦੋਨਾਂ ਦਾ ਜੋੜ 0 ਹੁੰਦਾ, ਤੇ ਇੱਕ ਐਕਸ਼ਨ ਪ੍ਰਿੰਸੀਪਲ ਤੋਂ ਇਹ ਬਣਾਈ ਜਾਂਦੀ ਹੈ ਕਿ ਇਸ ਦਾ ਇਲੈਕਟ੍ਰਿਕ ਫੀਲਡ ਦੀ ਜੋ ਡਾਇਵਰਜੈਂਸ ਹੈ ਇਹ ਰੋ ਦੇ ਬਰਾਬਰ ਹੈ ਚਾਰਜ ਡੈਂਸਿਟੀ ਦੇ, ਤੇ ਗੈਰ ਹੋਮੋਜੀਨੀਅਸ ਇਕੁਏਸ਼ਨ ਆ ਇਹਨੇ ਕੇਸ ਦੇ ਵਿੱਚ ਬੀ ਦੀ ਕਰਲ ਹੈ ਜੋ, ਤੇ ਇਸ ਦੇ ਵਿੱਚੋਂ ਇਲੈਕਟ੍ਰਿਕ ਫੀਲਡ ਦੇ ਪਾਰਸ਼ਲ ਟਾਈਮ ਡੈਰੀਵੇਟਿਵ ਦਾ ਡਿਫਰੈਂਸ ਹੈ ਜਿਹੜਾ ਇਹ ਕਰੰਟ ਡੈਂਸਿਟੀ ਦੇ ਬਰਾਬਰ ਹੈ। ਫਿਰ ਤੋਂ ਇਲੈਕਟ੍ਰਿਕ ਅਤੇ ਮੈਗਨੈਟਿਕ ਫੀਲਡਾਂ ਦੇ ਵਟਾਂਦਰੇ ਤੋਂ ਇਲਾਵਾ ਚਿੰਨ੍ਹ ਦੀ ਇੱਕ ਤਬਦੀਲੀ ਤੋਂ ਇਲਾਵਾ ਇਕੁਏਸ਼ਨ 8.10 ਹੈ ਜੋ ਅਤੇ ਇੱਕ 8.13 ਨੰਬਰ ਇਕੁਏਸ਼ਨ ਹੈ, ਇਹਨਾਂ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਫਰਕ ਇਹ ਹੈ ਕਿ 8.13 ਦਾ ਸੱਜਾ ਹਿੱਸਾ 0 ਹੈ ਅਤੇ 13 ਦਾ ਹਿੱਸਾ 0 ਨਹੀਂ ਹੈਗਾ, ਤੇ 8.10 ਦਾ 0 ਹੈ। ਤੇ ਮਾਤਰਾ ਜੇ ਹੈ ਜੋ ਇਹ ਕਰੰਟ ਡੈਂਸਿਟੀ ਹੁੰਦੀ ਹੈ ਜੋ ਚਾਰਜ ਦਾ ਵਹਾਅ ਪ੍ਰਸਤੁਤ ਕਰਦੀ ਹੈ। ਉਦਾਹਰਨ ਲਈ ਇੱਕ ਤਾਰ ਰਾਹੀਂ ਗੁਜ਼ਰਦਾ ਇਲੈਕਟ੍ਰੋਨਾਂ ਦਾ ਪ੍ਰਵਾਹ ਇਹ ਦਰਸਾਉਂਦੀ ਹੈ। ਤੇ ਇਕੁਏਸ਼ਨ 8.13 ਦੀ ਸਮੱਗਰੀ ਇਹ ਹੈ ਕਿ ਚਾਰਜ ਦੇ ਵਹਿ ਰਹੇ ਕਰੰਟਾਂ ਦੀ ਚਾਰਜ ਦੇ ਵਹਿ ਰਹੇ ਕਰੰਟ ਵੀ ਫੀਲਡਾਂ ਦੇ ਰਾਹੀਂ ਘਿਰੇ ਹੁੰਦੇ ਆ। ਇਹ ਸਵਾਲ ਵੀ ਇੱਕ ਨਿਯਮ ਦੇ ਨਾਲ ਸੰਬੰਧ ਰੱਖਦਾ ਹੈ, ਅੰਪੀਅਰ ਦਾ ਨਿਯਮ ਕਿਹਾ ਜਾਂਦਾ ਜਿਸ ਨੂੰ, ਜੋ ਇੱਕ ਤਾਰ ਦੇ ਵਿੱਚ ਕਰੰਟ ਰਾਹੀਂ ਪੈਦਾ ਹੋਈ ਮੈਗਨੈਟਿਕ ਫੀਲਡ ਨੂੰ ਨਿਰਧਾਰਿਤ ਕਰਦਾ ਹੈ। ਤਾਂ ਸਾਰਣੀ 8.1 ਇਹ ਵਾਲੀ ਜੋ ਸਾਰਣੀ ਹੈ ਇਹ ਚਾਰੇ ਮੈਕਸਵੈਲ ਇਕੁਏਸ਼ਨਾਂ ਦਿਖਾਉਂਦੀ ਹੈ। ਅਸੀਂ ਪਹਿਲਾਂ ਦੋ ਇਕੁਏਸ਼ਨਾਂ ਵੈਕਟਰ ਪੋਟੈਂਸ਼ੀਅਲ ਪ੍ਰਤੀ ਵੈਕਟਰ ਆਇਡੈਂਟੀਟੀਆਂ ਲਾਗੂ ਕਰਕੇ ਵਿਉਂਤਬੰਦ ਕੀਤੀਆਂ। ਦੂਜੀਆਂ ਦੋ ਇਕੁਏਸ਼ਨਾਂ ਵੀ ਵੈਕਟਰ ਪੋਟੈਂਸ਼ੀਅਲ ਤੋਂ ਆਉਂਦੀਆਂ, ਪਰ ਉਹ ਡਾਇਨਾਮਿਕਲ ਜਾਣਕਾਰੀ ਰੱਖਦੀਆਂ ਅਤੇ ਸਾਨੂੰ ਉਹਨਾਂ ਨੂੰ ਵਿਉਂਤਬੰਦ ਕਰਨ ਦੇ ਲਈ ਇੱਕ ਐਕਸ਼ਨ ਪ੍ਰਿੰਸੀਪਲ ਦੀ ਜ਼ਰੂਰਤ ਹੁੰਦੀ ਹੈ। ਅਸੀਂ ਅਗਲੇ ਲੈਕਚਰ ਵਿੱਚ ਅਜਿਹਾ ਕਰਾਂਗੇ। ਇਕੁਏਸ਼ਨਾਂ ਦਾ ਦੂਜਾ ਗਰੁੱਪ ਪਹਿਲੇ ਗਰੁੱਪ ਦੇ ਨਾਲ ਬਹੁਤ ਮਿਲਦਾ ਜੁਲਦਾ ਲੱਗਦਾ, ਪਰ ਈ ਅਤੇ ਬੀ ਦੇ ਰੋਲ ਤਕਰੀਬਨ ਆਪਸ ਵਿੱਚ ਵਟ ਜਾਂਦੇ ਆ। ਮੈਂ ਤਕਰੀਬਨ ਇਸ ਲਈ ਕਿਹਾ ਕਿਉਂਕਿ ਇਹਨਾਂ ਦੀ ਬਣਤਰ ਵਿੱਚ ਛੋਟੇ ਪਰ ਮਹੱਤਵਪੂਰਨ ਫਰਕ ਹੁੰਦੇ ਆ। ਸ਼ੁਰੂ ਕਰਨ ਲਈ ਚਿੰਨ੍ਹ ਜ਼ਰਾ ਵੱਖਰੇ ਆ। ਦੂਜੇ ਗਰੁੱਪ ਵਿੱਚ ਇਕੁਏਸ਼ਨਾਂ ਗੈਰ ਹੋਮੋਜੀਨੀਅਸ ਵੀ ਸਨ। ਸੱਜੇ ਪਾਸੇ ਇਹਨਾਂ ਦੇ ਵਿੱਚ ਚਾਰਜ ਡੈਂਸਿਟੀ ਰੋ ਅਤੇ ਕਰੰਟ ਡੈਂਸਿਟੀ ਜੇ ਮਾਤਰਾਵਾਂ ਸ਼ਾਮਲ ਆ ਜੋ ਪਹਿਲੇ ਗਰੁੱਪ ਦੇ ਵਿੱਚ ਨਹੀਂ ਦਿਖਦੀਆਂ। ਅਗਲੇ ਸੈਕਸ਼ਨ ਵਿੱਚ ਰੋ ਅਤੇ ਜੇ ਦੇ ਬਾਰੇ ਕਹਿਣ ਲਈ ਸਾਡੇ ਕੋਲ ਜ਼ਿਆਦਾ ਹੋਏਗਾ। ਅਗਲੇ ਸੈਕਸ਼ਨ ਵਿੱਚ ਚਾਰਜ ਡੈਂਸਿਟੀ ਰੋ ਪ੍ਰਤੀ ਯੂਨਿਟ ਵੋਲੀਅਮ ਚਾਰਜ ਦੀ ਮਾਤਰਾ ਹੁੰਦੀ ਹੈ। ਠੀਕ ਜਿਵੇਂ ਤੁਸੀਂ ਉਮੀਦ ਕਰੋਗੇ 3 ਡਾਇਮੈਂਸ਼ਨਾਂ ਦੇ ਵਿੱਚ ਇਹ ਇੱਕ ਸਕੇਲਰ ਹੁੰਦੀ ਹੈ। ਤਾਂ ਕਰੰਟ ਡੈਂਸਿਟੀ ਇੱਕ 3 ਵੈਕਟਰ ਹੁੰਦੀ ਹੈ। ਕੁਝ ਪਲ ਬਾਅਦ ਅਸੀਂ ਦੇਖਾਂਗੇ ਕਿ 4 ਵੈਕਟਰ ਭਾਸ਼ਾ ਦੇ ਵਿੱਚ ਚੀਜ਼ਾਂ ਜਿਹੜਾ ਜ਼ਿਆਦਾ ਗੁੰਝਲਦਾਰ ਹੁੰਦੀਆਂ। ਅਸੀਂ ਖੋਜਾਂਗੇ ਕਿ ਜੇ ਦੇ ਤਿੰਨੇ ਕੰਪੋਨੈਂਟਾਂ ਨਾਲ ਮਿਲ ਕੇ ਰੋ ਇੱਕ 4 ਵੈਕਟਰ ਦੇ ਕੰਪੋਨੈਂਟ ਬਣਾ ਦਿੰਦੀ ਹੈ। ਚਾਰ ਆਯਾਮੀ ਸਪੇਸ ਟਾਈਮ ਦੇ ਵਿੱਚ ਇਸ ਲਈ ਰੋ ਇੱਕ ਸਕੇਲਰ ਨਹੀਂ ਹੁੰਦੀ, ਇਹ 4 ਵੈਕਟਰ ਦੇ ਸਮੇਂ ਦੇ ਕੰਪੋਨੈਂਟ ਵਜੋਂ ਬਦਲਦੀ ਹੈ। ਚਾਰਜ ਡੈਂਸਿਟੀ ਅਤੇ ਕਰੰਟ ਡੈਂਸਿਟੀ ਕੀ ਹਨ? ਤਾਂ ਹੁਣ ਸਾਡਾ ਨਵਾਂ ਚੈਪਟਰ ਸ਼ੁਰੂ ਹੋ ਰਿਹਾ, ਚਾਰਜ ਡੈਂਸਿਟੀ ਅਤੇ ਕਰੰਟ ਡੈਂਸਿਟੀ। ਇਹ ਦੋਵੇਂ ਕੀ ਹੁੰਦੀਆਂ? ਤਸਵੀਰ 8.3 ਅਤੇ 8.4 ਦੇ ਵਿੱਚ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਂ ਇੱਕ ਪਲ ਲਈ ਦੋਨੋਂ ਤਸਵੀਰਾਂ ਵੱਲ ਲੈ ਚੱਲਦਾ। ਇਹ 8.3 ਤਸਵੀਰ ਲਗਾਉਂਦਾ ਮੈਂ, ਤੇ ਇਹਦੇ ਵਿੱਚ ਇੱਥੇ ਐਕਸ ਐਕਸਸ ਹੈ, ਉੱਪਰ ਵੱਲ ਨੂੰ ਟੀ ਐਕਸਸ ਹੈ, ਤੇ ਜਿਹੜਾ ਇੱਧਰ ਵਾਲਾ ਜ਼ੈਡ ਐਕਸਸ ਲੈਣਾ ਚਾਹੀਦਾ ਸੀ ਇਹ ਜਾਂ ਵਾਈ, ਇਹ ਦੋਨੋਂ ਐਕਸਸ ਇੱਧਰ ਇਕੱਠੇ ਕਰਤੇ ਹੈ ਵਾਈ ਜ਼ੈਡ। ਤੇ ਇਸ ਦੇ ਵਿੱਚ ਇੱਥੇ ਇੱਕ ਕਿਊਬ ਹੈ ਜਿਸ ਦੀ ਮੋਟਾਈ ਨਹੀਂ ਦਿਖਾਈ ਗਈ, ਸਿਰਫ ਇਹ ਇੱਕ ਰੈਕਟੈਂਗਲ ਵਾਂਗੂ ਦਿਖਾਇਆ ਗਿਆ, ਲੇਕਿਨ ਇਹ ਡੱਬਾ ਹੈ। ਤੇ ਇਹ ਉੱਪਰ ਵੱਲ ਨੂੰ ਜਿਵੇਂ ਇਹ ਟਰਜੈਕਟਰੀ ਫੜੀ ਵੀ ਇਸ ਨੇ ਕੋਈ ਨਾ ਕੋਈ ਗਤੀ ਕਰਦਾ। ਤੇ ਇੱਧਰ ਇਸ ਦਾ ਵਰਟੀਕਲ ਰੂਪ ਹੈ ਏਸੇ ਦਾ। ਤੇ ਇੱਕ ਚੌਥੀ ਨੰਬਰ ਤਸਵੀਰ ਇਹ ਹੈ, ਇਸ ਦੇ ਵਿੱਚ ਐਕਸ ਵਾਈ ਜ਼ੈਡ 3 ਕੰਪੋਨੈਂਟ ਹੈ,
ਤੇ ਇਸ ਦੇ ਵਿੱਚ ਖੜਵੇਂ ਪਾਸੇ ਨੂੰ ਇੱਕ ਖਿੜਕੀ ਹੈ ਤੇ ਇਹਨਾਂ ਦੇ ਬਾਰੇ ਪੜ੍ਹ ਕੇ ਆਪਾਂ ਨੂੰ ਅੱਗੇ ਪਤਾ ਲੱਗੇਗਾ ਕਿ ਕੀ ਇਹਨਾਂ ਦਾ ਮਤਲਬ ਹੈ। ਆਓ ਪੜ੍ਹਦੇ ਹਾਂ। ਅ, ਇਹਨਾਂ ਤਸਵੀਰਾਂ ਦੇ ਵਿੱਚ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਇੱਕ ਸਮੱਸਿਆ ਹੈ ਕਿ ਮੈਂ ਨਹੀਂ ਜਾਣਦਾ ਕਿ 2 ਡਾਇਮੈਂਸ਼ਨਲ ਜਿਹੜਾ ਪੇਜ ਹੈ ਜਾਂ 2 ਡਾਇਮੈਂਸ਼ਨਲ ਸਕਰੀਨ ਦੇ ਉੱਤੇ ਫੇਸ ਟਾਈਮ ਦੇ ਚਾਰੇ ਆਯਾਮਾਂ ਨੂੰ ਕਿਵੇਂ ਡਰਾਇੰਗ ਕਰਨਾ ਹੈ, ਕਿਵੇਂ ਵਾਹੁਣਾ ਹੈ। ਦਿਮਾਗ ਵਿੱਚ ਰੱਖੋ ਜਿਵੇਂ ਤੁਸੀਂ ਇਹਨਾਂ ਤਸਵੀਰਾਂ ਦੀ ਵਿਆਖਿਆ ਕਰੋ। ਕੁਝ ਇਹ ਕੁਝ ਅਮੂਰਤ ਸਮਝ ਦੀ ਮੰਗ ਕਰਦੀਆਂ। ਚਾਰਜ ਡੈਂਸਿਟੀ ਬਿਲਕੁਲ ਉਹੀ ਚੀਜ਼ ਹੈ ਜੋ ਇਹ ਲੱਗਦੀ ਹੈ। ਤੁਸੀਂ 3 ਡਾਇਮੈਂਸ਼ਨਲ ਸਪੇਸ ਦੇ ਇੱਕ ਛੋਟੇ ਖੇਤਰ ਉੱਤੇ ਦੇਖਦੇ ਹੋ ਅਤੇ ਉਸ ਖੇਤਰ ਵਿਚਲੇ ਚਾਰਜ ਦੀ ਕੁੱਲ ਮਾਤਰਾ ਨੂੰ ਵੈਕਟਰ ਦੇ ਵੋਲੀਊਮ ਦੇ ਨਾਲ ਤਕਸੀਮ ਕਰ ਦਿੰਦੇ ਆ। ਤਾਂ ਚਾਰਜ ਡੈਂਸਿਟੀ ਇਸ ਡੈਨੋਮੀਨੇਟਰ ਦਾ ਹੱਦ ਵਾਲਾ ਮੁੱਲ ਹੁੰਦੀ ਹੈ ਜਦੋਂ ਵੋਲੀਊਮ ਬਹੁਤ ਘੱਟ ਹੋ ਜਾਂਦਾ। ਤਾਂ ਆਓ ਇਸ ਯੋਜਨਾ ਨੂੰ 4 ਡਾਇਮੈਂਸ਼ਨਲ ਸਪੇਸ ਟਾਈਮ ਦੇ ਦ੍ਰਿਸ਼ਟੀਕੋਣ ਤੋਂ ਦਰਸਾਈਏ। ਤਸਵੀਰ 8.3 ਸਪੇਸ ਟਾਈਮ ਦੀਆਂ ਸਭ ਚਾਰੇ ਦਿਸ਼ਾਵਾਂ ਨੂੰ ਚਿੱਤਰਨ ਕਰਨ ਦਾ ਯਤਨ ਕਰਦੀ ਹੈ। ਤਾਂ ਜਿਵੇਂ ਤਸਵੀਰ ਦੇ ਵਿੱਚ ਤੁਸੀਂ ਦੇਖਿਆ ਕਿ ਇਹਦੇ ਵਿੱਚ ਚਾਰੇ ਦਿਸ਼ਾਵਾਂ ਕਿਵੇਂ ਦਿਖਾਈਆਂ ਗਈਆਂ। ਆਮ ਵਾਂਗ ਵਰਟੀਕਲ ਐਕਸਿਸ ਟਾਈਮ ਪ੍ਰਸਤੁਤ ਕਰਦਾ ਹੈ ਅਤੇ ਐਕਸ ਐਕਸਿਸ ਸੱਜੇ ਵੱਲ ਇਸ਼ਾਰਾ ਕਰਦਾ। ਸਕਰੀਨ ਤੋਂ ਬਾਹਰ ਵੱਲ ਇਸ਼ਾਰਾ ਕਰਦਾ ਸਪੇਸੀਅਲ ਐਕਸੈਸ ਜਿਹੜਾ ਵਾਈ ਜ਼ੈਡ ਦੇ ਨਾਲ ਦਿੱਤਾ ਗਿਆ, ਇਹ ਵਾਈ ਅਤੇ ਜ਼ੈਡ ਦੋਵੇਂ ਦਿਸ਼ਾਵਾਂ ਨੂੰ ਪ੍ਰਸਤੁਤ ਕਰਦਾ। ਤਸਵੀਰ ਦਾ ਅਮੂਰਤ ਸਮਝ ਵਾਲਾ ਹਿੱਸਾ ਇਹ ਹੈ, ਇਹ ਸੰਪੂਰਨ ਤੋਂ ਦੂਰ ਹੈ, ਪਰ ਤੁਹਾਨੂੰ ਯੋਜਨਾ ਦੀ ਸਮਝ ਆ ਜਾਂਦੀ ਹੈ ਇਸ ਦੇ ਨਾਲ। ਆਓ ਸਪੇਸ ਦੇ ਵਿੱਚ ਇੱਕ ਛੋਟਾ ਸੈੱਲ ਬਣਾਈਏ ਜੋ ਤਸਵੀਰ ਦੇ ਵਿੱਚ ਇੱਕ ਹੌਰੀਜ਼ੌਨਟਲ ਸਕੇਅਰ ਦੇ ਵਜੋਂ ਦਿਖਾਇਆ ਗਿਆ। ਇਸ ਦੇ ਬਾਰੇ 2 ਮਹੱਤਵਪੂਰਨ ਚੀਜ਼ਾਂ ਨੋਟ ਕਰਨ ਵਾਲੀਆਂ। ਪਹਿਲੀ, ਇਸ ਦੀ ਰੱਖਣ ਦੀ ਦਿਸ਼ਾ ਟਾਈਮ ਐਕਸਿਸ ਦੇ ਪ੍ਰਤੀ ਪਰਪੈਂਡੀਕੂਲਰ ਤੇ ਹੈ, ਸਮਕੋਣ ਤੇ ਹੈ। ਦੂਜੀ ਗੱਲ ਇਹ ਹੈ ਕਿ ਇਹ ਇੱਕ ਸਕੇਅਰ ਨਹੀਂ ਹੁੰਦਾ। ਵਾਈ ਜ਼ੈਡ ਐਕਸਿਸ ਦੇ ਪ੍ਰਤੀ ਸਮਾਨਾਂਤਰ ਕਿਨਾਰੇ ਬਿਲਕੁਲ ਖੇਤਰਫਲ ਹੁੰਦੇ ਹੈ ਅਤੇ ਸਕੇਅਰ ਸੱਚਮੁੱਚ ਦਾ ਇੱਕ 3 ਡਾਇਮੈਂਸ਼ਨਲ ਵੋਲੀਊਮ ਐਲੀਮੈਂਟ ਹੁੰਦਾ। ਦੂਜੇ ਸ਼ਬਦਾਂ ਵਿੱਚ ਇਹ ਇੱਕ ਕਿਊਬ ਹੁੰਦਾ, ਜਿਹੜਾ ਸਕੇਅਰ ਦਿਖਾਇਆ ਗਿਆ ਇੱਥੇ ਤਸਵੀਰ ਦੇ ਵਿੱਚ। ਤਸਵੀਰ 8.3 ਸਪੇਸ ਟਾਈਮ ਦੇ ਵਿੱਚ ਚਾਰਜ ਅਤੇ ਕਰੰਟ ਦੀ ਡੈਂਸਿਟੀ ਨੂੰ ਦਿਖਾਉਂਦੀ ਹੈ। ਵਾਈ ਜ਼ੈਡ ਧੁਰਾ ਜਿਹੜਾ ਐਕਸਰਸਾਈਜ਼ ਸਪੇਸ ਦੇ ਵਿੱਚ 2 ਦਿਸ਼ਾਵਾਂ ਨੂੰ ਦਰਸਾਉਂਦਾ। ਕਰਡ ਤੀਰ ਚਾਰਜ ਕੀਤੇ ਕਣ ਦੀਆਂ ਸੰਸਾਰ ਰੇਖਾਵਾਂ ਹੈ, ਵਿਸ਼ਵ ਲਾਈਨ ਜਿਸ ਨੂੰ ਕਿਹਾ ਗਿਆ। ਹੌਰੀਜ਼ੌਨਟਲ ਵਿੰਡੋ ਚਾਰਜ ਡੈਂਸਿਟੀ ਨੂੰ ਦਿਖਾਉਂਦੀ ਹੈ। ਵਰਟੀਕਲ ਵਿੰਡੋ ਜਿਹੜੀ ਇਹ ਕਰੰਟ ਡੈਂਸਿਟੀ ਦੇ ਐਕਸ ਹਿੱਸੇ ਨੂੰ ਦਰਸਾਉਂਦੀ ਹੈ, ਐਕਸ ਕੰਪੋਨੈਂਟ ਨੂੰ। ਤੇ ਤਸਵੀਰ 8.4 ਤੇ ਚੱਲਦੇ ਹਾਂ। ਇਸ ਦੇ ਵਿੱਚ ਜੋ ਦਿਖਾਇਆ ਗਿਆ ਇਸ ਦੀ ਥੋੜੀ ਡਿਸਕ੍ਰਿਪਸ਼ਨ ਇੱਥੇ। ਇਹ ਕਰੰਟ ਡੈਂਸਿਟੀ ਨੂੰ ਦਿਖਾਉਂਦੀ ਹੈ। ਇਹਦੇ ਵਿੱਚ ਸਮੇਂ ਵਾਲਾ ਐਕਸੈਸ ਨਹੀਂ ਦਿਖਾਇਆ ਗਿਆ, ਟਾਈਮ ਟੀ ਐਕਸੈਸ ਨਹੀਂ ਹੈਗਾ, ਐਕਸ ਵਾਈ ਜ਼ੈਡ ਤਿੰਨੇ ਹੈ। ਤਾਂ ਕਰਡ ਤੀਰ ਜਿਹੜੇ ਹੈਗੇ ਨੇ ਇਹਦੇ ਵਿੱਚ ਇਹ ਵਿਸ਼ਵ ਰੇਖਾਵਾਂ ਨਹੀਂ ਹੈਗੀਆਂ, ਪਰ ਸਿਰਫ ਸਪੇਸ ਦੇ ਵਿੱਚ ਟ੍ਰਜੈਕਟਰੀ ਨੂੰ ਦਰਸਾਉਂਦੇ ਆ। ਵਕਰਤ ਤੀਰ ਚਾਰਜ ਵਾਲੇ ਕਣਾਂ ਦੀਆਂ ਸੰਸਾਰ ਰੇਖਾਵਾਂ ਨੂੰ ਪ੍ਰਸਤੁਤ ਕਰਦੇ ਹਾਂ। ਅਸੀਂ ਕਲਪਨਾ ਕਰ ਸਕਦੇ ਹਾਂ ਕਿ ਸਪੇਸ ਅਤੇ ਟਾਈਮ ਇਹਨਾਂ ਸੰਸਾਰ ਰੇਖਾਵਾਂ ਦੇ ਨਾਲ ਭਰੇ ਹੋਏ ਹਨ, ਜੋ ਇੱਕ ਤਰਲ ਦੇ ਵਾਂਗੂ ਵਹਿ ਰਹੇ ਹਨ। ਸਾਡੇ ਛੋਟੇ ਕਿਊਬ ਰਾਹੀਂ ਗੁਜ਼ਰਨ ਵਾਲੀਆਂ ਵਿਸ਼ਵ ਜਿਹੜੀਆਂ ਲਾਈਨਾਂ ਰੇਖਾਵਾਂ ਹੈ, ਇਹਨਾਂ 'ਤੇ ਵਿਚਾਰ ਕਰਦੇ ਹਾਂ। ਯਾਦ ਰੱਖੋ ਕਿ ਸਾਡਾ ਕਿਊਬ ਹੈ ਜੋ ਟਾਈਮ ਐਕਸਿਸ ਦੇ ਪ੍ਰਤੀ ਪਰਪੈਂਡੀਕੂਲਰ 'ਤੇ ਹੁੰਦਾ, ਟਾਈਮ ਦੇ ਇੱਕੋ ਪਲ ਨੂੰ ਪ੍ਰਸਤੁਤ ਕਰਦਾ। ਤਾਂ ਅਸੀਂ ਇੱਥੇ ਦੂਜੀ 8.3 ਵਾਲੀ ਨੂੰ ਪਹਿਲਾਂ ਲਗਾ ਲੈਂਦੇ ਹਾਂ ਤਸਵੀਰ ਨੂੰ। ਇਸ ਦਾ ਅਰਥ ਹੈ ਕਿ ਕਿਊਬ ਦੇ ਵਿੱਚੋਂ ਗੁਜ਼ਰਨ ਵਾਲੇ ਕਣ ਨੇ ਜਿਹੜੇ ਇਹ ਸਰਲ ਤੌਰ 'ਤੇ ਟਾਈਮ ਦੇ ਉਸ ਪਲ ਉੱਤੇ ਕਿਊਬ ਦੇ ਵਿੱਚ ਮੌਜੂਦ ਕਣ ਹੀ ਹੁੰਦੇ ਹਨ। ਅਸੀਂ ਸਪੇਸ ਦੇ ਉਸ ਛੋਟੇ ਵੋਲੀਊਮ ਰਾਹੀਂ ਗੁਜ਼ਰਨ ਵਾਲੇ ਕੁੱਲ ਚਾਰਜ ਨੂੰ ਪ੍ਰਾਪਤ ਕਰਨ ਲਈ ਉਹਨਾਂ ਸਾਰੇ ਚਾਰਜਾਂ ਨੂੰ ਗਿਣਦੇ ਹਾਂ। ਇਸ ਸੰਦਰਭ ਦੇ ਵਿੱਚ ਲੰਘਣ ਦਾ ਇੱਕ ਖਾਸ ਅਰਥ ਹੁੰਦਾ। ਵੋਲੀਊਮ ਤੱਤ ਸਮੇਂ ਦੇ ਇੱਕ ਪਲ 'ਤੇ ਮੌਜੂਦ ਹੁੰਦਾ ਹੈ। ਕਣ ਅਤੀਤ ਵਿੱਚ ਸਨ ਅਤੇ ਫਿਰ ਉਹ ਭਵਿੱਖ ਵਿੱਚ ਹੁੰਦੇ ਆ, ਪਰ ਸਾਡੇ ਵੋਲੀਊਮ ਐਲੀਮੈਂਟ ਦੁਆਰਾ ਦਰਸਾਏ ਗਏ ਤਤਕਾਲ ਤੇ ਉਹ ਪਲ ਦੇ ਉੱਤੇ ਉਹ ਵੋਲੀਊਮ ਐਲੀਮੈਂਟ ਦੇ ਵਿੱਚ ਹੁੰਦੇ ਆ।
ਚਾਰਜ ਡੈਂਸਿਟੀ ਰੋ ਵੋਲਿਊਮ ਐਲੀਮੈਂਟ ਦੇ ਵਿੱਚ ਕੁੱਲ ਚਾਰਜ ਦੀ ਹੱਦ ਵਾਲੀ ਵੈਲਿਊ ਬਟਾ ਇਸ ਦਾ ਵੋਲਿਊਮ ਹੁੰਦੀ ਹੈ। ਤਾਂ ਰੋ ਹੈ ਜੋ ਇਹ ਡੈਲਟਾ ਕਿਊ ਬਾਈ ਡੈਲਟਾ ਵੀ ਅਤੇ ਵੋਲਿਊਮ ਹੈ। ਤਾਂ ਜਿਵੇਂ ਆਪਾਂ ਚਾਰਜ ਡਿਵਾਈਡ ਬਾਏ ਵੋਲਿਊਮ ਦੇ ਨਾਲ ਚਾਰਜ ਡੈਂਸਿਟੀ ਬਣਦੀ ਹੈ। ਤਾਂ ਕਰੰਟ ਡੈਂਸਿਟੀ ਬਾਰੇ ਕੀ ਖਿਆਲ ਹੈ? ਕਰੰਟ ਡੈਂਸਿਟੀ ਬਾਰੇ ਸੋਚਣ ਦਾ ਇੱਕ ਤਰੀਕਾ ਸਾਡੇ ਛੋਟੇ ਸਕੇਅਰ ਨੂੰ ਇਸ ਦੇ ਕਿਨਾਰੇ ਤੋਂ ਘੁਮਾ ਦੇਣਾ ਹੁੰਦਾ। ਵਰਟੀਕਲ ਤੌਰ ਤੇ ਰੱਖਿਆ ਸਕੇਅਰ ਤਸਵੀਰ 8.3 ਦੇ ਵਿੱਚ ਸੱਜੇ ਪਾਸੇ ਦਿਖਾਇਆ ਗਿਆ। ਇਹ ਡਾਇਗਰਾਮ ਸਗੋਂ ਹੋਰ ਜ਼ਿਆਦਾ ਅਮੂਰਤ ਸਮਝ ਮੰਗਦਾ। ਸਕੇਅਰ ਅਜੇ ਵੀ ਸਪੇਸ ਟਾਈਮ ਦੇ ਵਿੱਚ ਇੱਕ ਤਿੰਨ ਅਯਾਮੀ ਕਿਊਬ ਪ੍ਰਸਤੁਤ ਕਰਦਾ ਹੁੰਦਾ, ਪਰ ਇਹ ਕਿਊਬ ਸ਼ੁੱਧ ਤੌਰ ਤੇ ਸਪੇਸੀਅਲ ਨਹੀਂ ਹੁੰਦਾ, ਕਿਉਂਕਿ ਇੱਕ ਕਿਨਾਰਾ ਟੀ ਐਕਸਿਸ ਪ੍ਰਤੀ ਪੈਰਲਲ ਹੁੰਦਾ ਹੈ, ਜੋ ਇਸ ਦੀਆਂ ਤਿੰਨ ਡਾਇਮੈਂਸ਼ਨਾਂ ਦੇ ਵਿੱਚੋਂ ਇੱਕ ਟਾਈਮ ਹੁੰਦਾ ਹੈ। ਤਾਂ ਵਾਈ ਜ਼ੈਡ ਐਕਸਿਸ ਪ੍ਰਤੀ ਪੈਰਲਲ ਕਿਨਾਰੇ ਯਕੀਨੀ ਬਣਾਉਂਦੇ ਹਨ ਕਿ ਬਾਕੀ ਦੋ ਆਯਾਮ ਸਪੇਸੀਅਲ ਹੈ। ਇਹ ਸਕੇਅਰ ਐਕਸ ਐਕਸਿਸ ਦੇ ਪ੍ਰਤੀ ਪਰਪੈਂਡੀਕੂਲਰ ਤੇ ਹੁੰਦਾ ਹੈ। ਪਹਿਲਾ ਵਾਂਗ ਵਾਈ ਜ਼ੈਡ ਐਕਸਿਸ ਪ੍ਰਤੀ ਸਮਾਨਾਂਤਰ ਕਿਨਾਰੇ ਸੱਚਮੁੱਚ ਵਾਈ ਜ਼ੈਡ ਪਲੇਨ ਦੇ ਵਿੱਚ ਦੋ ਡਾਇਮੈਂਸ਼ਨਲ ਸਕੇਅਰਾਂ ਦੇ ਲਈ ਖੜ੍ਹਦੇ ਹਨ। ਆਓ ਇਸ ਛੋਟੇ ਸਕੇਅਰ ਨੂੰ ਤਸਵੀਰ 8.4 ਵਿੱਚ ਇੱਕ ਸ਼ੁੱਧ ਸਪੇਸ ਡਾਇਗਰਾਮ ਦੇ ਵਜੋਂ ਦਿਖਾਈਏ। ਜਿਵੇਂ ਇਹਦੇ ਵਿੱਚ ਇਕੱਲੀ ਸਪੇਸ ਦਾ ਡਾਇਗਰਾਮ ਬਣਾਇਆ ਗਿਆ ਹੈ। ਇਹਦੇ ਵਿੱਚ ਵਾਈ ਉੱਪਰ ਨੂੰ ਟੀ ਦੀ ਜਗ੍ਹਾ ਵਾਈ ਹੈ, ਇੱਥੇ ਇਹੀ ਕਿਊਬ ਹੈ ਜਿਸ ਦੇ ਵਿੱਚ ਸਿਰਫ ਐਕਸ ਵਾਈ ਅਤੇ ਜ਼ੈਡ ਐਕਸਸ ਹਨ। ਇਸ ਨਵੇਂ ਡਾਇਗਰਾਮ ਦੇ ਵਿੱਚ ਸਕੇਅਰ ਸੱਚਮੁੱਚ ਇੱਕ ਸਕੇਅਰ ਹੈ, ਕਿਉਂਕਿ ਕੋਈ ਵੀ ਟਾਈਮ ਐਕਸਸ ਇੱਥੇ ਹੈ ਹੀ ਨਹੀਂ। ਇਹ ਐਕਸ ਐਕਸਿਸ ਦੇ ਪ੍ਰਤੀ ਪਰਪੈਂਡੀਕੂਲਰ ਠੀਕ ਇੱਕ ਛੋਟੀ ਖਿੜਕੀ ਦੇ ਵਾਂਗ ਹੈ। ਇਕਾਈ ਟਾਈਮ ਦੇ ਵਿੱਚ ਉਸ ਖਿੜਕੀ ਰਾਹੀਂ ਕਿੰਨਾ ਚਾਰਜ ਗੁਜ਼ਰਦਾ? ਖਿੜਕੀ ਇੱਕ ਖੇਤਰਫਲ ਹੈ, ਇਸ ਲਈ ਅਸੀਂ ਸੱਚਮੁੱਚ ਪੁੱਛ ਰਹੇ ਹਾਂ ਕਿ ਯੂਨਿਟ ਟਾਈਮ ਦੇ ਵਿੱਚ ਉਸ ਖਿੜਕੀ ਦੇ ਪ੍ਰਤੀ ਯੂਨਿਟ ਖੇਤਰਫਲ ਦੇ ਵਿੱਚੋਂ ਕਿੰਨਾ ਚਾਰਜ ਵਹਿੰਦਾ। ਇਹ ਚਿੱਤਰ 8.3 ਦੇ ਵਿੱਚ ਇਸ ਦੇ ਕਿਨਾਰੇ ਉੱਤੇ ਚਾਰਜ ਡੈਂਸਿਟੀ ਆਇਤ ਨੂੰ ਮੋੜਨ ਦਾ ਸਟੀਕ ਐਨਾਲੌਗ ਹੈ। ਤਾਂ ਫਿਰ ਦੂਜੀ ਤਸਵੀਰ ਤੇ ਚੱਲਦੇ ਹਾਂ 8.3 ਤੇ। ਕਰੰਟ ਡੈਂਸਿਟੀ ਤੋਂ ਸਾਡਾ ਇਹੀ ਮਤਲਬ ਹੁੰਦਾ, ਕਿਉਂਕਿ ਸਾਡੀ ਖਿੜਕੀ ਐਕਸ ਐਕਸਸ ਦੇ ਪ੍ਰਤੀ ਪਰਪੈਂਡੀਕੂਲਰ ਹੁੰਦੀ ਹੈ। ਇਹ ਐਕਸ ਦਿਸ਼ਾ ਦੇ ਵਿੱਚ ਕਰੰਟ ਡੈਂਸਿਟੀ ਪ੍ਰਭਾਸ਼ਿਤ ਕਰਦੀ ਹੈ ਅਤੇ ਫਿਰ ਸਾਡੇ ਕੋਲ ਵਾਈ ਅਤੇ ਜ਼ੈਡ ਦਿਸ਼ਾਵਾਂ ਦੇ ਲਈ ਮਿਲਦੇ ਜੁਲਦੇ ਕੰਪੋਨੈਂਟ ਹੁੰਦੇ ਆ। ਕਰੰਟ ਡੈਂਸਿਟੀ ਜੇ ਇੱਕ 3 ਵੈਕਟਰ ਹੁੰਦਾ ਹੈ, ਤਾਂ ਜੇ ਐਕਸ ਹੈ ਜੋ ਇਹ ਕਿਊ ਡਿਵਾਈਡ ਬਾਏ ਏਰੀਆ ਹੈ, ਏ ਐਕਸ ਤੇ ਟੀ ਦੇ ਨਾਲ ਗੁਣਾ ਕਰਕੇ ਇਹਦਾ ਜੋ ਵੀ ਵੋਲਿਊਮ ਬਣਦਾ ਹੈ ਉਸ ਨੂੰ ਇਹ ਡੈਂਸਿਟੀ ਹੈ ਜੋ ਇਹ ਚਾਰਜ ਡਿਵਾਈਡ ਬਾਏ ਵੋਲਿਊਮ ਹੁੰਦੀ ਹੈ। ਜਿਵੇਂ ਇਹ ਡੈਲਟਾ ਏ ਐਕਸ ਹੈ ਜਿਹੜਾ ਇਹ ਤੁਸੀਂ ਦੇਖ ਸਕਦੇ ਹੋ ਇੱਥੇ। ਤੇ ਦੂਜਾ ਜੇ ਵਾਈ ਹੈ ਜੋ ਇਹ ਡੈਲਟਾ ਕਿਊ ਡਿਵਾਈਡ ਬਾਏ ਡੈਲਟਾ ਏ ਵਾਈ, ਇਹ ਵਾਲਾ ਏਰੀਆ ਹੈ ਤੇ ਇਸ ਨੂੰ ਟਾਈਮ ਦੇ ਨਾਲ ਗੁਣਾ ਕਰਕੇ ਪੂਰਾ ਵੋਲਿਊਮ ਬਣਦਾ। ਇਸੇ ਤਰ੍ਹਾਂ ਜੇ ਜ਼ੈਡ ਹੈ ਜੋ ਇਹ ਡੈਲਟਾ ਕਿਊ ਬਾਈ ਡੈਲਟਾ ਏ ਜ਼ੈਡ ਡੈਲਟਾ ਟੀ, ਇਹ ਥੱਲੇ ਵੋਲਿਊਮ ਬਣ ਜਾਂਦਾ। 8.14 ਨੰਬਰ ਇਕੁਏਸ਼ਨ ਤਿੰਨੇ ਇਕੁਏਸ਼ਨਾਂ ਦਾ ਨਾਮ ਹੈ। ਮਾਤਰਾਵਾਂ ਡੈਲਟਾ ਏ ਐਕਸ, ਡੈਲਟਾ ਏ ਵਾਈ ਅਤੇ ਡੈਲਟਾ ਏ ਜ਼ੈਡ ਇਹ ਕ੍ਰਮਵਾਰ ਐਕਸ ਵਾਈ ਅਤੇ ਜ਼ੈਡ ਐਕਸਿਸ ਪ੍ਰਤੀ ਪਰਪੈਂਡੀਕੂਲਰ ਖੇਤਰਫਲ ਦੇ ਐਲੀਮੈਂਟਾਂ ਨੂੰ ਪ੍ਰਸਤੁਤ ਕਰਦੇ ਹਨ। ਦੂਜੇ ਸ਼ਬਦਾਂ ਵਿੱਚ ਅੱਗੇ ਤਸਵੀਰ 8.6 ਦੇ ਵਿੱਚ ਇਕੁਏਸ਼ਨ 8.14 ਵਿੱਚ ਦਿਸਦੇ ਡੈਲਟਾ ਏ ਹਨ। ਇੱਥੇ ਅੱਗੇ ਚੱਲਦੇ ਹਾਂ 8.6 ਨੰਬਰ ਤਸਵੀਰ ਤੇ। 8.4 8.5 ਇੱਕ 8.6 ਨੰਬਰ ਦੀ ਤਸਵੀਰ ਪਹਿਲਾਂ ਦਿਖਾਤੀ ਗਈ ਹੈ ਤੇ ਇਸ ਦੇ ਵਿੱਚ ਇਹ ਵਾਲੇ ਖੇਤਰਫਲ ਨੇ ਜਿਹੜੇ ਇਹ ਦਿਖਾਉਂਦੀ ਹੈ। ਜਿਵੇਂ ਉੱਪਰ ਵੱਲ ਜੇ ਵਾਈ ਇਹ ਡੈਲਟਾ ਐਕਸ ਉੱਪਰ ਵੱਲ ਤੇ ਡੈਲਟਾ ਜ਼ੈਡ ਦੇ ਨਾਲ ਗੁਣਾ ਕਰਕੇ ਖੇਤਰਫਲ ਬਣਦਾ। ਤੇ ਇਸੇ ਤਰ੍ਹਾਂ ਇੱਧਰ ਡੈਲਟਾ ਵਾਈ ਉੱਪਰ ਵੱਲ ਦੀ ਇਸਦੀ ਸਾਈਡ ਹੈ ਤੇ ਇੱਧਰ ਡੈਲਟਾ ਜ਼ੈਡ, ਇਹ ਡੈਲਟਾ ਜ਼ੈਡ ਡੈਲਟਾ ਵਾਈ ਨੂੰ ਦਰਸਾਉਂਦੀ ਹੈ। ਤੇ ਇਸ ਤਰ੍ਹਾਂ ਨਾਲ ਅੱਗੇ ਤੁਸੀਂ ਸਮਝ ਸਕਦੇ ਹਾਂ ਕਿ ਡੈਲਟਾ ਏ ਐਕਸ ਹੈ ਜਿਹੜਾ
ਡੈਲਟਾ ਏ ਵਾਈ ਅਤੇ ਡੈਲਟਾ ਏ ਜ਼ੈਡ ਦਾ ਗੁਣਾ, ਅਤੇ ਇਸੇ ਤਰ੍ਹਾਂ ਡੈਲਟਾ ਏ ਵਾਈ ਹੈ ਜੋ ਇਹ ਡੈਲਟਾ ਜ਼ੈਡ ਅਤੇ ਡੈਲਟਾ ਏ ਐਕਸ ਦੇ ਨਾਲ ਗੁਣਾ ਕਰਕੇ ਬਣਦਾ ਹੈ ਖੇਤਰਫਲ, ਅਤੇ ਡੈਲਟਾ ਏ ਜ਼ੈਡ ਹੈ ਜਿਹੜਾ ਇਹ ਐਕਸ ਅਤੇ ਵਾਈ ਵਾਲੇ ਦੀ ਗੁਣਾ ਹੈ, ਇਹ ਦੋਨਾਂ ਸਾਈਡਾਂ ਦਾ ਗੁਣਾ ਹੈ। ਅਤੇ ਇਸ ਲਈ ਅਸੀਂ ਇਕੁਏਸ਼ਨ 8.14 ਨੂੰ ਇਸ ਰੂਪ ਦੇ ਵਿੱਚ ਲਿਖ ਸਕਦੇ ਹਾਂ। ਤਾਂ ਇਸ ਦੇ ਵਿੱਚ ਅਸੀਂ ਡੈਲਟਾ ਏ ਐਕਸ ਨੂੰ ਡੈਲਟਾ ਏ ਵਾਈ ਡੈਲਟਾ ਏ ਜ਼ੈਡ ਦੇ ਰੂਪ ਦੇ ਵਿੱਚ ਲਿਖ ਸਕਦੇ ਹਾਂ, ਅਤੇ ਇੱਧਰ ਜੋ ਡੈਲਟਾ ਏ ਵਾਈ ਹੈ ਇਸ ਨੂੰ ਅਸੀਂ ਡੈਲਟਾ ਏ ਜ਼ੈਡ ਡੈਲਟਾ ਏ ਐਕਸ ਦੇ ਗੁਣਨਫਲ ਦੇ ਰੂਪ ਦੇ ਵਿੱਚ ਲਿਖ ਸਕਦੇ ਹਾਂ, ਅਤੇ ਡੈਲਟਾ ਏ ਜ਼ੈਡ ਨੂੰ ਅਸੀਂ ਡੈਲਟਾ ਏ ਐਕਸ ਡੈਲਟਾ ਏ ਵਾਈ ਦੇ ਗੁਣਨਫਲ ਦੇ ਰੂਪ ਦੇ ਵਿੱਚ ਲਿਖ ਸਕਦੇ ਹਾਂ। ਤੁਸੀਂ ਰੋ ਨੂੰ ਟਾਈਮ ਦਿਸ਼ਾ ਦੇ ਵਿੱਚ ਚਾਰਜ ਦੇ ਪ੍ਰਵਾਹ ਵਜੋਂ ਸਮਝ ਸਕਦੇ ਹਾਂ, ਅਤੇ ਜੇ ਦੇ ਐਕਸ ਕੰਪੋਨੈਂਟ ਨੂੰ ਐਕਸ ਦਿਸ਼ਾ ਦੇ ਵਿੱਚ ਇੱਕ ਵਹਾਅ ਦੇ ਵਜੋਂ ਸਮਝ ਸਕਦੇ ਹਾਂ, ਅਤੇ ਇਸੇ ਤਰ੍ਹਾਂ ਬਾਕੀ ਵਿੱਚ ਵੀ ਸਮਝ ਸਕਦੇ ਹਾਂ। ਤੁਸੀਂ ਇੱਕ ਸਪੇਸੀਅਲ ਵੋਲੀਅਮ ਨੂੰ ਟਾਈਮ ਐਕਸਸ ਦੇ ਪ੍ਰਤੀ ਪਰਪੈਂਡੀਕੂਲਰ ਖਿੜਕੀ ਦੀ ਇੱਕ ਕਿਸਮ ਦੇ ਵਜੋਂ ਸੋਚ ਸਕਦੇ ਹਾਂ। ਅਸੀਂ ਜਲਦੀ ਖੋਜਾਂਗੇ ਕਿ ਮਾਤਰਾਵਾਂ ਰੋ ਜੇ ਐਕਸ ਜੇ ਵਾਈ ਅਤੇ ਜੇ ਜ਼ੈਡ ਇਹ ਚਾਰੇ ਮਿਲ ਕੇ ਦਰਅਸਲ ਇੱਕ 4 ਵੈਕਟਰ ਦੇ ਕੰਟਰਾਵੇਰੀਐਂਟ ਕੰਪੋਨੈਂਟ ਬਣਦੇ ਆ। ਇਹ ਬਾਕੀ ਦੋ ਮੈਕਸਵੈਲ ਇਕੁਏਸ਼ਨਾਂ ਦੇ ਵਿੱਚ ਦਾਖਲ ਹੁੰਦੇ ਆ, ਜੋ ਅਸੀਂ ਅਗਲੇ ਲੈਕਚਰ ਵਿੱਚ ਇੱਕ ਐਕਸ਼ਨ ਪ੍ਰਿੰਸੀਪਲ ਤੋਂ ਵੀ ਉਤਪੰਨ ਕਰਾਂਗੇ। ਇੱਕ ਅਰਥ ਤਾਂ ਇਹ ਹੁੰਦਾ ਕਿ ਚਾਰਜ ਕੰਜ਼ਰਵੇਸ਼ਨ ਦਾ ਸਾਡਾ ਟੌਪਿਕ ਸ਼ੁਰੂ ਹੋ ਰਿਹਾ, ਇਸ ਦਾ ਉੱਪਰ ਸਵਾਲ ਹੈ ਚਾਰਜ ਕੰਜ਼ਰਵੇਸ਼ਨ ਤੋਂ ਦਰਅਸਲ ਕੀ ਅਰਥ ਹੁੰਦਾ। ਇੱਕ ਅਰਥ ਤਾਂ ਇਹ ਹੁੰਦਾ ਕਿ ਚਾਰਜ ਦੀ ਕੁੱਲ ਮਾਤਰਾ ਕਦੇ ਵੀ ਨਹੀਂ ਬਦਲਦੀ। ਜੇਕਰ ਤੁਸੀਂ ਚਾਰਜ ਦੀ ਕੁੱਲ ਮਾਤਰਾ ਕਿਆਊ ਹੋਵੇ ਤੁਹਾਡੇ ਕੋਲ, ਤਾਂ ਫਿਰ ਡੈਲਟਾ ਡੀ ਕਿਆਊ ਬਾਈ ਡੀ ਟੀ ਇਜ਼ ਇਕੁਅਲ ਟੂ 0 ਹੁੰਦਾ, ਕਿ ਕਿਆਊ ਚੇਂਜ ਨਹੀਂ ਹੁੰਦਾ 8.16 ਦੇ ਵਿੱਚ ਇਕੁਏਸ਼ਨ ਇਸਦਾ ਨਾਮ ਹੈ। ਪਰ ਇਹੀ ਸਭ ਕੁਝ ਨਹੀਂ ਹੈਗਾ। ਮੰਨ ਲਓ ਕਿਆਊ ਅਚਾਨਕ ਧਰਤੀ ਉੱਤੇ ਸਾਡੀ ਪ੍ਰਯੋਗਸ਼ਾਲਾ ਤੋਂ ਅਲੋਪ ਹੋ ਕੇ ਉਸੇ ਪਲ ਚੰਦ ਉੱਤੇ, ਜਿਵੇਂ ਤਸਵੀਰ 8.5 ਦੇ ਵਿੱਚ ਦਿਖਾਇਆ ਗਿਆ ਕਿ ਤੁਰੰਤ ਪ੍ਰਗਟ ਹੋ ਜਾਂਦਾ। 8.5 ਨੰਬਰ ਤਸਵੀਰ 'ਤੇ ਚੱਲਦੇ ਹਾਂ ਕਿ ਇੱਥੇ ਸਾਡੀ ਪ੍ਰਯੋਗਸ਼ਾਲਾ ਵਿੱਚ ਇੱਥੇ ਕਿਆਊ ਹੈ, ਜਿਵੇਂ ਉੱਪਰ ਚੰਦਰਮਾ 'ਤੇ ਕੁਛ ਨਹੀਂ ਹੈ, ਅਤੇ ਹੁਣ ਇੱਥੋਂ ਇਹ ਅਲੋਪ ਹੋ ਗਿਆ ਅਤੇ ਉੱਥੇ ਚੰਦਰਮਾ 'ਤੇ ਪਹੁੰਚ ਗਿਆ। ਤਾਂ ਇਹ ਮੰਨ ਲਓ ਕਿ ਇਸ ਤਰ੍ਹਾਂ ਨਾਲ ਇੱਧਰੋਂ ਅਲੋਪ ਹੋ ਕੇ ਉੱਧਰ ਪ੍ਰਗਟ ਹੋ ਜਾਂਦਾ ਹੈ। ਤਾਂ ਧਰਤੀ ਉੱਤੇ ਇੱਕ ਭੌਤਿਕ ਗਿਆਨੀ ਨਤੀਜਾ ਕੱਢੇਗਾ ਕਿ ਕਿਆਊ ਹੈ ਜਿਹੜਾ ਇਹ ਕੰਜ਼ਰਵ ਨਹੀਂ ਕੀਤਾ ਗਿਆ। ਚਾਰਜ ਦੀ ਕੰਜ਼ਰਵੇਸ਼ਨ ਦਾ ਅਰਥ ਕਿਆਊ ਦੀ ਕੁੱਲ ਮਾਤਰਾ ਨਹੀਂ ਬਦਲਦੀ, ਦੇ ਨਾਲੋਂ ਕੁਝ ਜ਼ਿਆਦਾ ਸ਼ਕਤੀਸ਼ਾਲੀ ਚੀਜ਼ ਹੁੰਦੀ ਹੈ। ਇਸ ਦਾ ਸੱਚਮੁੱਚ ਅਰਥ ਇਹ ਹੈ ਕਿ ਜਦੋਂ ਵੀ ਪ੍ਰਯੋਗਸ਼ਾਲਾ ਦੀਆਂ ਕੰਧਾਂ ਦੇ ਅੰਦਰੋਂ ਕਿਆਊ ਘਟਦਾ ਜਾਂ ਵੱਧਦਾ ਹੈ, ਇਹ ਕੰਧਾਂ ਤੋਂ ਠੀਕ ਬਾਹਰ ਓਨੀ ਹੀ ਮਾਤਰਾ ਦੇ ਵਿੱਚ ਵੱਧਦਾ ਜਾਂ ਘਟਦਾ ਹੈ। ਯਾਨੀ ਕਿ ਇੱਧਰ ਅਗਰ ਘਟੇਗਾ ਤਾਂ ਬਾਹਰ ਕੰਧਾਂ ਤੋਂ ਬਾਹਰ ਵੱਧ ਜਾਏਗਾ, ਯਾਨੀ ਕਿ ਉਹ ਨਿਕਲ ਕੇ ਕਿਤੇ ਨਾ ਕਿਤੇ ਜਾਏਗਾ, ਜਾਂ ਕਿਤੋਂ ਆਏਗਾ ਤਾਂ ਉੱਧਰੋਂ ਵੱਧਦਾ ਹੈ, ਅਗਰ ਉੱਧਰੋਂ ਘਟ ਕੇ ਇੱਧਰ ਆਉਂਦਾ ਹੈ ਤਾਂ ਉਹ ਦੂਜੇ ਪਾਸੇ ਘਟ ਜਾਏਗਾ। ਤਾਂ ਹੋਰ ਵੀ ਵਧੀਆ ਕਹੀਏ ਤਾਂ ਕਿਆਊ ਵਿੱਚ ਇੱਕ ਤਬਦੀਲੀ ਕੰਧਾਂ ਰਾਹੀਂ ਗੁਜ਼ਰ ਰਹੇ ਇੱਕ ਫਲਕਸ ਦੀ ਮਿਲੀ ਭੁਗਤ ਦੇ ਨਾਲੇ ਹੁੰਦੀ ਹੈ। ਜਦੋਂ ਅਸੀਂ ਕੰਜ਼ਰਵੇਸ਼ਨ ਕਹਿੰਦੇ ਹਾਂ ਤਾਂ ਸਾਡਾ ਵਾਸਤਵ ਅਰਥ ਲੋਕਲ ਕੰਜ਼ਰਵੇਸ਼ਨ ਹੁੰਦਾ। ਇਹ ਮਹੱਤਵਪੂਰਨ ਵਿਚਾਰ ਹੋਰ ਕੰਜ਼ਰਵਡ ਮਾਤਰਾਵਾਂ 'ਤੇ ਵੀ ਲਾਗੂ ਹੁੰਦਾ, ਇਕੱਲੇ ਚਾਰਜ 'ਤੇ ਹੀ ਨਹੀਂ ਲਾਗੂ ਹੁੰਦਾ। ਲੋਕਲ ਕੰਜ਼ਰਵੇਸ਼ਨ ਦੇ ਵਿਚਾਰ ਨੂੰ ਗਣਿਤਿਕ ਤੌਰ 'ਤੇ ਸਮਝਣ ਦੇ ਲਈ ਸਾਨੂੰ ਫਲਕਸ ਜਾਂ ਇੱਕ ਬਾਉਂਡਰੀ ਦੇ ਆਰ ਪਾਰ ਪ੍ਰਵਾਹ ਲਈ ਚਿੰਨ੍ਹ ਪਰਿਭਾਸ਼ਿਤ ਕਰਨ ਦੀ ਜ਼ਰੂਰਤ ਹੈ। ਸ਼ਬਦ ਫਲਕਸ ਹੈ ਜੋ ਇਹ ਫਲੋ ਅਤੇ ਇੱਕ ਮਾਤਰਾ ਦਾ ਕਰੰਟ, ਇਹ ਇੱਕੋ ਅਰਥ ਰੱਖਦੇ ਹਨ ਅਤੇ ਇਕਾਈ ਟਾਈਮ ਪ੍ਰਤੀ ਯੂਨਿਟ ਖੇਤਰਫਲ ਦੇ ਛੋਟੇ ਐਲੀਮੈਂਟ ਵਿੱਚੋਂ ਗੁਜ਼ਰਦੀ ਮਾਤਰਾ ਦੇ ਵੱਲ ਇਸ਼ਾਰਾ ਕਰਦੇ ਹਨ। ਸਪੇਸ ਦੇ ਇੱਕ ਖੇਤਰ ਵਿੱਚ ਕਿਆਊ ਦੀ ਮਾਤਰਾ ਵਿੱਚ ਤਬਦੀਲੀਆਂ ਜ਼ਰੂਰ ਹੀ ਖੇਤਰ ਦੀਆਂ ਹੱਦਾਂ ਰਾਹੀਂ ਗੁਜ਼ਰਦੇ ਇੱਕ ਫਲਕਸ ਰਾਹੀਂ ਹੁੰਦੀਆਂ। ਤਸਵੀਰ 8.6 ਵਿੱਚ ਇੱਕ 3 ਡਾਇਮੈਂਸ਼ਨਲ ਵੋਲੀਅਮ ਐਲੀਮੈਂਟ ਦਿਖਾਉਂਦੀ ਹੈ ਜੋ ਇੱਕ ਚਾਰਜ ਕਿਆਊ ਰੱਖਦਾ। ਜਿਵੇਂ ਇੱਥੇ ਇੱਕ ਛੋਟਾ ਕਿਊਬ ਦਿਖਾਇਆ ਗਿਆ, ਇਹ ਐਲੀਮੈਂਟ ਹੈ ਜੋ ਇਸ ਦੇ ਵਿੱਚ ਕਿਆਊ ਮਾਤਰਾ ਦਾ ਚਾਰਜ ਹੈ। ਇਸ ਦੇ 6 ਫੇਸ ਨੇ, ਇਸ ਦੇ 4 ਆਲੇ ਦੁਆਲੇ ਨੇ ਅਤੇ 2 ਉੱਪਰ ਥੱਲੇ ਨੇ, ਅਤੇ ਫੇਸਾਂ ਦਾ ਨਾਮ ਹੈ ਜਿਵੇਂ ਇੱਧਰ ਜੇ ਐਕਸ ਮਾਈਨਸ ਜੇ ਐਕਸ ਪਲੱਸ ਨਾਮ ਹੈ, ਇੱਧਰ ਜੇ ਐਕਸ ਮਾਈਨਸ ਨਾਮ ਹੈ, ਉੱਪਰ ਮਾਈਨਸ ਜੇ ਵਾਈ ਪਲੱਸ ਨਾਮ ਹੈ, ਅਤੇ ਥੱਲੇ ਜੇ ਵਾਈ ਮਾਈਨਸ ਨਾਮ ਹੈ। ਜ਼ੈਡ ਵਾਲੇ ਇੱਧਰ ਵਾਲੇ ਨਹੀਂ ਪਾਏ ਗਏ ਇਹਦੇ ਵਿੱਚ।
ਤਾਂ ਡੱਬੇ ਦੀਆਂ ਕੰਧਾਂ ਛੋਟੀਆਂ ਖਿੜਕੀਆਂ, ਡੱਬੇ ਅੰਦਰੋਂ ਚਾਰਜ ਦੀ ਮਾਤਰਾ ਵਿੱਚ ਕੋਈ ਵੀ ਤਬਦੀਲੀ ਇਸ ਦੀਆਂ ਕੰਧਾਂ ਰਾਹੀਂ ਕਰੰਟ ਦੇ ਸਹਿਯੋਗ ਦੇ ਨਾਲ ਹੋਣੀ ਚਾਹੀਦੀ ਹੈ। ਆਸਾਨੀ ਲਈ ਆਓ ਡੱਬੇ ਦੇ ਵੋਲੀਅਮ ਨੂੰ ਕਿਸੇ ਯੂਨਿਟਾਂ ਦੇ ਵਿੱਚ ਇੱਕ ਦੇ ਮੁੱਲ ਦਾ ਮੰਨੀਏ, ਜਿੱਥੇ ਛੋਟਾ ਵੋਲੀਅਮ ਠੀਕ ਇੱਕ ਯੂਨਿਟ ਵੋਲੀਅਮ ਹੋਵੇ। ਇਸ ਤਰ੍ਹਾਂ ਅਸੀਂ ਡੱਬੇ ਦੇ ਕਿਨਾਰਿਆਂ ਡੈਲਟਾ ਐਕਸ, ਡੈਲਟਾ ਵਾਈ, ਡੈਲਟਾ ਜ਼ੈਡ ਨੂੰ ਯੂਨਿਟ ਲੰਬਾਈ ਲੈ ਸਕਦੇ ਹਾਂ, ਕਿਉਂਕਿ 1 ਗੁਣਾ 1 ਗੁਣਾ 1 ਬਰਾਬਰ 1 ਦੇ ਆ ਜਾਏਗਾ। ਤਾਂ ਤਸਵੀਰ 8.5 ਚਾਰਜ ਦੀ ਸਥਾਨਕ ਸੰਭਾਲ ਅਤੇ ਇਸ ਤਸਵੀਰ ਦੇ ਵਿੱਚ ਪ੍ਰਕਿਰਿਆ ਨਹੀਂ ਹੋ ਸਕਦੀ। ਤਾਂ ਜਿਵੇਂ ਪਹਿਲਾਂ ਉਹਦੇ ਵਿੱਚੋਂ ਦਿਖਾਇਆ ਸੀ ਕਿ ਇੱਥੇ ਧਰਤੀ ਦੇ ਉੱਤੋਂ ਚਾਰਜ ਖਤਮ ਹੋ ਕੇ ਚੰਦਰਮਾ 'ਤੇ ਪਹੁੰਚ ਜਾਂਦਾ ਹੈ, ਤਾਂ ਇਸ ਤਸਵੀਰ ਦੇ ਵਿੱਚ ਪ੍ਰਕਿਰਿਆ ਨਹੀਂ ਹੋ ਸਕਦੀ। ਤਾਂ ਚਾਰਜ ਇੱਕ ਥਾਂ 'ਤੇ ਗਾਇਬ ਨਹੀਂ ਹੋ ਸਕਦਾ ਅਤੇ ਕਿਸੇ ਦੂਰ ਦਰਾਡੇ ਵਾਲੀ ਥਾਂ ਦੇ ਉੱਤੇ ਤੁਰੰਤ ਮੁੜ ਤੋਂ ਪ੍ਰਗਟ ਹੋ ਸਕਦਾ ਹੈ। ਡੱਬੇ ਅੰਦਰਲੇ ਚਾਰਜ ਦਾ ਟਾਈਮ ਡੈਰੀਵੇਟਿਵ ਕੀ ਹੁੰਦਾ ਹੈ? ਤਾਂ ਡੱਬੇ ਦੇ ਅੰਦਰ ਜੋ ਚਾਰਜ ਹੈ ਕਿਆ ਉਹ ਇਸਦਾ ਟਾਈਮ ਡੈਰੀਵੇਟਿਵ ਕੀ ਹੁੰਦਾ ਹੈ? ਕਿਉਂਕਿ ਡੱਬੇ ਦਾ ਵੋਲੀਅਮ ਯੂਨਿਟ ਹੁੰਦਾ ਹੈ ਅਤੇ ਡੱਬੇ ਅੰਦਰਲਾ ਚਾਰਜ ਹੈ ਇਹ ਚਾਰਜ ਡੈਂਸਿਟੀ ਰੋਜ਼ ਇੰਨਾ ਹੀ ਹੁੰਦਾ ਹੈ। ਇਸ ਲਈ ਚਾਰਜ ਦਾ ਟਾਈਮ ਡੈਰੀਵੇਟਿਵ ਠੀਕ ਡੀ ਰੋ ਬਾਈ ਡੈਲ ਰੋ ਬਾਈ ਡੈਲ ਟੀ ਹੁੰਦਾ, ਜੋ ਰੋ ਦਾ ਹੀ ਟਾਈਮ ਡੈਰੀਵੇਟਿਵ ਹੁੰਦਾ। ਲੋਕਲ ਚਾਰਜ ਕੰਜ਼ਰਵੇਸ਼ਨ ਦੱਸਦੀ ਹੈ ਕਿ ਡੈਲ ਰੋ ਬਾਈ ਡੈਲ ਟੀ ਜ਼ਰੂਰ ਇਹ ਡੱਬੇ ਦੇ ਵਿੱਚ ਇਸ ਦੀਆਂ ਕੰਧਾਂ ਰਾਹੀਂ ਵਹਿੰਦੇ ਚਾਰਜ ਦੀ ਮਾਤਰਾ ਦੇ ਬਰਾਬਰ ਹੋਣਾ ਚਾਹੀਦਾ। ਉਦਾਹਰਨ ਲਈ ਮੰਨ ਲਓ ਚਾਰਜ ਕਿਊ ਵੱਧ ਜਾਂਦਾ ਹੈ, ਇਸ ਦਾ ਅਰਥ ਹੈ ਕਿ ਚਾਰਜ ਦਾ ਕੁਝ ਅੰਦਰ ਵੱਲ ਸ਼ੁੱਧ ਪ੍ਰਭਾਵ ਹੋਣਾ ਚਾਹੀਦਾ, ਕਿ ਅੰਦਰ ਵੱਲ ਕੋਈ ਚਾਰਜ ਪ੍ਰਵਾਹਿਤ ਹੋਇਆ। ਚਾਰਜ ਦਾ ਸ਼ੁੱਧ ਅੰਦਰ ਵੱਲ ਵਹਾਓ 6 ਖਿੜਕੀਆਂ ਜੋ ਕਿਊਬ ਦੇ 6 ਪਾਸਿਆਂ ਦੇ ਵਿੱਚੋਂ ਹਰੇਕ ਰਾਹੀਂ ਆਉਂਦੇ ਚਾਰਜਾਂ ਦਾ ਜੋੜ ਹੋਣਾ ਚਾਹੀਦਾ। ਆਓ 6 ਪਾਸਿਆਂ ਵਾਲੀ ਖਿੜਕੀ ਰਾਹੀਂ ਅੰਦਰ ਆਉਂਦੇ ਚਾਰਜਾਂ 'ਤੇ ਵਿਚਾਰ ਕਰੀਏ, ਜਿਸ ਨੂੰ ਡਾਇਗਰਾਮ ਦੇ ਵਿੱਚ -jx ਪਲੱਸ ਲੇਬਲ ਦਿੱਤਾ ਗਿਆ। ਸਬਸਕ੍ਰਿਪਟ ਐਕਸ ਪਲੱਸ ਦਾ ਅਰਥ ਹੈ ਕਿ ਡੱਬੇ ਦੀ ਸੱਜੇ ਪਾਸੇ ਦੀ ਵੱਲ ਦੀ ਖਿੜਕੀ ਪਲੱਸ ਖਿੜਕੀ ਦੇ ਰਾਹੀਂ ਅੰਦਰ ਦਾਖਲ ਹੁੰਦੇ ਕਰੰਟ ਦਾ ਐਕਸ ਕੰਪੋਨੈਂਟ ਹੈ ਇਹ। ਐਕਸ ਦਾ ਮਤਲਬ ਹੈ ਕਿ ਐਕਸ ਕੰਪੋਨੈਂਟ ਅਤੇ ਪਲੱਸ ਦਾ ਮਤਲਬ ਹੈ ਕਿ ਸੱਜੇ ਪਾਸੇ ਤੋਂ, ਕਿ ਸੱਜੇ ਪਾਸੇ ਤੋਂ ਜੋ ਕਰੰਟ ਅੰਦਰ ਆ ਰਿਹਾ ਉਸ ਨੂੰ ਹੈ ਜੇ ਐਕਸ ਪਲੱਸ ਕਿਹਾ ਗਿਆ, ਅਤੇ ਮਾਈਨਸ ਦਾ ਨਿਸ਼ਾਨ ਦਾ ਮਤਲਬ ਹੈ ਕਿ ਉਸਦੀ ਜਿਹੜੀ ਦਿਸ਼ਾ ਹੈ ਉਹ ਉਲਟੀ ਹੈ, ਖੱਬੇ ਪਾਸੇ ਵੱਲ ਨੂੰ ਹੈ। ਇਹ ਨੋਟੇਸ਼ਨ ਝਮੇਲੇ ਵਾਲੀ ਲੱਗਦੀ ਹੈ, ਪਰ ਇੱਕ ਪਲ ਦੇ ਵਿੱਚ ਤੁਸੀਂ ਦੇਖੋਗੇ ਕਿ ਸਾਨੂੰ ਇਸ ਦੀ ਜ਼ਰੂਰਤ ਕਿਉਂ ਪਈ। ਉਸ ਖਿੜਕੀ ਰਾਹੀਂ ਆਉਂਦਾ ਚਾਰਜ ਜੇ ਐਕਸ ਪ੍ਰਤੀ ਪ੍ਰਪੋਰਸ਼ਨਲ ਹੁੰਦਾ, ਜੋ ਕਰੰਟ ਡੈਂਸਿਟੀ ਦਾ ਐਕਸ ਕੰਪੋਨੈਂਟ ਹੈ। ਤਸਵੀਰ 8.6 ਸਥਾਨਕ ਚਾਰਜ ਸੰਭਾਲ ਦੀ ਸਹੂਲਤ ਲਈ ਅਸੀਂ ਡੈਲਟਾ ਐਕਸ, ਡੈਲਟਾ ਵਾਈ, ਡੈਲਟਾ ਜ਼ੈਡ ਇਕੁਅਲ ਟੂ 1 ਦੀਆਂ ਛੋਟੀਆਂ ਇਕਾਈਆਂ ਨੂੰ ਮੰਨਦੇ ਹਾਂ। ਤਸਵੀਰ 8.6 ਇੱਥੇ ਬਣਾਈ ਵੀ ਉਹ ਹੈ। ਤਾਂ ਜਿਹੜਾ ਵੋਲੀਅਮ ਤੱਤ ਹੈ ਡੈਲਟਾ ਵੀ, ਇਹ ਡੈਲਟਾ ਐਕਸ, ਡੈਲਟਾ ਵਾਈ, ਡੈਲਟਾ ਜ਼ੈਡ ਇਕੁਅਲ ਟੂ 1 ਹੁੰਦਾ। ਤਾਂ ਕਰੰਟ ਡੈਂਸਿਟੀ ਜੇ ਐਕਸ ਇੱਕ ਅਜਿਹੇ ਤਰੀਕੇ ਨਾਲ ਪ੍ਰਭਾਸ਼ਿਤ ਹੁੰਦੀ ਹੈ ਜੋ ਐਕਸ ਦੇ ਘੱਟ ਮੁੱਲਾਂ ਤੋਂ ਐਕਸ ਦੇ ਵੱਡੇ ਮੁੱਲਾਂ ਤੱਕ ਪ੍ਰਵਾਹ ਪ੍ਰਤੀ ਸੰਬੰਧਿਤ ਹੁੰਦੀ ਹੈ। ਇਹੀ ਕਾਰਨ ਹੈ ਕਿ ਇਕਾਈ ਟਾਈਮ ਦੇ ਵਿੱਚ ਸੱਜੇ ਪਾਸੇ ਦੀ ਖਿੜਕੀ ਵਿੱਚ ਆਉਂਦਾ ਕਰੰਟ, ਜਿਹੜਾ ਆਉਂਦਾ ਚਾਰਜ ਹੈ, ਇਹ ਦਰਅਸਲ ਜੇ ਐਕਸ ਦਾ ਨੈਗੇਟਿਵ ਹੁੰਦਾ ਹੈ ਅਤੇ ਖੱਬੇ ਵੱਲ ਇਸ਼ਾਰਾ ਕਰਦਾ ਤੀਰ -jx ਪਲੱਸ ਲੇਬਲ ਕੀਤਾ ਗਿਆ ਹੈ। ਇਸ ਤਰ੍ਹਾਂ ਖੱਬੇ ਸਿਰੇ ਜਾਂ ਮਾਈਨਸ ਸਿਰੇ ਪਾਸੇ ਲਈ ਸਬਸਕ੍ਰਿਪਟ ਐਕਸ ਮਾਈਨਸ ਵਰਤਾਂਗੇ, ਕਿਉਂਕਿ ਉਹ ਮਾਈਨਸ ਪਾਸੇ ਤੋਂ ਕਰੰਟ ਆਉਂਦਾ ਅਤੇ ਉਹ ਸੱਜੇ ਪਾਸੇ ਜਾਂਦਾ, ਉਸ ਲਈ ਮੂਹਰੇ ਪਲੱਸ ਲਾਇਆ ਜਾਏਗਾ ਜੇ ਦੇ। ਇਹੀ ਰਵਾਇਤ ਵਾਈ ਅਤੇ ਜ਼ੈਡ ਦਿਸ਼ਾਵਾਂ ਦੇ ਲਈ ਵੀ ਲਾਗੂ ਹੁੰਦੀ ਹੈ। ਜ਼ਿਆਦਾ ਗਾਹ ਪਾਉਣ ਤੋਂ ਬਚਣ ਲਈ ਅਸੀਂ -z ਪਲੱਸ ਅਤੇ ਪਲੱਸ ਜ਼ੈਡ ਮਾਈਨਸ ਜੇ ਜ਼ੈਡ ਮਾਈਨਸ ਦੇ ਲਈ ਤੀਰ ਨਹੀਂ ਵਾਏ ਹੈਗੇ। ਉਹ ਤਸਵੀਰ 8.6 ਦੇ ਵਿੱਚ ਐਕਸ ਦਿਸ਼ਾ ਵਿੱਚ ਵਹਿ ਰਹੇ ਦੋਵਾਂ ਕਰੰਟਾਂ ਜੇ ਐਕਸ ਮਾਈਨਸ ਅਤੇ -jx ਪਲੱਸ ਉੱਤੇ ਨਜ਼ਦੀਕੀ ਨਜ਼ਰ ਮਾਰੀਏ। ਸੱਜੇ ਪਾਸੇ ਤੋਂ ਡੱਬੇ ਅੰਦਰ ਕਿੰਨਾ ਚਾਰਜ ਪ੍ਰਵਾਹਿਤ ਹੁੰਦਾ ਹੈ? ਇਕੁਏਸ਼ਨ 8.15 ਸਪਸ਼ਟ ਕਰਦੀ ਹੈ, ਇੱਥੇ ਉੱਪਰ ਲਿਖੀ ਗਈ ਹੈ ਜੋ ਕਿ ਡੈਲਟਾ ਟੀ ਟਾਈਮ ਦੌਰਾਨ ਸੱਜੇ ਪਾਸੇ ਤੋਂ ਡੱਬੇ ਅੰਦਰ ਦਾਖਲ ਹੁੰਦੇ ਚਾਰਜ ਦੀ ਮਾਤਰਾ ਇਹ ਹੁੰਦੀ ਹੈ। ਤਾਂ ਡੈਲਟਾ ਕਿਊ ਜੋ ਸੱਜਾ ਪਾਸੇ ਤੋਂ ਆ ਰਹੀ ਹੈ, ਇਸ ਨੂੰ ਡੈਲਟਾ ਕਿਊ ਸੱਜਾ, ਜਿਵੇਂ ਸਬਸਕ੍ਰਿਪਟ 'ਚ ਲਿਖਿਆ ਗਿਆ, ਇਹ
ਇਹ ਵਾਲੀ ਮਾਤਰਾ ਹੈ ਮਾਈਨਸ ਜੇ ਐਕਸ ਮਾਈਨਸ ਤੇ ਅੱਗੇ ਡੈਲਟਾ ਵਾਈ ਡੈਲਟਾ ਜ਼ੈਡ ਤੇ ਡੈਲਟਾ ਟੀ। ਇਹ ਸੱਜੇ ਪਾਸੇ ਤੋਂ ਜੇ ਐਕਸ ਵਾਲੀ ਮਾਤਰਾ ਹੈ, ਤਾਂ ਇਹ ਇੰਨੀ ਮਾਤਰਾ ਡੈਲਟਾ ਵਾਈ ਤੇ ਡੈਲਟਾ ਟੀ ਤੇ ਡੈਲਟਾ ਸੱਜੇ ਪਾਸੇ ਤੋਂ ਜਿਹੜੀ ਮਾਤਰਾ ਹੈ ਉਹ ਇਹ ਮਾਤਰਾ ਇਸ ਦੇ ਬਰਾਬਰ ਹੋਏਗੀ ਡੈਲਟਾ ਕਿਊ ਡਿਵਾਈਡ ਬਾਈ ਡੈਲਟਾ ਏ ਵਾਈ ਡੈਲਟਾ ਏ ਜ਼ੈਡ ਡੈਲਟਾ ਟੀ। ਇੱਥੇ ਡੈਲਟਾ ਵਾਈ ਡੈਲਟਾ ਜ਼ੈਡ ਤੇ ਡੈਲਟਾ ਟੀ ਤਿੰਨੇ ਆ ਗਏ, ਤੇ ਨਾਲ ਇਹ ਜੇ ਐਕਸ ਜਿੰਨੀ ਮਾਤਰਾ ਤੇ ਜੇ ਐਕਸ ਮਾਈਨਸ ਜਿੰਨੀ। ਇਸੇ ਤਰ੍ਹਾਂ ਖੱਬੇ ਪਾਸੇ ਤੋਂ ਅੰਦਰ ਦਾਖਲ ਹੁੰਦੀ ਮਾਤਰਾ ਇਹ ਹੁੰਦੀ ਹੈ ਡੈਲਟਾ ਕਿਊ, ਖੱਬਾ ਹੈ ਜੋ ਇਸ ਤੋਂ ਡੈਲਟਾ ਐਕਸ ਪਲੱਸ ਹੈ, ਇਸ ਤੋਂ ਉਲਟੀ ਹੈ, ਤੇ ਡੈਲਟਾ ਵਾਈ ਡੈਲਟਾ ਜ਼ੈਡ ਡੈਲਟਾ ਟੀ ਸੇਮ ਰਹਿਣਗੇ। ਇਹ ਦੋਵੇਂ ਚਾਰਜ ਆਮ ਤੌਰ 'ਤੇ ਬਰਾਬਰ ਨਹੀਂ ਹੁੰਦੇ, ਕਿਉਂਕਿ ਦੋਵੇਂ ਕਰੰਟ ਬਰਾਬਰ ਨਹੀਂ ਹੁੰਦੇ। ਇਹ ਦੋ ਸਥਾਨਾਂ 'ਤੇ ਵਾਪਰਦੇ ਆ ਜੋ ਐਕਸ ਦਿਸ਼ਾ ਵਿੱਚ ਜਿਹੜਾ ਵੱਖਰੇ ਕੀਤੇ ਗਏ ਸਥਾਨ ਹੁੰਦੇ ਆ। ਇਹਨਾਂ ਦੋਵੇਂ ਚਾਰਜਾਂ ਦਾ ਜੋੜ ਆ ਜਿਹੜਾ ਇਹ ਖੱਬੇ ਡੱਬੇ ਦੇ ਅੰਦਰ ਜੋ ਚਾਰਜ ਦਾ ਕੁੱਲ ਉਹ ਵਾਧਾ ਹੁੰਦਾ ਜੋ ਪੋਜ਼ਿਟਿਵ ਜਾਂ ਨੈਗੇਟਿਵ ਦਿਸ਼ਾ ਦੇ ਵਿੱਚ ਕਰੰਟਾਂ ਦੇ ਕਾਰਨ ਹੁੰਦਾ। ਚਿੰਨ੍ਹਾਂ ਵਿੱਚ ਇਸ ਨੂੰ ਇਸ ਤਰ੍ਹਾਂ ਲਿਖਿਆ ਜਾ ਸਕਦਾ ਕਿ ਜਿਹੜਾ ਟੋਟਲ ਡੈਲਟਾ ਕਿਊ ਕੁੱਲ ਹੈ, ਇਹ ਦੋਵਾਂ ਦਾ ਜੋੜ ਹੁੰਦਾ ਹੈ ਮਾਈਨਸ ਜੇ ਐਕਸ ਮਾਈਨਸ ਡੈਲਟਾ ਵਾਈ ਜਾਂ ਡੈਲਟਾ ਟੀ ਪਲੱਸ ਇੱਧਰ ਜੇ ਐਕਸ ਪਲੱਸ ਤੇ ਡੈਲਟਾ ਵਾਈ ਡੈਲਟਾ ਜ਼ੈਡ ਡੈਲਟਾ ਟੀ। ਤੇ ਇਸ ਨੂੰ ਅਸੀਂ ਇਸ ਤਰ੍ਹਾਂ ਨਾਲ ਵੀ ਲਿਖ ਸਕਦੇ ਹਾਂ ਕਿ ਡੈਲਟਾ ਜੇ ਜ਼ੈਡ ਮਾਈਨਸ ਤੇ ਇੱਧਰ ਡੈਲਟਾ ਐਕਸ ਪਲੱਸ ਹੈ, ਇਸ ਨੂੰ ਕਾਮਨ ਕਰਕੇ ਇੱਧਰ ਇਸ ਦੇ ਅੰਦਰ ਲਿਖ ਸਕਦੇ ਹਾਂ ਬ੍ਰੈਕਟ ਦੇ ਮੂਹਰੇ। ਇੱਥੇ ਮਾਈਨਸ ਆਲਰੇਡੀ ਇਸ ਦੇ ਲਈ ਇਸ ਦੇ ਅੰਦਰ ਇੱਥੇ ਪਲੱਸ ਦੀ ਜਗ੍ਹਾ ਮਾਈਨਸ ਪਾਉਣਾ ਪਏਗਾ। ਇਹ ਆਪਣੇ ਆਪ ਜਦੋਂ ਬ੍ਰੈਕਟ ਦੇ ਬਾਹਰ ਮਾਈਨਸ ਦੇ ਨਾਲ ਇਹ ਚਿੰਨ੍ਹ ਚੇਂਜ ਹੋ ਕੇ ਪਲੱਸ ਹੋ ਜਾਂਦਾ। 8.17 ਨੰਬਰ ਇਕੁਏਸ਼ਨ ਹੈ। ਤੇ ਬ੍ਰੈਕਟਾਂ ਦੇ ਅੰਦਰਲੀਆਂ ਰਕਮਾਂ ਇੱਕ ਛੋਟੇ ਅੰਤਰਾਲ ਡੈਲਟਾ ਐਕਸ ਉੱਤੇ ਕਰੰਟ ਦੇ ਵਿੱਚ ਤਬਦੀਲੀ ਹੁੰਦੀ ਹੈ ਅਤੇ ਐਕਸ ਦੇ ਸੰਦਰਭ 'ਚ ਜੇ ਐਕਸ ਦੇ ਡੈਰੀਵੇਟਿਵ ਦੇ ਨਾਲ ਨਜ਼ਦੀਕੀ ਤੌਰ 'ਤੇ ਸੰਬੰਧਿਤ ਹੁੰਦੀ ਹੈ। ਦਰਅਸਲ ਇਹ ਇੰਝ ਹੁੰਦੀ ਹੈ, ਤਾਂ ਇਹ ਮਾਈਨਸ ਜੇ ਐਕਸ ਮਾਈਨਸ ਜੇ ਐਕਸ ਪਲੱਸ ਇਹ ਵਾਲੀ ਜਿਹੜੀ ਬ੍ਰੈਕਟਾਂ ਦੇ ਅੰਦਰ ਵਾਲੀ ਰਕਮ ਹੈ, ਇਹ ਉਸ ਦੇ ਵਿੱਚ ਅੰਦਰ ਕਰੰਟ ਦੇ ਵਿੱਚ ਤਬਦੀਲੀ ਹੈ ਕਿ ਜਿੰਨਾ ਚਾਰਜ ਐਕਸ ਵਾਲੇ ਪਾਸਿਓਂ ਆਇਆ ਤੇ ਜਿੰਨਾ ਐਕਸ ਮਾਈਨਸ ਵਾਲੇ ਪਾਸਿਓਂ ਬਾਹਰ ਨਿਕਲਿਆ, ਉਹਨਾਂ ਦਾ ਡਿਫਰੈਂਸ ਹੈ ਇਹ। ਤੇ ਇਹ ਤਬਦੀਲੀ ਮਾਈਨਸ ਜੇ ਐਕਸ ਵਾਈ ਡੈਲ ਐਕਸ ਦਾ ਪਾਰਸ਼ਲ ਡੈਰੀਵੇਟਿਵ ਨੂੰ ਡੈਲਟਾ ਐਕਸ ਨਾਲ ਗੁਣਾ ਕਰਕੇ ਲਿਖੀ ਜਾਏਗੀ, ਜਿਵੇਂ ਤੁਸੀਂ ਜਾਣਦੇ ਆ। ਇਸ ਨੂੰ ਵਾਪਸ ਇਕੁਏਸ਼ਨ 8.17 ਦੇ ਵਿੱਚ ਭਰਦੇ ਹੋਏ ਇਹ ਨਤੀਜਾ ਮਿਲਦਾ ਡੈਲਟਾ ਕਿਊ ਕੁੱਲ ਹੈ ਜੋ ਇਹ ਮਾਈਨਸ ਡੈਲ ਜੇ ਐਕਸ ਵਾਈ ਡੈਲ ਐਕਸ। ਇਸ ਦੀ ਜਗ੍ਹਾ ਅਸੀਂ ਇਹ ਟਰਮ ਯੂਜ਼ ਕਰਾਂਗੇ ਡੈਲ ਜੇ ਐਕਸ ਵਾਈ ਡੈਲ ਐਕਸ ਤੇ ਡੈਲਟਾ ਐਕਸ ਡੈਲਟਾ ਵਾਈ ਡੈਲਟਾ ਜ਼ੈਡ ਡੈਲਟਾ ਟੀ। 8.18 ਨੰਬਰ ਇਕੁਏਸ਼ਨ। ਅਸੀਂ ਆਸਾਨੀ ਨਾਲ ਡੈਲਟਾ ਐਕਸ ਡੈਲਟਾ ਵਾਈ ਡੈਲਟਾ ਜ਼ੈਡ ਨੂੰ ਡੱਬੇ ਦੇ ਵੋਲਿਊਮ ਦੇ ਵਜੋਂ ਪਛਾਣ ਸਕਦੇ ਹਾਂ। ਦੋਵੇਂ ਪਾਸਿਆਂ ਨੂੰ ਵੋਲਿਊਮ ਦੇ ਨਾਲ ਤਕਸੀਮ ਕਰਦੇ ਹੋਏ ਸਾਨੂੰ ਇਹ ਮਿਲਦਾ ਇਕੁਏਸ਼ਨ ਹੈ ਜੋ ਇਸ ਦੇ ਵਿੱਚ ਡੈਲਟਾ ਕਿਊ ਕੁੱਲ ਨੂੰ ਅਸੀਂ ਡੈਲਟਾ ਐਕਸ ਡੈਲਟਾ ਵਾਈ ਡੈਲਟਾ ਜ਼ੈਡ ਵੋਲਿਊਮ ਨਾਲ ਜਦੋਂ ਡਿਵਾਈਡ ਕਰਦੇ ਹਾਂ, ਇੱਧਰ ਤਿੰਨੇ ਰਕਮਾਂ ਕੱਟ ਜਾਂਦੀਆਂ ਨੇ, ਸਾਡੇ ਕੋਲ ਇੰਨਾ ਵੱਜ ਜਾਂਦਾ ਸਿਰਫ ਮਾਈਨਸ ਡੈਲ ਜ਼ੈਡ ਏ ਐਕਸ ਡਿਵਾਈਡ ਬਾਏ ਡੈਲ ਐਕਸ ਤੇ ਮਲਟੀਪਲਾਈਡ ਬਾਏ ਡੈਲਟਾ ਟੀ। 8.19 ਨੰਬਰ ਇਕੁਏਸ਼ਨ। ਇਕੁਏਸ਼ਨ 8.19 ਦਾ ਖੱਬਾ ਪਾਸਾ ਜਿਹੜਾ ਇਹ ਇਕਾਈ ਵੋਲਿਊਮ ਦੇ ਵਿੱਚ ਚਾਰਜ ਦੀ ਤਬਦੀਲੀ ਹੈ, ਕਿਉਂਕਿ ਉੱਪਰ ਚਾਰਜ ਆ ਥੱਲੇ ਵੋਲਿਊਮ ਹੈ, ਇਹ ਡੈਂਸਿਟੀ ਬਣ ਗਈ। ਤੇ ਦੂਜੇ ਸ਼ਬਦਾਂ ਵਿੱਚ ਇਹ ਚਾਰਜ ਡੈਂਸਿਟੀ ਰੋ ਦੇ ਵਿੱਚ ਤਬਦੀਲੀ ਹੁੰਦੀ ਹੈ ਇੱਕ, ਤੇ ਅਸੀਂ ਇਸ ਨੂੰ ਇਹ ਲਿਖ ਸਕਦੇ ਹਾਂ ਡੈਲਟਾ ਰੋ ਕੁੱਲ ਜੋ ਹੈਗੀ ਹੈ ਇਹ ਇਸ ਦੇ ਬਰਾਬਰ ਲਿਖ ਸਕਦੇ ਹਾਂ ਅਸੀਂ ਇਸ ਨੂੰ ਡੈਲਟਾ ਜ਼ੈਡ ਡੈਲ ਜੇ ਐਕਸ ਬਾਈ ਡੈਲ ਐਕਸ ਡੈਲਟਾ ਟੀ ਤੇ ਮਾਈਨਸ ਚਿੰਨ੍ਹ ਰਹੇਗਾ ਨਾਲ। 8.20 ਨੰਬਰ ਇਕੁਏਸ਼ਨ। ਇਹ ਰੋ ਦੇ ਵਿੱਚ ਤਬਦੀਲੀ ਹੈ, ਕਿਉਂਕਿ ਇੱਥੇ ਚਾਰਜ ਦੇ ਵਿੱਚ ਜੋ ਤਬਦੀਲੀ ਹੈ ਜੋ ਵੋਲਿਊਮ ਨਾਲ ਜਦੋਂ ਇਸ ਨੂੰ ਡਿਵਾਈਡ ਕਰਦੇ ਹਾਂ, ਤਾਂ ਜੋ ਚਾਰਜ ਦੀ ਤਬਦੀਲੀ ਹੈ ਉਹ ਵੋਲਿਊਮ ਨਾਲ ਡਿਵਾਈਡ ਕਰਕੇ ਰੋ ਦੀ ਤਬਦੀਲੀ ਬਣ ਜਾਂਦੀ ਹੈ, ਡੈਂਸਿਟੀ ਦੀ ਤਬਦੀਲੀ ਹੈ। ਤਾਂ ਡੈਲਟਾ ਟੀ ਦੇ ਨਾਲ ਤਕਸੀਮ ਕਰਦੇ ਹੁਣ ਇਸ ਨੂੰ ਡੈਲਟਾ ਟੀ ਨਾਲ ਡਿਵਾਈਡ ਕਰਾਂਗੇ ਤੇ ਛੋਟੀਆਂ ਮਾਤਰਾਵਾਂ ਤੇ 0 ਪਹੁੰਚਣ ਵਾਲੀ ਲਿਮਿਟ ਲੈਂਦੇ ਹੋਏ ਡੈਰੀਵੇਟਿਵ ਬਣ ਜਾਏਗਾ। ਤਾਂ ਇਹ
ਡੈਲਟਾ ਡੈਲ ਡੈਲਟਾ ਰੋ ਕੁੱਲ ਡਿਵਾਈਡ ਬਾਏ ਡੈਲ ਟੀ ਇਜ਼ ਇਕੁਅਲ ਟੂ ਇੱਧਰ ਇਹ ਹੈਗੀ ਉਹ ਹੈ ਰਾਈਟ ਸਾਈਡ ਡੈਲ ਜੇ ਐਕਸ ਵਾਈ ਡੈਲ ਐਕਸ ਇਕੱਲਾ ਰਹਿ ਜਾਂਦਾ ਇਹ ਕਿਉਂਕਿ ਇੱਧਰ ਅਸੀਂ ਨੂੰ ਜਦੋਂ ਡਿਵਾਈਡ ਕਰਦੇ ਹਾਂ ਅਸੀਂ ਡੈਲਟਾ ਟੀ ਨੂੰ ਇੱਧਰ ਲਿਜਾਂਦੇ ਹਾਂ ਤਾਂ ਇੱਕ ਤਰ੍ਹਾਂ ਦਾ ਇਹ ਇਸ ਦਾ ਡੈਰੀਵੇਟਿਵ ਵੀ ਬਣ ਜਾਂਦਾ 8.21 ਨੰਬਰ ਇਕੁਏਸ਼ਨ ਹੈਗਾ ਪਾਰਸ਼ਲ ਡੈਰੀਵੇਟਿਵ ਹੈ ਵੈਸੇ ਇਹ ਹੁਣ ਇਕੁਏਸ਼ਨ 8.21 ਦਰਅਸਲ ਸਹੀ ਇਕੁਏਸ਼ਨ ਨਹੀਂ ਹੈਗੀ ਇਹ ਕੇਵਲ ਐਕਸ ਐਕਸਸ ਦੇ ਪ੍ਰਤੀ ਪਰਪੈਂਡੀਕੂਲਰ ਜਾਂ ਦੋ ਕੰਧਾਂ ਰਾਹੀਂ ਡੱਬੇ ਦੇ ਅੰਦਰ ਆਉਂਦੀ ਜਾਂ ਬਾਹਰ ਜਾਂਦੇ ਚਾਰਜ ਨੂੰ ਹੀ ਸ਼ਾਮਿਲ ਕਰਦੀ ਹੈ ਤਾਂ ਇਸ ਨੂੰ ਇੱਕ ਹੋਰ ਤਰੀਕੇ ਨਾਲ ਕਹਿੰਦੇ ਹੋਏ ਇਸ ਇਕੁਏਸ਼ਨ ਵਿੱਚ ਸਬਸਕ੍ਰਿਪਟ ਕੁੱਲ ਗੁੰਮਰਾਹ ਕਰਦੀ ਹੈ ਕਿਉਂਕਿ ਇਹ ਸਿਰਫ ਇੱਕੋ ਦਿਸ਼ਾ ਦੇ ਵਿੱਚ ਕਰੰਟ ਡੈਂਸਿਟੀਆਂ ਨੂੰ ਸ਼ਾਮਿਲ ਕਰਦੀ ਹੈ ਸਾਰੀ ਤਸਵੀਰ ਪ੍ਰਾਪਤ ਕਰਨ ਲਈ ਅਸੀਂ ਇਹੀ ਵਿਸ਼ਲੇਸ਼ਣ y ਅਤੇ z ਦਿਸ਼ਾਵਾਂ ਦੇ ਲਈ ਵੀ ਕਰਾਂਗੇ ਅਤੇ ਫਿਰ ਸਾਰੀਆਂ ਤਿੰਨੇ ਦਿਸ਼ਾਵਾਂ ਦੇ ਵਿੱਚ ਕਰੰਟ ਡੈਂਸਿਟੀਆਂ ਤੋਂ ਯੋਗਦਾਨਾਂ ਨੂੰ ਜੋੜ ਦਿਆਂਗੇ ਤਾਂ ਨਤੀਜਾ ਸਾਨੂੰ ਇਹ ਮਿਲੇਗਾ ਡੈਲਟਾ ਰੋ ਬਾਈ ਡੈਲਟਾ ਟੀ ਡੈਲ ਰੋ ਬਾਈ ਡੈਲ ਟੀ ਇਜ਼ ਇਕੁਅਲ ਟੂ ਮਾਈਨਸ ਤੇ ਇੱਥੇ ਸਪੇਸ ਦੇ ਤਿੰਨੇ ਕੰਪੋਨੈਂਟਾਂ ਦੇ ਸਪੇਸ ਡੈਰੀਵੇਟਿਵ ਨੇ ਡੈਲ ਜੇ ਐਕਸ ਵਾਈ ਡੈਲ ਐਕਸ ਪਲੱਸ ਡੈਲ ਜੇ ਵਾਈ ਬਾਈ ਡੈਲ ਵਾਈ ਪਲੱਸ ਡੈਲ ਜੇ ਜ਼ੈਡ ਬਾਈ ਡੈਲ ਜ਼ੈਡ ਇਕੁਏਸ਼ਨ ਨੰਬਰ 8.22 ਤਾਂ ਸੱਜਾ ਪਾਸਾ ਜੋ ਇਸਦਾ ਇਹ ਰੋ ਦੀ ਡਾਇਵਰਜੈਂਸ ਹੁੰਦੀ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਡਾਇਵਰਜੈਂਸ ਬਣ ਗਈ ਇਸ ਦੀ ਅਤੇ ਵੈਕਟਰ ਨੋਟੇਸ਼ਨ 'ਚ 8.22 ਨੂੰ ਇਸ ਤਰੀਕੇ ਨਾਲ ਲਿਖ ਸਕਦੇ ਹਾਂ ਡੈਲ ਰੋ ਬਾਈ ਡੈਲ ਟੀ ਇਜ਼ ਇਕੁਅਲ ਟੂ ਮਾਈਨਸ ਡਾਇਵਰਜੈਂਸ ਆਫ ਜੇ ਜਾਂ ਫਿਰ ਇਸ ਦੇ ਵਿੱਚ ਡੈਲ ਰੋ ਬਾਈ ਡੈਲ ਟੀ ਪਲੱਸ ਡਾਇਵਰਜੈਂਸ ਆਫ ਜੇ ਇਜ਼ ਇਕੁਅਲ ਟੂ 0 8.23 ਨੰਬਰ ਇਕੁਏਸ਼ਨ ਇਹ ਇਕੁਏਸ਼ਨ ਚਾਰਜ ਦੀ ਕੰਜ਼ਰਵੇਸ਼ਨ ਦੀ ਇੱਕ ਲੋਕਲ ਗਵਾਂਢ ਤੋਂ ਗਵਾਂਢ ਐਕਸਪ੍ਰੈਸ਼ਨ ਹੁੰਦੀ ਹੈ ਇਹ ਕਹਿੰਦੀ ਹੈ ਕਿ ਕਿਸੇ ਵੀ ਛੋਟੇ ਖੇਤਰ ਅੰਦਰੋਂ ਚਾਰਜ ਸਿਰਫ ਖੇਤਰ ਦੀਆਂ ਕੰਧਾਂ ਰਾਹੀਂ ਚਾਰਜ ਦੇ ਪ੍ਰਵਾਹਿਤ ਹੋਣ ਕਾਰਨ ਹੀ ਬਦਲ ਸਕਦਾ ਹੈ ਇਕੁਏਸ਼ਨ 8.23 ਇੰਨੀ ਮਹੱਤਵਪੂਰਨ ਹੈ ਕਿ ਇਸ ਦਾ ਇੱਕ ਨਾਮ ਹੈ ਇਸ ਨੂੰ ਕੰਟੀਨਿਊਟੀ ਇਕੁਏਸ਼ਨ ਕਿਹਾ ਜਾਂਦਾ ਹੈ ਮੈਨੂੰ ਇਹ ਨਾਮ ਪਸੰਦ ਨਹੀਂ ਹੈਗਾ ਕਿਉਂਕਿ ਸ਼ਬਦ ਕੰਟੀਨਿਊਟੀ ਇਹ ਪ੍ਰਭਾਵ ਪਾਉਂਦਾ ਕਿ ਚਾਰਜ ਵਿਸਥਾਰ ਵੰਡ ਹੈ ਜਿਹੜੀ ਇਹ ਨਿਰੰਤਰ ਹੋਣੀ ਚਾਹੀਦੀ ਹੈ ਅਤੇ ਇਹ ਇਸ ਤਰ੍ਹਾਂ ਨਾਲ ਹੁੰਦੀ ਹੋ ਨਹੀਂ ਮੈਂ ਇਸ ਨੂੰ ਲੋਕਲ ਕੰਜ਼ਰਵੇਸ਼ਨ ਕਹਿਣ ਨੂੰ ਤਰਜੀਹ ਦਿੰਦਾ ਇਹ ਕੰਜ਼ਰਵੇਸ਼ਨ ਦੀ ਇੱਕ ਤਾਕਤਵਰ ਕਿਸਮ ਦਰਸਾਉਂਦੀ ਹੈ ਜੋ ਚਾਰਜ ਨੂੰ ਇੱਕ ਸਥਾਨ ਤੋਂ ਅਲੋਪ ਹੋ ਕੇ ਦੂਜੀ ਜਗ੍ਹਾ ਪ੍ਰਗਟ ਹੋਣ ਦੀ ਦਰਮਿਆਨ ਵਿੱਚ ਚਾਰਜ ਦੇ ਪ੍ਰਵਾਹਿਤ ਹੋਣ ਦੀ ਤੋਂ ਬਗੈਰ ਆਗਿਆ ਨਹੀਂ ਦਿੰਦੀ ਅਸੀਂ ਇਸ ਨਵੀਂ ਇਕੁਏਸ਼ਨ ਨੂੰ ਮੈਕਸਵੈਲ ਇਕੁਏਸ਼ਨਾਂ ਦੇ ਪ੍ਰਤੀ ਸ਼ਾਮਲ ਕਰ ਸਕਦੇ ਸੀ ਪਰ ਦਰਅਸਲ ਸਾਨੂੰ ਇਸ ਦੀ ਜ਼ਰੂਰਤ ਨਹੀਂ ਪੈਂਦੀ ਇਕੁਏਸ਼ਨ 8.23 ਦਰਅਸਲ ਮੈਕਸਵੈਲ ਇਕੁਏਸ਼ਨਾਂ ਦਾ ਹੀ ਇੱਕ ਨਤੀਜਾ ਹੁੰਦੀ ਹੈ ਸਬੂਤ ਇਸ ਦਾ ਜ਼ਿਆਦਾ ਮੁਸ਼ਕਲ ਨਹੀਂ ਹੁੰਦਾ ਹੁਣ ਅਸੀਂ ਅਗਲਾ ਟੌਪਿਕ ਪੜ੍ਹਾਂਗੇ ਅੱਜ ਦਾ ਮੈਕਸਵੈਲ ਇਕੁਏਸ਼ਨਾਂ ਦਾ ਟੈਂਸਰ ਰੂਪ ਹੁਣ ਤੱਕ ਅਸੀਂ ਸਭ ਚਾਰੇ ਮੈਕਸਵੈਲ ਇਕੁਏਸ਼ਨਾਂ ਨੂੰ 3 ਵੈਕਟਰ ਰੂਪ ਜਿਵੇਂ ਸਾਰਣੀ ਵਿੱਚ ਅਸੀਂ 8.1 ਵਿੱਚ ਦੇਖਿਆ ਅਸੀਂ ਇਹਨਾਂ ਇਕੁਏਸ਼ਨਾਂ ਦੇ ਦੂਜੇ ਗਰੁੱਪ ਨੂੰ ਇੱਕ ਐਕਸ਼ਨ ਪ੍ਰਿੰਸੀਪਲ ਤੋਂ ਅਜੇ ਤੱਕ ਵਿਉਂਤਬੰਦ ਨਹੀਂ ਕੀਤਾ ਪਰ ਅਸੀਂ ਅਜਿਹਾ ਲੈਕਚਰ 10 ਦੇ ਵਿੱਚ ਕਰਾਂਗੇ ਅਜਿਹਾ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ ਕਿ ਇਕੁਏਸ਼ਨਾਂ ਦੇ ਪਹਿਲੇ ਗਰੁੱਪ ਨੂੰ ਕੰਟੀਨਿਊਟੀ ਇਕੁਏਸ਼ਨ ਦੇ ਸਮੇਤ ਉੱਪਰਲੇ ਅਤੇ ਥੱਲੜੇ ਇੰਡੈਕਸਾਂ ਵਾਲੇ ਟੈਂਸਰ ਨੋਟੇਸ਼ਨ ਦੇ ਵਿੱਚ ਕਿਵੇਂ ਲਿਖਣਾ ਇਹ ਸਪਸ਼ਟ ਕਰੇਗਾ ਕਿ ਇਕੁਏਸ਼ਨਾਂ ਲਾਰੈਂਸ ਟਰਾਂਸਫਰਮੇਸ਼ਨਾਂ ਦੇ ਅਧੀਨ ਇਨਵੇਰੀਐਂਟ ਹੈ ਇਸ ਸੈਕਸ਼ਨ ਦੇ ਵਿੱਚ ਅਸੀਂ 4 ਵੈਕਟਰ ਨੋਟੇਸ਼ਨ ਦੇ ਵੱਲ ਵਾਪਸ ਜਾਵਾਂਗੇ ਜੋ ਇੰਡੈਕਸੋਲੋਜੀ ਦੇ ਨਿਯਮ ਅਪਣਾਉਂਦੀ ਹੈ ਉਦਾਹਰਨ ਲਈ ਮੈਂ ਕਰੰਟ ਡੈਂਸਿਟੀ ਦੇ ਸਪੇਸ ਕੰਪੋਨੈਂਟਾਂ ਵਾਸਤੇ Jx Jy Jz ਜਾਂ ਫਿਰ J1 J2 J3 ਲਿਖਣ ਦੇ ਨਾਲ ਸ਼ੁਰੂ ਕਰਾਂਗਾ ਆਓ ਕੰਟੀਨਿਊਟੀ ਇਕੁਏਸ਼ਨ 8.23 ਦੇ ਨਾਲ ਸ਼ੁਰੂ ਕਰੀਏ ਅਸੀਂ ਇਸ ਨੂੰ ਇੰਜ ਦੁਬਾਰਾ ਲਿਖ ਸਕਦੇ ਹਾਂ ਤਾਂ ਇਸ ਨੂੰ ਲਿਖ ਸਕਦੇ ਹਾਂ ਅਸੀਂ ਡੈਲ ਰੋ ਬਾਈ ਡੈਲ ਟੀ ਪਲੱਸ ਇੱਧਰ ਡਾਇਵਰਜੈਂਸ ਨੂੰ ਖੁੱਲ੍ਹ ਕੇ ਲਿਖ ਸਕਦੇ ਹਾਂ ਪੂਰੀ ਡੈਲ ਜੇ ਐਕਸ ਬਾਈ ਡੈਲ ਐਕਸ ਪਲੱਸ ਡੈਲ ਜੇ ਵਾਈ ਬਾਈ ਡੈਲ ਵਾਈ ਪਲੱਸ ਡੈਲ ਜੇ ਜ਼ੈਡ ਬਾਈ ਡੈਲ ਜ਼ੈਡ ਇਜ਼ ਇਕੁਅਲ ਟੂ 0 ਹੁਣ ਆਓ ਰੋ ਨੂੰ ਜੇ ਦਾ ਟਾਈਮ ਕੰਪੋਨੈਂਟ ਹੁੰਦਾ ਪਰਿਭਾਸ਼ਿਤ ਕਰੀਏ ਕਿ ਰੋ ਹੈ ਜੋ ਇਹ ਜੇ 0 ਹੈ ਦੂਜੇ ਸ਼ਬਦਾਂ ਵਿੱਚ ਜੇ ਐਕਸ ਜੇ ਵਾਈ ਜੇ ਜ਼ੈਡ ਦੇ ਜੇ ਜ਼ੈਡ ਨੂੰ ਲਓ ਤਿੰਨੇ ਕੰਪੋਨੈਂਟਾਂ ਨੂੰ ਅਤੇ ਇਹਨਾਂ ਨੂੰ
ਰੋ ਦੇ ਨਾਲ ਇਕੱਠਾ ਕਰਕੇ 4 ਨੰਬਰਾਂ ਦਾ ਇੱਕ ਕੰਪਲੈਕਸ ਬਣਾਉਂਦੇ ਹਾਂ। ਅਸੀਂ ਇਸ ਨਵੀਂ ਚੀਜ਼ ਨੂੰ ਜੇ ਮਿਊ ਕਹਾਂਗੇ। ਜੇ ਮਿਊ ਇਜ਼ ਇਕੁਅਲ ਟੂ ਰੋ ਜੇ ਐਕਸ ਜੇ ਵਾਈ ਜੇ ਜ਼ੈਡ। ਇਸ ਨੋਟੇਸ਼ਨ ਨੂੰ ਵਰਤਦੇ ਹੋਏ ਅਸੀਂ ਕੰਟੀਨਿਊਟੀ ਇਕੁਏਸ਼ਨ ਨੂੰ ਇੰਜ ਦੁਬਾਰਾ ਲਿਖ ਸਕਦੇ ਹਾਂ। ਡੈਲ ਜੇ ਮਿਊ ਬਾਈ ਡੈਲ ਐਕਸ ਮਿਊ ਇਜ਼ ਇਕੁਅਲ ਟੂ 0। ਤਾਂ ਇਸ ਨੂੰ ਇਹ ਇਹਨਾਂ ਦੋ ਹਿੱਸਿਆਂ 'ਚ ਲਿਖਣ ਦੀ ਬਜਾਏ ਇਕੱਲਾ ਇੰਨਾ ਕੁ ਲਿਖ ਕੇ ਕੰਮ ਚੱਲ ਜਾਂਦਾ 8.24 ਨੰਬਰ ਇਕੁਏਸ਼ਨ ਦੇ ਰੂਪ ਦੇ ਵਿੱਚ। ਡੈਲ ਜੇ ਮਿਊ ਬਾਈ ਡੈਲ ਐਕਸ ਮਿਊ ਇਜ਼ ਇਕੁਅਲ ਟੂ 0। ਨੋਟ ਕਰੋ ਕਿ ਐਕਸ ਮਿਊ ਦੇ ਸੰਦਰਭ ਦੇ ਵਿੱਚ ਡੈਰੀਵੇਟਿਵ ਲੈਣਾ ਦੋ ਚੀਜ਼ਾਂ ਕਰਦਾ। ਪਹਿਲੀ, ਇਹ ਇੱਕ ਕੋਵੇਰੀਐਂਟ ਇੰਡੈਕਸ ਜੋੜਦਾ। ਦੂਜੀ, ਕਿਉਂਕਿ ਨਵਾਂ ਕੋਵੇਰੀਐਂਟ ਇੰਡੈਕਸ ਜੇ ਮਿਊ ਵਿਚਲੇ ਕੌਂਟਰਾਵੇਰੀਐਂਟ ਜਿਹੜੇ ਇੰਡੈਕਸ ਦੇ ਬਰਾਬਰ ਹੀ ਹੁੰਦਾ, ਇਹ ਸਮੇਸ਼ਨ ਕਨਵੈਨਸ਼ਨ ਨੂੰ ਪ੍ਰੇਰਿਤ ਕਰ ਦਿੰਦਾ। ਇਸ ਤਰੀਕੇ ਵਿੱਚ ਲਿਖਣ ਤੇ ਕੰਟੀਨਿਊਟੀ ਇਕੁਏਸ਼ਨ ਦੇ ਵਿੱਚ ਇੱਕ 4 ਡਾਇਮੈਂਸ਼ਨਲ ਸਕੇਲਰ ਇਕੁਏਸ਼ਨ ਦੀ ਦਿਸ ਬਣ ਜਾਂਦੀ ਹੈ। ਇਹ ਸਿੱਧ ਕਰਨਾ ਕਠਿਨ ਨਹੀਂ ਹੁੰਦਾ ਕਿ ਜੇ ਮਿਊ ਦੇ ਕੰਪੋਨੈਂਟ ਸੱਚਮੁੱਚ ਇੱਕ 4 ਵੈਕਟਰ ਦੇ ਕੰਪੋਨੈਂਟਾਂ ਦੇ ਵਜੋਂ ਤਬਦੀਲ ਹੁੰਦੇ ਆ। ਆਓ ਹੁਣ ਇਹ ਕਰੀਏ। ਸ਼ੁਰੂ ਕਰਨ ਵਾਸਤੇ ਇਹ ਇੱਕ ਚੰਗੀ ਤਰ੍ਹਾਂ ਸਾਬਿਤ ਕੀਤਾ ਐਕਸਪੈਰੀਮੈਂਟਲ ਫੈਕਟ ਹੈ ਕਿ ਇਲੈਕਟ੍ਰਿਕ ਚਾਰਜ ਲੋਰੈਂਟਸ ਇਨਵੇਰੀਐਂਟ ਹੁੰਦਾ ਹੈ। ਜੇਕਰ ਅਸੀਂ ਇੱਕ ਚਾਰਜ ਨੂੰ ਇੱਕ ਫਰੇਮ ਦੇ ਵਿੱਚ ਕਿਊ ਹੁੰਦਾ ਨਾਪਦੇ ਹਾਂ, ਤਾਂ ਇਹ ਹਰੇਕ ਫਰੇਮ ਦੇ ਵਿੱਚ ਕਿਊ ਹੀ ਰਹਿੰਦਾ ਹੈ। ਹੁਣ ਆਓ ਸਾਡੇ ਛੋਟੇ ਯੂਨਿਟ ਵੋਲੀਅਮ ਦੇ ਡੱਬੇ ਅੰਦਰ ਛੋਟੇ ਚਾਰਜ ਰੋ ਦੇ ਵੱਲ ਵਾਪਸ ਚੱਲੀਏ। ਮੰਨ ਲਓ ਇਹ ਡੱਬਾ ਅਤੇ ਇਸ ਦੇ ਵਿੱਚ ਬੰਦ ਕੀਤਾ ਚਾਰਜ ਪ੍ਰਯੋਗਸ਼ਾਲਾ ਫਰੇਮ ਦੇ ਅੰਦਰ ਵੈਲੋਸਿਟੀ v ਦੇ ਨਾਲ ਸੱਜੇ ਪਾਸੇ ਵੱਲ ਗਤੀਸ਼ੀਲ ਹੈ। ਆਮ ਵਾਂਗ ਮੂਵਿੰਗ ਫਰੇਮ ਦੇ ਵਿੱਚ ਪ੍ਰਾਈਮਡ ਕੋਆਰਡੀਨੇਟ ਇਹ ਹੁੰਦੇ ਆ ਅਤੇ ਪ੍ਰਯੋਗਸ਼ਾਲਾ ਫਰੇਮ ਜਿਹੜਾ ਗੈਰ ਪ੍ਰਾਈਮਡ ਵਾਲਾ ਹੁੰਦਾ। ਤਾਂ ਡੱਬੇ ਦੀ ਰੈਸਟ ਫਰੇਮ ਦੇ ਵਿੱਚ ਕਰੰਟ ਡੈਂਸਿਟੀ ਦੇ ਚਾਰੇ ਕੰਪੋਨੈਂਟ ਕੀ ਹੁੰਦੇ ਆ? ਸਪਸ਼ਟ ਤੌਰ ਤੇ ਇਹ ਆ ਹੋਣੇ ਚਾਹੀਦੇ ਆ। ਜੇ ਪ੍ਰਾਈਮ ਮਿਊ ਇਜ਼ ਇਕੁਅਲ ਟੂ ਰੋ 0 0 0, ਯਾਨੀ ਕਿ ਐਕਸ ਵਾਈ ਜ਼ੈਡ ਤਿੰਨ 0 ਹੈ ਕਿਉਂਕਿ ਫਰੇਮ ਰੈਸਟ ਤੇ ਹੈ ਤੇ ਇਕੱਲੀ ਇਸ ਵਿੱਚ ਚਾਰਜ ਡੈਂਸਿਟੀ ਹੈ। ਕਿਉਂਕਿ ਇਸ ਫਰੇਮ ਦੇ ਵਿੱਚ ਚਾਰਜ ਸਥਿਰ ਖੜਾ ਹੁੰਦਾ, ਤਾਂ ਕਰਕੇ ਬਾਕੀ ਸਪੇਸ ਕੰਪੋਨੈਂਟ 0 ਹੁੰਦੇ ਆ ਇਸਦੇ। ਤਾਂ ਪ੍ਰਯੋਗਸ਼ਾਲਾ ਫਰੇਮ ਦੇ ਵਿੱਚ ਜੇ ਮਿਊ ਦੇ ਕੰਪੋਨੈਂਟ ਕੀ ਹੁੰਦੇ ਆ? ਕਿਉਂਕਿ ਉਹਦੇ ਵਿੱਚ ਗਤੀਸ਼ੀਲ ਹੁੰਦੀ ਹੈ, ਤਾਂ ਅਸੀਂ ਦਾਅਵਾ ਕਰਦੇ ਹਾਂ ਕਿ ਉਹ ਇਹ ਹੁੰਦੇ ਆ। ਫਿਰ ਤਾਂ ਜੇ ਮਿਊ ਇਜ਼ ਇਕੁਅਲ ਟੂ ਰੋ ਡਿਵਾਈਡ ਬਾਈ 1 ਮਾਈਨਸ ਵੀ ਸਕੇਅਰ, ਰੋ ਵੀ ਡਿਵਾਈਡ ਬਾਈ 1 ਮਾਈਨਸ ਵੀ ਸਕੇਅਰ ਦਾ ਅੰਡਰ ਰੂਟ ਤੇ ਨਾਲ 0 0। ਪਿਛਲੇ ਵਾਈ ਤੇ ਜ਼ੈਡ ਕੰਪੋਨੈਂਟ 0 ਹੁੰਦੇ ਆ। ਐਕਸ ਵਾਲੇ ਕੰਪੋਨੈਂਟ ਇਸਦੇ ਲੋਰੈਂਸ ਟਰਾਂਸਫਰਮੇਸ਼ਨ ਦੇ ਰੂਪ ਦੇ ਵਿੱਚ ਇਹ ਹੁੰਦੇ ਆ। ਜਾਂ ਫਿਰ ਬਰਾਬਰ ਤੌਰ ਤੇ ਇਸ ਨੂੰ ਇਸ ਤਰ੍ਹਾਂ ਵੀ ਲਿਖਿਆ ਸਕਦਾ, ਰੋ ਨੂੰ ਬਾਹਰ ਕੱਢ ਕੇ ਲਿਖਿਆ ਸਕਦਾ ਤੇ ਅੰਦਰ 1 ਡਿਵਾਈਡ ਬਾਈ 1 ਮਾਈਨਸ ਵੀ ਸਕੇਅਰ ਅੰਡਰ ਰੂਟ ਵੀ ਡਿਵਾਈਡ ਬਾਈ 1 ਮਾਈਨਸ ਵੀ ਸਕੇਅਰ। ਇੱਥੇ ਰੋ ਬਾਹਰ ਕੱਢ ਕੇ ਖੱਬੇ ਪਾਸੇ ਅਸੀਂ ਲਿਖਤਾ 8.25 ਨੰਬਰ ਇਕੁਏਸ਼ਨ। ਇਸ ਨੂੰ ਦੇਖਣ ਲਈ ਯਾਦ ਕਰੋ ਕਿ ਚਾਰਜ ਡੈਂਸਿਟੀ ਦੋ ਫੈਕਟਰਾਂ ਰਾਹੀਂ ਨਿਰਧਾਰਿਤ ਹੁੰਦੀ ਹੈ: ਚਾਰਜ ਦੀ ਮਾਤਰਾ ਤੇ ਖੇਤਰ ਦਾ ਆਕਾਰ ਜੋ ਚਾਰਜ ਰੱਖਦਾ ਹੈ। ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿ ਦੋਵੇਂ ਫਰੇਮਾਂ ਦੇ ਵਿੱਚ ਚਾਰਜ ਦੀ ਮਾਤਰਾ ਸੇਮ ਹੁੰਦੀ ਹੈ। ਤਾਂ ਡੱਬੇ ਅੰਦਰ ਖੇਤਰ ਬੰਦ ਕਰਨ ਦੇ ਵੋਲਿਊਮ ਦੇ ਬਾਰੇ ਕੀ ਖਿਆਲ ਹੈ? ਪ੍ਰਯੋਗਸ਼ਾਲਾ ਫਰੇਮ ਦੇ ਵਿੱਚ ਗਤੀਸ਼ੀਲ ਡੱਬਾ ਸਟੈਂਡਰਡ ਲੋਰੈਂਸ ਕੰਟਰੈਕਸ਼ਨ 1 ਮਾਈਨਸ ਵੀ ਸਕੇਅਰ ਅੰਡਰ ਰੂਟ ਦੇ ਰਾਹੀਂ ਗੁਜ਼ਰਦਾ ਹੈ। 1 ਮਾਈਨਸ ਵੀ ਸਕੇਅਰ ਅੰਡਰ ਰੂਟ, ਕਿਉਂਕਿ ਡੱਬਾ ਸਿਰਫ ਐਕਸ ਦਿਸ਼ਾ ਦੇ ਵਿੱਚ ਸੁੰਗੜਦਾ ਹੈ, ਇਸ ਦਾ ਵੋਲਿਊਮ ਇਸੇ ਫੈਕਟਰ ਦੇ ਰਾਹੀਂ ਘਟ ਜਾਂਦਾ ਹੈ। ਪਰ ਡੈਂਸਿਟੀ ਅਤੇ ਵੋਲਿਊਮ ਉਲਟ ਰੂਪ ਦੇ ਵਿੱਚ ਸੰਬੰਧਿਤ ਹੁੰਦੇ ਆ। ਇਸ ਲਈ ਵੋਲਿਊਮ ਦੇ ਵਿੱਚ ਇੱਕ ਘਾਟਾ ਆਉਂਦਾ ਹੈ, ਡੈਂਸਿਟੀ ਦੇ ਵਿੱਚ ਇੱਕ ਪਰਸਪਰ ਵਾਧਾ ਪ੍ਰੇਰਿਤ ਕਰਦਾ ਹੈ। ਇਹ ਸਮਝਾਉਂਦਾ ਹੈ ਕਿ ਇਕੁਏਸ਼ਨ 8.25 ਦੇ ਸੱਜੇ ਪਾਸੇ ਉੱਤੇ ਕੰਪੋਨੈਂਟ ਨੇ ਜਿਹੜੇ ਇਹ ਸਹੀ ਹੈ। ਅੰਤਿਮ ਤੌਰ ਤੇ ਨੋਟ ਕਰੋ ਕਿ ਇਹ ਕੰਪੋਨੈਂਟ ਦਰਅਸਲ 4 ਵੈਲੋਸਿਟੀ ਦੇ ਕੰਪੋਨੈਂਟ ਹੁੰਦੇ ਆ ਜੋ ਇੱਕ 4 ਵੈਕਟਰ ਹੁੰਦੀ ਹੈ। ਦੂਜੇ ਸ਼ਬਦਾਂ ਵਿੱਚ ਜੇ ਮਿਊ ਇੱਕ ਇਨਵੇਰੀਐਂਟ ਸਕੇਲਰ ਮਾਤਰਾ ਰੋ ਦਾ ਇੱਕ 4 ਵੈਕਟਰ ਦੇ ਨਾਲ ਗੁਣਨਫਲ ਹੁੰਦਾ ਹੈ। ਜਿਵੇਂ ਇੱਥੇ ਰੋ ਦੇ ਨਾਲ ਇਸ ਦਾ 4 ਵੈਕਟਰ ਦੇ ਨਾਲ ਇਹ ਗੁਣਨਫਲ ਹੈ। ਇਸ ਲਈ ਜੇ ਮਿਊ ਖੁਦ ਜ਼ਰੂਰ ਹੀ ਇੱਕ 4 ਵੈਕਟਰ ਹੋਣਾ ਚਾਹੀਦਾ ਹੈ। ਹੁਣ ਅੱਜ ਦਾ ਲਾਸਟ ਟੌਪਿਕ ਹੈ ਬਿਆਨਚੀ ਆਇਡੈਂਟਿਟੀ। ਆਓ ਭੰਡਾਰ ਕਰੀਏ ਕਿ ਅਸੀਂ ਕੀ ਜਾਣਦੇ ਹਾਂ। ਇਲੈਕਟ੍ਰਿਕ ਫੀਲਡ ਅਤੇ ਮੈਗਨੈਟਿਕ ਫੀਲਡ ਦੋ ਇੰਡੈਕਸਾਂ ਵਾਲਾ ਇੱਕ ਐਂਟੀ ਸਮਿਟ੍ਰਿਕ ਟੈਂਸਰ ਐਫ ਮਿਊ ਨਿਊ ਰਚਦੀਆਂ।
ਤਾਂ ਕਰੰਟ ਡੈਂਸਿਟੀ 3 ਵੈਕਟਰ ਜੇ ਰੋ ਦੇ ਨਾਲ ਮਿਲ ਕੇ ਇੱਕ 4 ਵੈਕਟਰ ਰਚਦਾ ਜੋ ਇੱਕ ਇੰਡੈਕਸ ਵਾਲਾ ਇੱਕ ਟੈਂਸਰ ਹੁੰਦਾ ਹੈ। ਸਾਡੇ ਕੋਲ ਸਾਰਣੀ 8.1 ਤੋਂ ਮੈਕਸਵੈਲ ਇਕੁਏਸ਼ਨਾਂ ਦਾ ਪਹਿਲਾ ਗਰੁੱਪ ਵੀ ਹੁੰਦਾ, ਇਹ ਵਾਲਾ ਕਿ ਬੀ ਦੀ ਡਾਇਵਰਜੈਂਸ 0 ਹੈ ਤੇ ਇਹ ਈ ਦੀ ਕਰਲ ਤੇ ਈ ਦੀ ਕਰਲ ਹੈ ਜਿਹੜੀ ਇਹ ਬੀ ਦੇ ਟਾਈਮ ਡੈਰੀਵੇਟਿਵ ਦੇ ਬਰਾਬਰ ਹੈ ਮੈਗਨੈਟਿਕ ਫੀਲਡ ਦੇ। ਇਹ ਇਕੁਏਸ਼ਨਾਂ ਵੈਕਟਰ ਪੋਟੈਂਸ਼ੀਅਲ ਦੀਆਂ ਰਕਮਾਂ ਦੇ ਵਿੱਚ ਬੀ ਅਤੇ ਈ ਦੀਆਂ ਪਰਿਭਾਸ਼ਾਵਾਂ ਦਾ ਇੱਕ ਨਤੀਜਾ ਆਉਂਦੀਆਂ। ਇਹਨਾਂ ਦੇ ਵਿੱਚੋਂ ਹਰੇਕ ਇਕੁਏਸ਼ਨ ਐਫ ਮਿਊ ਨਿਊ ਦੇ ਕੰਪੋਨੈਂਟਾਂ ਉੱਤੇ ਕਿਰਿਆ ਕਰਦੇ ਪਾਰਸ਼ਲ ਡੈਰੀਵੇਟਿਵਾਂ ਦਾ ਇੱਕ ਰੂਪ ਰੱਖਦੀ ਹੈ ਜਿਸ ਦਾ ਨਤੀਜਾ 0 ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ ਇਹ ਰੂਪ ਰੱਖਦੀਆਂ ਕਿ ਡੈਲ ਐਫ ਇਜ਼ ਇਕੁਅਲ ਟੂ 0। ਮੈਂ ਚਿੰਨ੍ਹ ਡੈਲ ਢਿੱਲੇ ਤੌਰ ਤੇ ਵਰਤ ਰਿਹਾ ਜਿਸ ਦਾ ਅਰਥ ਹੈ ਕਿ ਪਾਰਸ਼ਲ ਡੈਰੀਵੇਟਿਵਾਂ ਦਾ ਕੋਈ ਮੇਲ। ਇਕੁਏਸ਼ਨ 8.26 ਜੋ ਬੀ ਦੀ ਡਾਇਵਰਜੈਂਸ 0 ਦੱਸਦੀਆਂ ਅਤੇ 8.27 ਜਿਸ ਦੇ ਵਿੱਚ ਇਹ ਈ ਦੀ ਕਰਲ ਤੇ ਈ ਦੀ ਕਰਲ ਨੂੰ ਬੀ ਦੇ ਟਾਈਮ ਡੈਰੀਵੇਟਿਵ ਦੇ ਬਰਾਬਰ ਦੱਸਦੀਆਂ। ਇਹ ਇਕੱਠੀਆਂ 4 ਇਕੁਏਸ਼ਨਾਂ ਪ੍ਰਸਤੁਤ ਕਰਦੀਆਂ। ਇੱਕ ਇਕੁਏਸ਼ਨ 8.26 ਦੇ ਨਾਲ ਸੰਬੰਧਿਤ ਹੁੰਦੀ ਹੈ ਕਿਉਂਕਿ ਇਹ 2 ਸਕੇਲਰਾਂ ਦੀ ਤੁਲਨਾ ਕਰਦੀ ਹੈ। ਇਹਨਾਂ ਇਕੁਏਸ਼ਨਾਂ ਨੂੰ ਅਸੀਂ ਲਾਰੈਂਸ ਇਨਵੇਰੀਐਂਟ ਰੂਪ ਦੇ ਵਿੱਚ ਕਿਵੇਂ ਲਿਖ ਸਕਦੇ ਹਾਂ? ਸੌਖੀ ਪਹੁੰਚ, ਠੀਕ ਜਵਾਬ ਲਿਖਣਾ ਅਤੇ ਫਿਰ ਸਮਝਾਉਣਾ ਕਿ ਇਹ ਕਿਉਂ ਕੰਮ ਕਰਦਾ ਹੈ। ਇੱਥੇ ਇਹ ਹੁੰਦਾ ਹੈ, ਇਸ ਨੂੰ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ, ਡੈਲ ਸਿਗਮਾ ਐਫ ਨਿਊ ਟਾਓ प्लस डेल न्यू एफ टाओ सिग्मा प्लस डेल टाओ एफ सिग्मा न्यू इज इक्वल टू 0। 8.28 ਨੰਬਰ ਇਕੁਏਸ਼ਨ ਹੈ। ਇਹ ਤਿੰਨ ਚੀਜ਼ਾਂ ਦਾ ਜੋੜ ਹੈ ਜਿਸ ਵਿੱਚ ਇਹ ਇਸ ਤਰ੍ਹਾਂ ਨਾਲ ਇੱਕ ਡਾਇਵਰਜੈਂਸ ਜੋ ਇਸ ਦੀ ਕੀਤੀ ਗਈ ਹੈ ਐਫ ਦੀ, ਜਿਵੇਂ ਇੱਥੇ ਡਾਇਵਰਜੈਂਸ ਐਫ ਦੀ 0 ਦਿਖਾਈ ਗਈ ਹੈ। ਇਕੁਏਸ਼ਨ 8.28 ਨੂੰ ਬਿਆਨਚੀ ਆਇਡੈਂਟਿਟੀ ਕਿਹਾ ਜਾਂਦਾ ਇਸ ਇਕੁਏਸ਼ਨ ਨੂੰ। ਇਹ ਬਿਆਨਚੀ ਪਛਾਣ ਦਾ ਇੱਕ ਵਿਸ਼ੇਸ਼ ਕੇਸ ਹੈ। ਇਹ ਵਾਲੀ ਯੂ ਉੱਥੇ ਲਿਖੀ ਅਸੀਂ। ਇੰਡੈਕਸ ਸਿਗਮਾ ਨਿਊ ਅਤੇ ਟਾਓ 4 ਮੁੱਲਾਂ 0 1 2 3 ਜਾਂ ਫਿਰ ਟੀ ਐਕਸ ਵਾਈ ਜ਼ੈਡ ਦੇ ਵਿੱਚੋਂ ਕੋਈ ਵੀ ਮੁੱਲ ਲੈ ਸਕਦੇ ਹਾਂ। ਸਿਗਮਾ ਨਿਊ ਅਤੇ ਟਾਓ ਪ੍ਰਤੀ ਇਹਨਾਂ ਮੁੱਲਾਂ ਵਿੱਚੋਂ ਕੋਈ ਮੁੱਲ ਪ੍ਰਦਾਨ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ। ਇਕੁਏਸ਼ਨ 8.28 ਨੇ 0 ਹੀ ਨਤੀਜਾ ਹੀ ਦੇਣਾ ਹੁੰਦਾ ਹੈ। ਆਓ ਆਪਣੇ ਆਪ ਨੂੰ ਯਕੀਨੀ ਦਵਾਈਏ ਕਿ ਬਿਆਨਚੀ ਆਇਡੈਂਟਿਟੀ 2 ਹੋਮੋਜੀਨੀਅਸ ਮੈਕਸਵੈਲ ਇਕੁਏਸ਼ਨਾਂ ਦੇ ਬਰਾਬਰ ਹੈ। ਪਹਿਲਾ ਉਹ ਮਾਮਲਾ ਲਓ ਜਿੱਥੇ ਸਾਰੇ ਤਿੰਨੇ ਇੰਡੈਕਸ ਸਿਗਮਾ ਨਿਊ ਅਤੇ ਟਾਓ ਸਪੇਸ ਕੰਪੋਨੈਂਟ ਪ੍ਰਸਤੁਤ ਕਰਦੇ ਹਾਂ। ਪਹਿਲਾਂ ਤਿੰਨੇ ਸਪੇਸ ਕੰਪੋਨੈਂਟ ਲਵਾਂਗੇ ਅਸੀਂ ਸਿਗਮਾ ਨਿਊ ਤੇ ਟਾਓ ਲਈ। ਸਿਗਮਾ ਨੂੰ ਅਸੀਂ ਵਾਈ ਲੈ ਲੈਂਦੇ ਹਾਂ, ਨਿਊ ਨੂੰ ਐਕਸ ਲੈ ਲੈਂਦੇ ਹਾਂ ਤੇ ਟਾਓ ਨੂੰ ਜ਼ੈਡ ਲੈ ਲੈਂਦੇ ਹਾਂ। ਥੋੜ੍ਹੇ ਜਿਹੇ ਅਲਜਬਰੇ ਦੇ ਨਾਲ ਯਾਦ ਕਰੋ ਕਿ ਐਫ ਮਿਊ ਨਿਊ ਐਂਟੀ ਸਿਮੈਟ੍ਰਿਕ ਹੁੰਦਾ। ਇਹਨਾਂ ਇੰਡੈਕਸਾਂ ਨੂੰ ਇਕੁਏਸ਼ਨ 8.28 ਦੇ ਵਿੱਚ ਭਰਦੇ ਹੋਏ ਸਾਨੂੰ ਇਹ ਮਿਲਦਾ ਹੈ। ਇਸ ਵਿੱਚ ਅਸੀਂ 8.28 ਇਕੁਏਸ਼ਨ 'ਚ ਅਸੀਂ ਇਹ ਭਰਾਂਗੇ ਐਕਸ ਵਾਈ ਨੂੰ ਸਾਰੀ ਇਸਨੂੰ, ਤਾਂ ਡੈਲ ਵਾਈ ਐਫ ਐਕਸ ਜ਼ੈਡ ਪਲੱਸ ਡੈਲ ਐਕਸ ਐਫ ਜ਼ੈਡ ਵਾਈ ਪਲੱਸ ਡੈਲ ਜ਼ੈਡ ਐਫ ਵਾਈ ਐਕਸ ਇਜ਼ ਇਕੁਅਲ ਟੂ 0 ਇਹ ਬਣੇਗੀ ਇਕੁਏਸ਼ਨ। ਅਤੇ ਜਾਂ ਫਿਰ ਇਸ ਨੂੰ ਇਸ ਤਰ੍ਹਾਂ ਨਾਲ ਲਿਖ ਸਕਦੇ ਹਾਂ, ਐਕਸ ਵਾਲੇ ਨੂੰ ਅਸੀਂ ਪਹਿਲਾਂ ਲਿਖ ਦਿੰਦੇ ਹਾਂ ਅਤੇ ਇੱਧਰ ਜ਼ੈਡ ਵਾਈ ਦੀ ਜਗ੍ਹਾ ਅਸੀਂ ਵਾਈ ਜ਼ੈਡ ਉਲਟਾ ਦਿੰਦੇ ਹਾਂ, ਇਸਨੂੰ ਇਹ ਮਾਈਨਸ ਆ ਜਾਏਗਾ। ਇਸੇ ਤਰ੍ਹਾਂ ਬਾਕੀ ਸਾਰਿਆਂ ਨੂੰ ਵੀ ਉਲਟਾ ਦਿੰਦੇ ਹਾਂ, ਉਹਨਾਂ 'ਚ ਮਾਈਨਸ ਆ ਜਾਂਦਾ, ਬਾਅਦ 'ਚੋਂ ਸਾਰਿਆਂ ਨੂੰ -1 ਨਾਲ ਗੁਣਾ ਕਰਾਂਗੇ ਤਾਂ ਇਹ ਇਕੁਏਸ਼ਨ ਇਸ ਤਰ੍ਹਾਂ ਦੀ ਇਕੁਏਸ਼ਨ ਬਣ ਜਾਏਗੀ। ਖਾਸ ਤੌਰ 'ਤੇ ਮੰਨ ਲਓ ਅਸੀਂ ਇਹਨਾਂ ਨੂੰ ਇਹ ਹੁੰਦੇ ਚੁਣਦੇ ਹਾਂ, ਇਹ ਅਸੀਂ ਕਰ ਲਿਆ। ਤਾਂ ਇੱਥੇ ਇਹ ਇਕੁਏਸ਼ਨ ਬਣ ਜਾਏਗੀ ਡੈਲ ਐਕਸ ਡੈਲ ਐਕਸ ਐਫ ਵਾਈ ਜ਼ੈਡ ਪਲੱਸ ਡੈਲ ਵਾਈ ਐਫ ਜ਼ੈਡ ਐਕਸ ਪਲੱਸ ਡੈਲ ਜ਼ੈਡ ਐਫ ਐਕਸ ਵਾਈ ਇਜ਼ ਇਕੁਅਲ ਟੂ 0। ਇਹ 8.28 ਨੰਬਰ ਇਕੁਏਸ਼ਨ ਇਹ ਬਣ ਜਾਏਗੀ। ਪਰ ਐਫ ਦੇ ਸ਼ੁੱਧ ਸਪੇਸ ਕੰਪੋਨੈਂਟ ਜਿਵੇਂ ਐਫ ਵਾਈ ਜ਼ੈਡ ਨੇ, ਜਿਵੇਂ ਕੋਈ ਵੀ ਸਪੇਸ ਕੰਪੋਨੈਂਟ ਹੈ ਜੋ ਇਹ ਮੈਗਨੈਟਿਕ ਫੀਲਡ ਦੇ ਕੰਪੋਨੈਂਟਾਂ ਦੇ ਨਾਲ ਸੰਬੰਧਿਤ ਹੁੰਦੇ ਆ। ਯਾਦ ਕਰੋ ਇਕੁਏਸ਼ਨ ਐਫ ਮਿਊ ਨਿਊ ਹੈ ਜੋ, ਜਿਵੇਂ ਇਹ ਵਾਲਾ ਮੈਟ੍ਰਿਕ ਟੈਂਸਰ ਹੈ ਜਿਵੇਂ ਇੱਥੇ, ਇਹ ਇਸ ਦੇ ਬਰਾਬਰ ਹੁੰਦਾ ਐਫ ਮਿਊ ਨਿਊ।
ਇੱਥੇ ਐਫ ਵਾਈ ਐਕਸ ਇਸ ਦੇ ਵਿੱਚੋਂ ਅਸੀਂ ਲੈ ਸਕਦੇ ਹਾਂ ਕਿ ਇਹ ਸਪੇਸ ਕੰਪੋਨੈਂਟ ਇੱਧਰ ਵਾਲਾ ਥੱਲੇ ਵਾਲੇ 9 ਹੁੰਦੇ ਨੇ। ਇਹ ਮੈਗਨੈਟਿਕ ਫੀਲਡ ਦੇ ਕੰਪੋਨੈਂਟਾਂ ਦੇ ਨਾਲ ਸੰਬੰਧਿਤ ਹੈ ਕਿ ਇੱਥੇ ਜਿਵੇਂ ਐਫ ਵਾਈ ਜ਼ੈਡ ਹੈ ਜਿਹੜਾ, ਇਹ ਵਾਈ ਵਾਲੀ ਲਾਈਨ ਦੇ ਵਿੱਚ ਅਖੀਰਲਾ ਹੈ, ਵਾਈ ਵਾਲੀ ਲਾਈਨ ਦੇ ਵਿੱਚ ਅਖੀਰਲਾ ਬੀ ਐਕਸ ਹੈ, ਅਤੇ ਐਫ ਜ਼ੈਡ ਐਕਸ ਹੈ ਜੋ ਜ਼ੈਡ ਵਾਲੀ ਲਾਈਨ ਦੇ ਵਿੱਚ ਇਹ ਵਾਲਾ ਬੀ ਵਾਈ ਅਤੇ ਐਫ ਐਕਸ ਵਾਈ ਹੈ ਜੋ ਇਹ ਐਕਸ ਵਾਲੀ ਲਾਈਨ ਦੇ ਵਿੱਚ ਇਹ ਵਾਲਾ ਬੀ ਜ਼ੈਡ, ਇਹ ਬੀ ਜ਼ੈਡ ਹੈ। ਤਾਂ ਇਹਨਾਂ ਮੁੱਲਾਂ ਨੂੰ ਭਰਦੇ ਹੋਏ ਅਸੀਂ ਲਿਖ ਸਕਦੇ ਹਾਂ ਕਿ ਡੈਲ ਐਕਸ ਬੀ ਐਕਸ ਅਸੀਂ ਇੱਥੇ ਜਿਵੇਂ ਐਫ ਵਾਈ ਜ਼ੈਡ ਹੈ, ਇਸ ਦੀ ਜਗ੍ਹਾ ਐਫ ਵਾਈ ਜ਼ੈਡ ਦੀ ਜਗ੍ਹਾ ਬੀ ਐਕਸ ਲਿਖ ਸਕਦੇ ਹਾਂ। ਇਸੇ ਤਰ੍ਹਾਂ ਐਫ ਜ਼ੈਡ ਐਕਸ ਹੈ ਜੋ ਇਹ ਵਾਲੀ ਟਰਮ ਜ਼ੈਡ ਐਕਸ ਦੀ ਜਗ੍ਹਾ ਅਸੀਂ ਬੀ ਵਾਈ ਲਿਖ ਸਕਦੇ ਹਾਂ। ਅਤੇ ਤੀਜਾ ਐਫ ਐਕਸ ਵਾਈ ਦੀ ਜਗ੍ਹਾ ਅਸੀਂ ਬੀ ਜ਼ੈਡ ਲਿਖ ਸਕਦੇ ਹਾਂ, ਇਹ ਵਾਲੀ ਟਰਮ ਤੀਜੀ ਐਫ ਐਕਸ ਵਾਈ ਦੀ ਜਗ੍ਹਾ ਬੀ ਜ਼ੈਡ ਲਿਖ ਸਕਦੇ ਹਾਂ। ਸਾਡੇ ਕੋਲ ਇਹ ਆ ਜਾਂਦਾ ਡੈਲ ਐਕਸ ਬੀ ਐਕਸ ਪਲੱਸ ਡੈਲ ਵਾਈ ਬੀ ਵਾਈ ਪਲੱਸ ਡੈਲ ਜ਼ੈਡ ਬੀ ਜ਼ੈਡ ਇਜ਼ ਇਕੁਅਲ ਟੂ 0। ਖੱਬਾ ਪਾਸਾ ਬੀ ਦੀ ਠੀਕ ਡਾਇਵਰਜੈਂਸ ਇਹ ਹੁੰਦੀ ਹੈ, ਇਹ ਵਾਲਾ। ਤਾਂ ਇਸ ਲਈ ਇਸ ਨੂੰ 8.26 ਦੇ ਬਰਾਬਰ ਅਸੀਂ ਦੇਖ ਸਕਦੇ ਹਾਂ ਕਿ ਇਹ ਵਾਲੀ 8.26 ਹੈ, ਬੀ ਦੀ ਡਾਇਵਰਜੈਂਸ ਇਜ਼ ਇਕੁਅਲ ਟੂ 0। ਤਾਂ ਇਹ ਬਿਆਨ 'ਚ ਆਇਡੈਂਟੀ ਇੱਥੋਂ ਪ੍ਰੂਵਡ ਹੋ ਜਾਂਦੀ ਹੈ। ਇਹ ਸਿੱਟਾ ਨਿਕਲਦਾ ਕਿ ਜੇਕਰ ਅਸੀਂ ਗ੍ਰੀਕ ਇੰਡੈਕਸਾਂ ਨੂੰ ਐਕਸ ਵਾਈ ਜ਼ੈਡ ਪ੍ਰਦਾਨ ਕਰਨ ਦਾ ਇੱਕ ਵੱਖਰਾ ਤਰੀਕਾ ਵਰਤਦੇ ਹਾਂ ਤਾਂ ਵੀ ਨਤੀਜਾ ਸੇਮ ਹੀ ਨਿਕਲਣਾ ਸੀ। ਕੋਸ਼ਿਸ਼ ਕਰਕੇ ਤੁਸੀਂ ਦੇਖ ਸਕਦੇ ਹਾਂ ਕੀ ਹੁੰਦਾ ਜੇਕਰ ਇੰਡੈਕਸਾਂ ਦੇ ਵਿੱਚੋਂ ਕੋਈ ਇੰਡੈਕਸ ਇੱਕ ਟਾਈਮ ਕੰਪੋਨੈਂਟ ਹੋਵੇ। ਇਹਦਾ ਅਸੀਂ ਸਪੇਸ ਕੰਪੋਨੈਂਟ ਲਏ ਸੀਗੇ, ਹੁਣ ਟਾਈਮ ਕੰਪੋਨੈਂਟ ਅਗਰ ਲੈਂਦੇ ਹਾਂ ਤਾਂ ਆਓ ਇਸ ਅਸਾਈਨਮੈਂਟ ਨੂੰ ਟਰਾਈ ਕਰੀਏ ਕਿ ਸਿਗਮਾ ਵਾਈ ਲਵਾਂਗੇ, ਨਿਊ ਜਿਹੜਾ ਐਕਸ ਲਵਾਂਗੇ, ਅਤੇ ਟਾਓ ਦੀ ਜਗ੍ਹਾ ਅਸੀਂ ਟੀ ਲੈ ਲੈਂਦੇ ਹਾਂ। ਤਾਂ ਜਿਸ ਦਾ ਇਹ ਨਤੀਜਾ ਨਿਕਲੇਗਾ ਫਿਰ ਡੈਲ ਵਾਈ ਐਫ ਐਕਸ ਟੀ ਪਲੱਸ ਡੈਲ ਐਕਸ ਐਫ ਟੀ ਵਾਈ ਪਲੱਸ ਡੈਲ ਟੀ ਐਫ ਵਾਈ ਐਕਸ। ਇਹ 8.28 ਦੇ ਵਿੱਚ ਇਹ ਭਰਾਂਗੇ ਅਸੀਂ ਇਹ ਵੈਲਿਊ ਸਿਗਮਾ ਨਿਊ ਅਤੇ ਟਾਓ ਦੀ, ਤਾਂ ਇਹ ਇਕੁਏਸ਼ਨ ਮਿਲ ਜਾਂਦੀ ਸਾਨੂੰ। ਤਾਂ 3 ਦੇ ਵਿੱਚੋਂ 2 ਰਕਮਾਂ ਜਿਹੜੀਆਂ ਇਹਦੇ ਵਿੱਚ, ਜਿਵੇਂ ਆ ਪਹਿਲੀ ਐਫ ਐਕਸ ਟੀ ਵਾਲੀ ਅਤੇ ਇੱਕ ਆਹ ਐਫ ਟੀ ਵਾਈ ਵਾਲੀ, ਇਹ ਟਾਈਮ ਸਪੇਸ ਅਤੇ ਟਾਈਮ ਦਾ ਮਿਕਸਚਰ ਰੱਖਦੀਆਂ, ਮਿਕਸ ਕੰਪੋਨੈਂਟ ਰੱਖਦੀਆਂ, ਅਤੇ ਇੱਕ ਲੱਤ ਟਾਈਮ ਦੇ ਵਿੱਚ ਹੈ ਇਹਨਾਂ ਦੀ ਅਤੇ ਇੱਕ ਸਪੇਸ ਦੇ ਵਿੱਚ ਹੈ। ਇਹ ਵਾਈ ਜ਼ੈਡ ਵਾਲੀ ਦੀ ਸਾਰੀ ਇਹ ਸਪੇਸ ਦੇ ਵਿੱਚ ਹੀ ਹੈ। ਇਸ ਦਾ ਅਰਥ ਹੈ ਕਿ ਇਹ ਇਲੈਕਟ੍ਰਿਕ ਫੀਲਡ ਦੇ ਕੰਪੋਨੈਂਟ ਹੈ, ਕਿਉਂਕਿ ਇਹ ਜਿਹੜੀ ਜਿਹਦੇ 'ਚ ਟਾਈਮ ਕੰਪੋਨੈਂਟ ਆ ਜਾਂਦਾ ਉਹ ਇਲੈਕਟ੍ਰਿਕ ਫੀਲਡ ਦਾ ਕੰਪੋਨੈਂਟ ਹੁੰਦਾ। ਯਾਦ ਕਰੋ ਇਕੁਏਸ਼ਨ ਐਫ ਮਿਊ ਨਿਊ ਹੈ ਜੋ, ਜਿਵੇਂ ਇੱਥੇ ਇਹ ਪਹਿਲਾਂ ਵੀ ਅਸੀਂ ਪੜ੍ਹ ਲਿਆ। ਤੇ ਇਹਦੇ ਵਿੱਚ ਇਹ ਜਿਹੜੇ ਇਹ ਕੰਪੋਨੈਂਟ ਨੇ ਇਲੈਕਟ੍ਰਿਕ ਫੀਲਡ ਦੇ ਕੰਪੋਨੈਂਟ ਨੇ ਜਿਹੜੇ 0 ਵਾਲੇ ਨੇ, ਅਤੇ ਇਹ ਸਪੇਸ ਕੰਪੋਨੈਂਟ ਨੇ 9 ਦੇ 9। ਇਹਦੇ ਵਿੱਚ ਤੇ ਡਾਇਗਨਲ ਐਲੀਮੈਂਟ ਸਾਰੇ 0 ਹੈ। 6.41 ਨੰਬਰ ਟੈਂਸਰ ਹੈ ਇਹ। ਅਤੇ ਇਸਦੇ ਵਿੱਚ ਐਫ ਐਕਸ ਟੀ ਹੈ ਜੋ ਐਫ ਐਕਸ ਟੀ ਇੱਥੇ ਐਕਸ ਵਾਲੀ ਲਾਈਨ ਦੇ ਵਿੱਚ ਪਹਿਲਾ ਕੰਪੋਨੈਂਟ ਮਾਈਨਸ ਈ ਐਕਸ ਹੈ, ਅਤੇ ਦੂਜਾ ਐਫ ਟੀ ਵਾਈ ਹੈ ਜੋ ਟੀ ਵਾਈ ਇਸ ਦੇ ਵਿੱਚ ਪਹਿਲਾ ਟੀ ਵਾਲਾ ਵਾਈ ਵਾਲੀ ਲਾਈਨ ਦੇ ਵਿੱਚ ਇਹ ਵਾਲਾ ਇਹ ਈ ਵਾਈ ਹੈ ਮਾਈਨਸ ਈ ਵਾਈ, ਅਤੇ ਤੀਜਾ ਐਫ ਵਾਈ ਜ਼ੈਡ ਵਾਲਾ ਜੋ ਐਫ ਵਾਈ ਇਸ ਦੇ ਵਿੱਚ ਇਹ ਵਾਈ ਦੇ ਨਾਲ ਇਹ ਬੀ ਐਕਸ ਹੈ, ਐਫ ਵਾਈ ਐਕਸ ਵਾਲਾ। ਤਾਂ ਵਾਈ ਇਹ ਵਾਲੀ ਵਾਈ ਵਾਲੀ ਲਾਈਨ ਦੇ ਵਿੱਚ ਅਸੀਂ ਐਕਸ ਵਾਲੇ ਨੂੰ ਲੱਭਾਂਗੇ ਤਾਂ ਇਹ ਮਾਈਨਸ ਬੀ ਜ਼ੈਡ ਹੈ। ਇਹ ਬਦਲੀਆਂ ਇਹ ਨਤੀਜਾ ਦਿੰਦੀਆਂ। ਇਸ ਦੇ ਵਿੱਚ ਇਸ ਨੂੰ ਅਸੀਂ ਇਸ ਤਰ੍ਹਾਂ ਨਾਲ ਦੇਖ ਸਕਦੇ ਹਾਂ ਕਿ ਡੈਲ ਵਾਈ ਈ ਐਕਸ ਇਹ ਪਹਿਲਾਂ ਐਫ ਐਕਸ ਟੀ ਇਸ ਦੀ ਜਗ੍ਹਾ ਅਸੀਂ ਇਹ ਡੈਲ ਇਸ ਦੇ ਵਿੱਚ 8 ਪੁਆਇੰਟ ਇਸ ਇਕੁਏਸ਼ਨ ਦੇ ਵਿੱਚ ਅਸੀਂ ਇਸ ਨੂੰ ਭਰਾਂਗੇ ਕਿ ਐਫ ਐਕਸ ਟੀ ਦੀ ਜਗ੍ਹਾ ਐਕਸ ਟੀ ਦੀ ਜਗ੍ਹਾ ਅਸੀਂ ਈ ਐਕਸ ਭਰਾਂਗੇ, ਅਤੇ ਇਹਦੇ ਵਿੱਚ ਐਫ ਟੀ ਵਾਈ ਦੀ ਜਗ੍ਹਾ ਅਸੀਂ ਈ ਵਾਈ ਭਰਾਂਗੇ, ਕਿਉਂਕਿ ਐਫ ਟੀ ਵਾਈ ਮਾਈਨਸ ਈ ਵਾਈ ਹੈ। ਅਤੇ ਇਸ ਤਰ੍ਹਾਂ ਇਹ ਇਕੁਏਸ਼ਨ ਇਹ ਬਣ ਜਾਏਗੀ ਡੈਲ ਵਾਈ ਈ ਐਕਸ ਮਾਈਨਸ ਡੈਲ ਐਕਸ ਈ ਵਾਈ ਮਾਈਨਸ ਡੈਲ ਟੀ ਬੀ ਜ਼ੈਡ ਇਜ਼ ਇਕੁਅਲ ਟੂ 0।
ਜੇਕਰ ਅਸੀਂ ਚਿੰਨ੍ਹ ਨੂੰ ਫਲਿੱਪ ਕਰੀਏ, ਯਾਨੀ ਕਿ -1 ਨਾਲ ਗੁਣਾ ਕਰੀਏ, ਤਾਂ ਫਿਰ ਇਹ ਇੰਝ ਬਣ ਜਾਂਦੀ ਹੈ। ਡੈਲ ਇਸਨੂੰ ਇਸਦੇ ਵਿੱਚ ਇਹ ਵਾਲੇ ਦੋਨੋਂ ਕੰਪੋਨੈਂਟ ਪੋਜ਼ੀਟਿਵ ਬਣ ਜਾਂਦੇ ਨੇ, ਸਿਰਫ ਇਹ ਡੈਲ ਵਾਈ ਈ ਐਕਸ ਵਾਲਾ ਕੰਪੋਨੈਂਟ ਖੱਬੇ ਮਾਈਨਸ ਬਣਾ ਕੇ ਲਿਖਿਆ ਜਾ ਸਕਦਾ। ਇੱਥੇ ਡੈਲ ਐਕਸ, ਡੈਲ ਵਾਈ, ਡੈਲ ਟੀ, ਇਹ ਸੀਰੀਜ਼ ਵਿੱਚ ਇੱਥੇ ਲਿਖ ਸਕਦੇ ਹਾਂ ਅਸੀਂ ਫਿਰ। ਇਹ ਇਕੁਏਸ਼ਨ 8.27 ਦਾ ਠੀਕ ਜ਼ੈਡ ਕੰਪੋਨੈਂਟ ਹੁੰਦੀ ਹੈ। ਇਹ 8.27 ਇਹ ਵਾਲੀ ਇਕੁਏਸ਼ਨ ਦਾ ਜ਼ੈਡ ਕੰਪੋਨੈਂਟ ਇਹ ਇਕੁਏਸ਼ਨ ਹੁੰਦੀ ਹੈ, ਜੋ ਕਹਿੰਦੀ ਹੈ ਕਿ ਈ ਦੀ ਕਰਲ ਪਲੱਸ ਈ ਦੀ ਟਾਈਮ ਡਿਵਰਜੈਂਸ 0 ਹੁੰਦੀ ਹੈ। ਯਾਨੀ ਕਿ ਈ ਦੀ ਕਰਲ ਹੈ ਜੋ ਇਹ ਵਾਲੀ ਕਰਲ ਹੈ ਪਹਿਲੀ, ਡੈਲ ਐਕਸ ਈ ਵਾਈ ਮਾਈਨਸ ਡੈਲ ਵਾਈ ਈ ਐਕਸ, ਅਤੇ ਇਹ ਜ਼ੈਡ ਕੰਪੋਨੈਂਟ ਹੁੰਦੀ ਹੈ ਇਸਦਾ ਈ ਦਾ। ਈ ਦੀ ਕਰਲ ਹੈ ਇਹ, ਅਤੇ ਇੱਧਰ ਬੀ ਦਾ ਟਾਈਮ ਡੈਰੀਵੇਟਿਵ ਇੱਧਰ ਹੈਗਾ ਹੀ ਹੈ, ਡੈਲ ਟੀ ਬੀ ਜ਼ੈਡ, ਇਹ ਦੋਨੋਂ ਜੋੜ ਕੇ 0 ਹੁੰਦੀਆਂ। ਜੇਕਰ ਅਸੀਂ ਇੱਕ ਟਾਈਮ ਕੰਪੋਨੈਂਟ ਤੇ ਦੋ ਸਪੇਸ ਕੰਪੋਨੈਂਟਾਂ ਦੇ ਨਾਲ ਹੋਰ ਸੁਮੇਲਾਂ ਦੀ ਕੋਸ਼ਿਸ਼ ਕੀਤੀ ਹੁੰਦੀ, ਤਾਂ ਵੀ ਅਸੀਂ ਇਕੁਏਸ਼ਨ 8.27 ਦੇ ਐਕਸ ਅਤੇ ਵਾਈ ਦਾ ਕੰਪੋਨੈਂਟ ਖੋਜਣੇ ਸੀ। ਤਾਂ ਸਿਗਮਾ ਟਾਓ ਨਿਊ ਅਤੇ ਟਾਓ ਇੰਡੈਕਸਾਂ ਨੂੰ ਮੁੱਲ ਪ੍ਰਦਾਨ ਕਰਨ ਦੇ ਕਿੰਨੇ ਤਰੀਕੇ ਹੋ ਸਕਦੇ ਆ? 3 ਇੰਡੈਕਸ ਹੁੰਦੇ ਹੈ, ਅਤੇ ਹਰੇਕ ਇੰਡੈਕਸ ਨੂੰ 4 ਮੁੱਲ ਮਿਲਦੇ ਆ, ਟੀ ਐਕਸ ਵਾਈ ਅਤੇ ਜ਼ੈਡ। ਇਸਦੇ ਵਿੱਚੋਂ ਇਹ ਇੱਕ ਮੁੱਲ ਇਹਨੂੰ ਮਿਲ ਸਕਦਾ ਇੱਕ ਟਾਈਮ 'ਚ। ਤਾਂ ਇਸ ਦਾ ਅਰਥ ਹੈ ਕਿ ਅਜਿਹਾ ਕਰਨ ਦੇ 4 ਗੁਣਾ 4 ਗੁਣਾ 4 ਇਜ਼ ਇਕੁਅਲ ਟੂ 64 64 ਵੱਖਰੇ ਤਰੀਕੇ ਹੁੰਦੇ ਆ। ਇਹ ਕਿਵੇਂ ਹੋ ਸਕਦਾ ਹੈ ਕਿ ਬਿਆਨਚੀ ਆਇਡੈਂਟੀ ਦੀਆਂ 64 ਇਕੁਏਸ਼ਨਾਂ 4 ਹੋਮੋਜੀਨੀਅਸ ਮੈਕਸਵੈਲ ਇਕੁਏਸ਼ਨਾਂ ਦੇ ਬਰਾਬਰ ਹੋਣ? ਇਹ ਸਰਲ ਗੱਲ ਹੈ। ਬਿਆਨਚੀ ਆਇਡੈਂਟੀ ਬਹੁਤ ਅਜਿਹੀਆਂ ਇਕੁਏਸ਼ਨਾਂ ਸ਼ਾਮਲ ਕਰਦੀ ਹੈ ਜੋ ਵਿਅਰਥ ਹੁੰਦੀਆਂ। ਉਦਾਹਰਨ ਲਈ 2 ਇੰਡੈਕਸਾਂ ਬਰਾਬਰ ਵਾਲੀ ਕੋਈ ਇੰਡੈਕਸ ਨਿਯੁਕਤੀ ਮੂਲੀ ਇਕੁਏਸ਼ਨ 0 ਇਜ਼ ਇਕੁਅਲ ਟੂ 0 ਵਿੱਚ ਨਤੀਜਾ ਦੇਵੇਗੀ। ਇਸ ਦੇ ਨਾਲ ਇਹ ਕਈ ਇੰਡੈਕਸ ਨਿਯੁਕਤੀਆਂ ਜਿਹੜੀਆਂ ਇਹ ਬੇਲੋੜੀਆਂ ਜੋ ਸੇਮ ਇਕੁਏਸ਼ਨ ਹੀ ਪੈਦਾ ਕਰਨਗੀਆਂ। ਹਰੇਕ ਗੈਰ ਮਾਮੂਲੀ ਇਕੁਏਸ਼ਨ ਜਾਂ ਤਾਂ ਇਕੁਏਸ਼ਨ 8.26 ਦੇ ਬਰਾਬਰ ਹੁੰਦੀ ਹੈ, ਜਾਂ ਫਿਰ ਇਕੁਏਸ਼ਨ 8.27 ਦੇ ਕੰਪੋਨੈਂਟਾਂ ਵਿੱਚੋਂ ਇੱਕ ਕੰਪੋਨੈਂਟ ਦੇ ਬਰਾਬਰ ਹੁੰਦੀ ਹੈ। ਬਿਆਨਚੀ ਆਇਡੈਂਟੀ ਦੀ ਜਾਂਚ ਕਰਨ ਦਾ ਇੱਕ ਹੋਰ ਤਰੀਕਾ ਵੀ ਹੁੰਦਾ। ਯਾਦ ਕਰੋ ਕਿ ਐਫ ਮਿਊ ਨਿਊ ਇਹ ਪਰ ਹੁੰਦਾ ਪਰਿਭਾਸ਼ਿਤ ਕੀਤਾ ਗਿਆ ਸੀ। ਐਫ ਮਿਊ ਨਿਊ ਇਜ਼ ਇਕੁਅਲ ਟੂ ਡੈਲ ਮਿਊ ਏ ਨਿਊ ਮਾਈਨਸ ਡੈਲ ਨਿਊ ਏ ਮਿਊ। ਜਾਂ ਫਿਰ ਬਰਾਬਰ ਤੌਰ ਤੇ ਇਸ ਨੂੰ ਇਸ ਤਰ੍ਹਾਂ ਨਾਲ ਵੀ ਲਿਖ ਸਕਦੇ ਹਾਂ ਖੋਲ ਕੇ, ਕਿ ਇਸਦਾ ਇਹ ਏ ਨਿਊ ਦਾ 4 ਵੈਕਟਰ ਦੇ ਨਾਲ ਡੈਰੀਵੇਟਿਵ ਹੈ, ਅਤੇ ਇੱਧਰ ਮਿਊ ਵਾਲਾ ਡੈਰੀਵੇਟਿਵ ਹੈ, ਅਤੇ ਇੱਧਰ ਡੈਲ ਏ ਮਿਊ ਦਾ ਐਕਸ ਨਿਊ ਡੈਰੀਵੇਟਿਵ ਹੈ ਇਹ, ਅਤੇ ਦੋਵਾਂ ਦਾ ਡਿਫਰੈਂਸ ਹੈ ਇਹ ਐਫ ਮਿਊ ਨਿਊ। ਤਾਂ ਇਕੁਏਸ਼ਨ 8.28 ਦੇ ਵਿੱਚ ਢੁਕਵੀਆਂ ਬਦਲੀਆਂ ਕਰਦੇ ਹੋਏ ਅਸੀਂ ਇਸ ਨੂੰ ਇਸ ਤਰ੍ਹਾਂ ਨਾਲ ਲਿਖ ਸਕਦੇ ਹਾਂ ਕਿ ਸਿਗਮਾ ਐਲ ਸਿਗਮਾ ਐਫ ਮਿਊ ਟਾਓ ਪਲੱਸ ਡੈਲ ਨਿਊ ਐਫ ਟਾਓ ਸਿਗਮਾ। ਇਹ ਤੇ ਅਸੀਂ ਲਿਖੀ ਵੀ ਉੱਪਰ 8.28 ਨੰਬਰ। ਇਸ ਦੇ ਵਿੱਚ ਜੇਕਰ ਤੁਸੀਂ ਇਹਨਾਂ ਡੈਰੀਵੇਟਿਵਾਂ ਨੂੰ ਫੈਲਾਉਂਦੇ ਹੋ, ਤਾਂ ਤੁਸੀਂ ਖੋਜੋਗੇ ਕਿ ਇਹ ਰਕਮ ਦਰ ਰਕਮ ਕੈਂਸਲ ਹੁੰਦੇ ਜਾਂਦੇ ਆ, ਅਤੇ ਨਤੀਜਾ 0 ਮਿਲੇਗਾ। ਇਕੁਏਸ਼ਨ 8.28 ਪੂਰੀ ਤਰ੍ਹਾਂ ਲੋਰੈਂਸ ਇਨਵੇਰੀਐਂਟ ਰਹਿੰਦੀ ਹੈ। ਤੁਸੀਂ ਇਹ ਦੇਖਣ ਰਾਹੀਂ ਜਾਂਚ ਕਰ ਸਕਦੇ ਹੋ ਕਿ ਇਹ ਕਿਵੇਂ ਟਰਾਂਸਫਾਰਮ ਹੁੰਦੀ ਹੈ। ਤਾਂ ਇਸ ਦੇ ਨਾਲ ਇਹ ਅੱਜ ਵਾਲਾ ਲੈਕਚਰ ਸਮਾਪਤ ਹੁੰਦਾ। 9ਵਾਂ ਲੈਕਚਰ ਇਸ ਦੇ ਵਿੱਚ ਇਸ ਤੋਂ ਬਾਅਦ ਪੜ੍ਹਾਂਗੇ ਅਸੀਂ ਮੈਕਸਵੈਲ ਇਕੁਏਸ਼ਨਾਂ ਦੇ ਭੌਤਿਕੀ ਨਤੀਜੇ। ਇਸ ਦੇ ਵਿੱਚ ਇਹ ਵਾਲੇ ਟੌਪਿਕ ਪੜ੍ਹਾਂਗੇ: ਜ਼ਰੂਰੀ ਗਣਿਤ, ਗੌਸ ਦੀ ਥਿਊਰਮ, ਸਟੋਕ ਦੀ ਥਿਊਰਮ, ਬੇਨਾਮ ਥਿਊਰਮ ਜਿਸ ਦਾ ਕੋਈ ਨਾਮ ਹੀ ਨਹੀਂ ਹੈ, ਅਤੇ ਇਲੈਕਟ੍ਰੋਡਾਇਨਮਿਕਸ ਦੇ ਸਿਧਾਂਤ, ਇਲੈਕਟ੍ਰਿਕ ਚਾਰਜ ਦੀ ਕੰਜ਼ਰਵੇਸ਼ਨ, ਮੈਕਸਵੈਲ ਇਕੁਏਸ਼ਨਾਂ ਤੋਂ ਇਲੈਕਟ੍ਰੋਡਾਇਨਮਿਕਸ ਦੇ ਨਿਯਮਾਂ ਦੇ ਤੱਕ, ਅਤੇ ਕੂਲਮ ਦਾ ਨਿਯਮ, ਫੈਰਾਡੇ ਦਾ ਨਿਯਮ।
ਅੰਪੀਅਰ ਦਾ ਨਿਯਮ ਤੇ ਲਾਸਟ ਵਿੱਚ ਪੜਾਂਗੇ ਮੈਕਸਵੈਲ ਦਾ ਨਿਯਮ। ਵੀਡੀਓ ਦੇਖਣ ਲਈ ਧੰਨਵਾਦ।